ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਇਹ ਸਤਸੰਗ ਅਸੀਂ ਇੱਕ ਛੋਟੀ ਜਿਹੀ ਕਹਾਣੀ ਤੋਂ ਸ਼ੁਰੂ ਕਰਾਂਗੇ, ਪਰ ਇੱਥੇ ਇਹ ਵੀ ਨਾਲ ਦੱਸਣਾ ਚਾਹਾਂਗੇ ਕਿ ਇੱਕ ਐਸੀ ਕਹਾਣੀ ਹੈ ਕਿ ਜੋ ਅਸੀਂ ਤੁਹਾਨੂੰ ਸੁਣਾਣੀ ਹੈ ਔਰ ਤੁਸੀਂ ਗੌਰ ਨਾਲ ਸੁਣਨੀ ਹੈ ਕਹਾਣੀ, ਕਿਉਂਕਿ ਬਾਅਦ ਵਿੱਚ ਅਸੀਂ ਇੱਕ ਤੁਹਾਡੇ ਤੋਂ ਜਵਾਬ ਪੁੱਛਣਾ ਹੈ ਔਰ ਜਵਾਬ ਫਿਰ ਉਹੀ ਸਹੀ ਦੇ ਪਾਏਗਾ ਜਿਹੜਾ ਇਸ ਕਹਾਣੀ ਨੂੰ ਗੌਰ ਨਾਲ ਸੁਣੇਗਾ। ਕਿਉਂਕਿ ਅਗਰ ਸਾਡਾ ਧਿਆਨ ਇੱਧਰ ਉੱਧਰ ਚਲਾ ਗਿਆ, ਅਸੀਂ ਕਹਾਣੀ ਦੀ ਇੱਕ ਵੀ ਲਾਈਨ ਸੁਣ ਨਾ ਪਾਏ, ਸਮਝ ਨਾ ਪਾਏ, ਤਾਂ ਫਿਰ ਸ਼ਾਇਦ ਸਾਡੇ ਵਾਸਤੇ ਜਵਾਬ ਦੇਣਾ ਔਖਾ ਹੋ ਜਾਏਗਾ। ਸਾਡੇ ਮਤਲਬ ਤੁਹਾਡੇ ਵਾਸਤੇ ਜਵਾਬ ਦੇਣਾ ਔਖਾ ਹੋ ਜਾਏਗਾ। ਇਸ ਕਰਕੇ ਔਰ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਕਹਾਣੀ ਸਾਨੂੰ ਇੱਕ ਬਹੁਤ ਬੜੀ ਸਿੱਖਿਆ ਦਿੰਦੀ ਹੈ। ਅਗਰ ਇਸ ਕਹਾਣੀ ਦੀ ਗਹਿਰਾਈ ਨੂੰ ਅਸੀਂ ਸਮਝ ਲਵਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਜੀਵਨ ਕਿਸ ਤਰ੍ਹਾਂ ਜੀਆ ਜਾਂਦਾ ਹੈ, ਇਹ ਜੀਵਨ 'ਚ ਖੁਸ਼ੀਆਂ ਕਿੱਦਾਂ ਪ੍ਰਾਪਤ ਕੀਤੀਆਂ ਜਾਂਦੀਆਂ ਹੈ, ਜਾਂ ਉਹ ਖੁਸ਼ੀਆਂ ਤੱਕ ਪਹੁੰਚਣ ਦਾ ਮਾਰਗ ਕੀ ਹੈ। ਉਹ ਇਸ ਛੋਟੀ ਜਿਹੀ ਕਹਾਣੀ ਤੋਂ ਹੀ ਸਾਡੀ ਸਮਝ ਵਿੱਚ ਆ ਜਾਏਗਾ। ਪਰ ਆਏਗਾ ਉਦੋਂ ਜਦੋਂ ਅਸੀਂ ਕਹਾਣੀ ਨੂੰ ਅੱਛੀ ਤਰ੍ਹਾਂ ਸੁਣਾਂਗੇ, ਸਮਝਾਂਗੇ, ਔਰ ਬਾਅਦ ਵਿੱਚ ਜਦੋਂ ਅਸੀਂ ਜਵਾਬ ਪੁੱਛਾਂਗੇ ਤਾਂ ਤੁਸੀਂ ਜਵਾਬ ਵੀ ਦੇਣਾ ਹੈ। ਬੋਲੋ ਤਿਆਰ ਹੋ? ਤਿਆਰ ਹੋ ਨਾ ਸਾਰੇ? ਇਸ ਲਈ ਆਓ ਫਿਰ ਹੁਣ ਇਸ ਕਹਾਣੀ ਦੀ ਤਰਫ ਚਲੀਏ ਕਿ ਇੱਕ ਗਾਂव ਸੀ, ਇੱਕ ਗਾंव। ਉਸ ਗਾंव ਦੇ ਅੰਦਰ ਇੱਕ ਕਿਸਾਨ ਰਹਿੰਦਾ ਹੈ। ਕਿਸਾਨ ਬੜਾ ਵਿਰਧ ਹੈ ਔਰ ਉਹਦਾ ਇੱਕ ਬੇਟਾ ਹੈ। ਬੇਟੇ ਦੀ ਉਮਰ ਕੋਈ 14-15 ਸਾਲ ਦੀ ਹੈ। ਕਿਸਾਨ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਹੁਣ ਉਹੀ ਬਾਪ ਬੇਟਾ ਹੀ ਉਹ ਛੋਟੇ ਜਿਹੇ ਘਰ 'ਚ ਰਹਿੰਦੇ ਹੈ ਔਰ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਹੈ ਉਹਨਾਂ ਦੇ ਕੋਲ, ਜਿੱਥੇ ਉਹ ਕਿਸਾਨ ਆਪਣੇ ਵੈਲਾਂ ਦੇ ਨਾਲ ਹਲ ਜੋਤ ਕੇ, ਯਾਨੀ ਉਹ ਖੇਤ ਨੂੰ ਜੋਤਦਾ ਹੈ, ਫਸਲ ਨੂੰ ਬੋਂਦਾ ਹੈ, ਤਾਂ ਜੋ ਫਸਲ ਆਂਦੀ ਹੈ ਉਹਨੂੰ ਵੇਚ ਕੇ ਹੀ ਆਪਣਾ ਉਹ ਗੁਜ਼ਾਰਾ ਕਰਦੇ ਆ। ਪਰ ਇੱਕ ਵਾਰ ਕੀ ਹੋਇਆ ਕਿ ਕੋਈ ਹਾਦਸਾ ਹੋਇਆ। ਜਦੋਂ ਹਾਦਸਾ ਹੋਇਆ ਤਾਂ ਉਸ ਹਾਦਸੇ ਦੇ ਵਿੱਚ ਉਹ ਕਿਸਾਨ ਦੀ ਮ੍ਰਿਤਿੂ ਹੋ ਗਈ। ਜਦੋਂ ਕਿਸਾਨ ਦੀ ਮੌਤ ਹੋ ਗਈ ਤਾਂ ਹੁਣ ਉਹਦਾ ਬੇਟਾ, ਜਿਹਦੀ ਉਮਰ 14-15 ਸਾਲ ਦੀ, ਉਹਨੂੰ ਖੇਤੀ ਦੇ ਬਾਰੇ ਇੰਨੀ ਸਮਝ ਨਹੀਂ ਸੀ, ਕਿਉਂਕਿ ਉਹ ਬਾਪ ਨਾਲ ਜਾਂਦਾ ਤਾਂ ਜ਼ਰੂਰ ਸੀ ਕਈ ਵਾਰ ਖੇਤ ਵਿੱਚ, ਪਰ ਤੁਹਾਨੂੰ ਪਤਾ ਕਿ 14-15 ਸਾਲ ਦੀ ਉਮਰ ਤਾਂ ਬੱਚਿਆਂ ਦਾ ਧਿਆਨ ਖੇਲਣ ਵੱਲ ਜ਼ਿਆਦਾ ਹੁੰਦਾ ਹੈ, ਘੁੰਮਣ ਫਿਰਨ 'ਚ ਜ਼ਿਆਦਾ ਹੁੰਦਾ ਹੈ ਔਰ ਕੰਮ ਵੱਲ ਘੱਟ ਹੁੰਦਾ ਹੈ। ਹੁਣ ਜਦੋਂ ਬੱਚੇ ਦੇ ਸਿਰ ਤੇ ਉਹ ਜ਼ਿੰਮੇਵਾਰੀ ਆ ਗਈ ਤਾਂ ਬੱਚੇ ਨੂੰ ਇੰਨੀ ਤਾਂ ਸਮਝ ਸੀ ਕਿ ਬਾਪ ਇਸ ਤਰ੍ਹਾਂ ਬੈਲ ਲੈ ਕੇ ਜਾਂਦਾ ਸੀ ਔਰ ਇਸ ਤਰ੍ਹਾਂ ਬੈਲਾਂ ਤੇ ਹਲ ਪਾਉਂਦਾ ਸੀ ਔਰ ਹਲ ਨੂੰ ਇਸ ਤਰ੍ਹਾਂ ਖੇਤ ਵਿੱਚ ਬਾਂਹਦਾ ਸੀ। ਉਹ ਸਾਰੀ ਚੀਜ਼ ਉਸ ਬੱਚੇ ਨੇ ਕਈ ਵਾਰ ਆਪਣੀਆਂ ਅੱਖਾਂ ਨਾਲ ਦੇਖੀ ਸੀ। ਹੁਣ ਉਹਦੇ ਮਨ 'ਚ ਆਇਆ ਕਿ ਪਿਤਾ ਤਾਂ ਰਿਹਾ ਨਹੀਂ, ਕਿਉਂਕਿ ਨਗਰ ਦੇ ਲੋਕਾਂ ਨੇ ਬਾਪ ਦਾ ਸੰਸਕਾਰ ਕੀਤਾ। ਹੁਣ ਜਦੋਂ ਕਿਸਾਨ ਦਾ ਸੰਸਕਾਰ ਹੋ ਗਿਆ, ਕੁਝ ਦਿਨ ਬੀਤੇ, ਤਾਂ ਇੱਕ ਆਦਮੀ ਨੇ ਉਸ ਬੱਚੇ ਨੂੰ ਕਿਹਾ ਕਿ ਬੇਟਾ, ਹੁਣ ਫਸਲ ਬੋਣ ਦਾ ਟਾਈਮ ਹੋ ਗਿਆ, ਹੁਣ ਤੇਰੇ ਸਿਰ ਤੇ ਹੀ ਸਾਰਾ ਘਰ ਹੈ, ਤੂੰ ਕੱਲਾ ਹੀ ਕੱਲਾ ਆ, ਇਸ ਲਈ ਧਿਆਨ ਰੱਖੀ, ਸਮੇਂ ਸਿਰ ਫਸਲ ਬੋ ਦੇਈ ਤਾਂ ਕਿ ਸਮੇਂ ਸਿਰ ਤੈਨੂੰ ਫਸਲ ਮਿਲ ਜਾਵੇ, ਤਾਂ ਕਿ ਤੇਰਾ ਗੁਜ਼ਾਰਾ ਆਸਾਨੀ ਨਾਲ ਚੱਲ ਸਕੇ। ਸੋ ਜ਼ਰਾ ਸਮਝਣਾ, ਇੱਥੇ ਇਨਸਾਨ ਦੇ ਮਨ 'ਚ ਇਹ ਵੀ ਆ ਸਕਦਾ ਹੈ ਪ੍ਰਸ਼ਨ ਕਿ ਗਾਂव ਵਾਲਿਆਂ ਨੇ ਸਾਥ ਕਿਉਂ ਨਹੀਂ ਦਿੱਤਾ, ਗਾਂव ਵਾਲਿਆਂ ਨੇ ਉਹਦੀ ਮਦਦ ਕਿਉਂ ਨਹੀਂ ਕੀਤੀ। ਪਰ ਅਸੀਂ ਇੱਥੇ ਇਹ ਗੱਲ ਕਲੀਅਰ ਕਰਨਾ ਚਾਹਾਂਗੇ ਕਿ ਇਹ ਕਹਾਣੀ ਸਾਨੂੰ ਗਿਆਨ ਦੇਣ ਵਾਸਤੇ ਬਣਾਈ ਹੋਈ ਹੈ। ਸਾਨੂੰ ਇਹ ਜੀਵਨ ਦੀ ਸੱਚਾਈ ਦੇ ਬਾਰੇ ਦੱਸਣ ਬਾਰੇ ਇਹ ਕਹਾਣੀ ਬਣੀ ਹੋਈ ਹੈ। ਇਸ ਲਈ ਹਮੇਸ਼ਾ ਕੁਝ ਕਹਾਣੀਆਂ ਇਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਹੈ ਕਿ ਜਿਹਨਾਂ ਕਹਾਣੀਆਂ ਨੂੰ ਸੁਣ ਕੇ ਸਾਨੂੰ ਜੀਵਨ ਦੀ ਸਮਝ ਆ ਜਾਵੇ। ਇਸ ਲਈ ਇਹ ਕਹਾਣੀ ਵੀ ਕੁਝ ਐਸੀ ਹੈ ਕਿ ਜੋ ਸਾਡੇ ਜੀਵਨ ਨੂੰ ਸਮਝਾਉਣ ਵਾਸਤੇ ਬਣੀ ਹੈ, ਇਹ ਜ਼ਿੰਦਗੀ ਨੂੰ ਸਮਝਣ ਵਾਸਤੇ ਬਣੀ ਹੈ। ਹੁਣ ਬੱਚੇ ਨੇ ਜਦੋਂ ਉਸ ਆਦਮੀ ਦੀ ਗੱਲ ਸੁਣੀ ਤਾਂ ਬੱਚੇ ਨੇ ਕਿਹਾ ਠੀਕ ਹੈ। ਉਹਨੇ ਅਗਲੇ ਦਿਨ ਹੀ ਬੈਲ ਤਿਆਰ ਕੀਤੇ, ਬੈਲਾਂ ਤੇ ਹਲ ਲਾਇਆ ਜਿੱਦਾਂ ਆਪਣੇ ਬਾਪ ਨੂੰ ਦੇਖਿਆ ਸੀ। ਹੁਣ ਬੈਲਾਂ ਨੂੰ ਲੈ ਕੇ ਖੇਤ ਵਿੱਚ ਗਿਆ। ਖੇਤ ਵਿੱਚ ਜਾ ਕੇ ਉਸਨੇ ਪੂਰੇ ਖੇਤ ਵਿੱਚ ਹਲ ਜੋਤਿਆ ਔਰ ਜਦੋਂ ਪੂਰਾ ਖੇਤ ਹਲ ਨਾਲ ਜੋਤ ਦਿੱਤਾ, ਯਾਨੀ ਹਲ ਲਗਾ ਦਿੱਤਾ ਪੂਰੇ ਖੇਤ ਵਿੱਚ, ਫਿਰ ਉਹਨੇ ਦੇਖਿਆ ਕਿ ਬਾਪ ਹਲ ਤੋਂ ਬਾਅਦ
ਸੁਹਾਗਾ ਵੀ ਫੇਰਦਾ ਹੁੰਦਾ ਸੀ। ਇਸ ਲਈ ਉਹਨਾਂ ਹਲ ਲਾਇਆ ਔਰ ਫਿਰ ਸੁਹਾਗਾ ਬੰਨਿਆ ਬੈਲਾਂ ਦੇ ਪਿੱਛੇ ਔਰ ਸੁਹਾਗੇ ਤੇ ਬਹਿ ਕੇ, ਕਿਉਂਕਿ ਪਹਿਲਾਂ ਤੁਸੀਂ ਦੇਖਦੇ ਹੋ ਨਾ ਕਿੱਦਾਂ ਹੁੰਦਾ ਸੀ, ਬੰਦਾ ਸੁਹਾਗਾ ਲਾ ਲਾਂਦਾ ਸੀ ਲੱਕੜ ਦਾ ਬਣਿਆ ਔਰ ਆਪ ਉੱਤੇ ਖੜ ਜਾਂਦਾ ਸੀ ਤਾਂ ਬੈਲ ਚੱਲਦੇ ਸੀ ਤਾਂ ਨਾਲ ਨਾਲ ਉਹ ਵੀ ਚੱਲਦਾ ਸੀ। ਅੱਜ ਕੱਲ ਦਾ ਸਮਾਂ ਤਾਂ ਚਲੋ ਜੋ ਵੀ ਕੰਮ ਹੈ ਟਰੈਕਟਰ ਦੇ ਨਾਲ ਹੋ ਰਿਹਾ, ਜਾਂ ਅੱਜ ਐਸੀਆਂ ਹੋਰ ਮਸ਼ੀਨਾਂ ਆ ਚੁੱਕੀਆਂ, ਸਾਧਨ ਆ ਚੁੱਕੇ ਜਿਹਦੇ ਨਾਲ ਇਨਸਾਨ ਅੱਜ ਫਸਲ ਬੋਂਦਾ ਵੀ ਹੈ ਤਾਂ ਕੱਟਦਾ ਵੀ ਹੈ, ਪਰ ਉਹ ਸਮਾਂ ਬੈਲਾਂ ਨਾਲ ਹੀ ਸਭ ਕੁਝ ਹੁੰਦਾ ਸੀ। ਸੋ ਉਸ ਵੇਲੇ ਉਹਨਾਂ ਸੁਹਾਗਾ ਵੀ ਪੂਰੇ ਖੇਤ ਵਿੱਚ ਦਿੱਤਾ। ਫਿਰ ਸਮਾਂ ਆਣ ਤੇ ਉਸਨੇ ਪਾਣੀ ਵੀ ਲਾਇਆ। ਜਰਾ ਸਮਝਣਾ, ਸਮਾਂ ਆਣ ਤੇ ਉਸਨੇ ਪਾਣੀ ਵੀ ਲਾਇਆ ਔਰ ਜਿਸ ਤਰ੍ਹਾਂ ਉਹ ਦੇਖਦਾ ਸੀ ਬਾਪ ਆ ਕੇ ਖੇਤ ਦੀ ਰਾਖੀ ਕਰਦਾ ਸੀ, ਇਸ ਤਰ੍ਹਾਂ ਆ ਕੇ ਉਹਨਾਂ ਖੇਤ ਦੀ ਰਾਖੀ ਵੀ ਕਰਨੀ। ਸਮਾਂ ਗੁਜ਼ਰਦਾ ਗਿਆ। ਜਦੋਂ ਸਮਾਂ ਗੁਜ਼ਰਿਆ ਉਹ ਸਮਾਂ ਆਇਆ ਕਿ ਦੇਖਿਆ ਕਿ ਜੋ ਗੁਆਂਢੀ ਸੀ ਉਹਨਾਂ ਦੇ ਖੇਤਾਂ 'ਚ ਫਸਲ ਆ ਗਈ, ਪਰ ਇਹਦੇ ਖੇਤ ਵਿੱਚ ਫਸਲ ਦਾ ਇੱਕ ਪੌਦਾ ਤੱਕ ਨਹੀਂ ਆਇਆ। ਹੁਣ ਬੜਾ ਪਰੇਸ਼ਾਨ ਹੋ ਗਿਆ ਕਿ ਮੈਂ ਸਭ ਕੁਝ ਕਰ ਲਿਆ, ਸਭ ਕੁਝ ਕੀਤਾ, ਪਰ ਫਸਲ ਕਿਉਂ ਨਹੀਂ ਆਈ। ਆਂਢ ਗੁਆਂਢ ਦੇ ਖੇਤਾਂ ਦੇ ਵਿੱਚ ਫਸਲ ਲਹਿਲਹਾ ਰਹੀ ਹੈ, ਪਰ ਮੇਰੇ ਖੇਤ ਵਿੱਚ ਫਸਲ ਕਿਉਂ ਨਹੀਂ ਆਈ। ਪਾਣੀ ਵੀ ਦਿੱਤਾ, ਰਾਖੀ ਵੀ ਕੀਤੀ, ਜੋ ਵੀ ਨਿਯਮ ਹੁੰਦੇ ਮੈਂ ਸਾਰੇ ਨਿਯਮ ਕੀਤੇ, ਪਰ ਇੱਕ ਪੌਦਾ ਵੀ ਮੇਰੇ ਖੇਤ ਵਿੱਚੋਂ ਫਸਲ ਦਾ ਨਹੀਂ ਉੱਗਿਆ, ਪੈਦਾ ਨਹੀਂ ਹੋਇਆ। ਕਾਰਨ ਕੀ ਹੈ? ਬੱਚਾ ਬੜਾ ਪਰੇਸ਼ਾਨ ਹੈ, ਮੱਥੇ ਤੇ ਹੱਥ ਰੱਖ ਕੇ ਬੈਠਾ ਹੈ ਕਿ ਮੈਂ ਕੀ ਕਰਾਂ। ਮੈਨੂੰ ਕੋਈ ਸਮਝਾਉਣ ਵਾਲਾ ਵੀ ਹੈ ਨਹੀਂ ਕਿ ਕਾਰਨ ਕੀ ਹੈ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਫਸਲ ਕਿਉਂ ਨਹੀਂ ਉੱਗੀ। ਬੜਾ ਪਰੇਸ਼ਾਨ ਹੈ ਉਹ। ਤਾਂ ਹੁਣ ਤੁਹਾਨੂੰ ਪਤਾ ਕਾਰਨ ਕੀ ਹੈ। ਹੁਣ ਇਹੀ ਪ੍ਰਸ਼ਨ ਦਾ ਜਵਾਬ ਤੁਸੀਂ ਦੇਣਾ ਹੈ। ਬੱਚਾ ਪਰੇਸ਼ਾਨ ਹੈ, ਮੈਂ ਸਭ ਕੁਝ ਕੀਤਾ ਪਰ ਫਸਲ ਕਿਉਂ ਨਹੀਂ ਉੱਗੀ। ਜ਼ਰਾ ਸੋਚੋ, ਉਹਨੇ ਐਸਾ ਕਿਹੜਾ ਕੰਮ ਸੀ ਜੋ ਨਹੀਂ ਕੀਤਾ ਜਿਹਦੇ ਕਰਕੇ ਸਾਰੀ ਮਿਹਨਤ ਉਹਦੀ ਬੇਅਰਥ ਚਲੀ ਗਈ। ਫਸਲ ਕਿਉਂ ਨਹੀਂ ਉੱਗੀ ਉਹਦੇ ਖੇਤ ਵਿੱਚ? ਕੀ ਕਾਰਨ ਸੀ? ਜਵਾਬ ਦਿਓ। ਕਿਉਂਕਿ ਉਹਨਾਂ ਹਲ ਵੀ ਫੇਰਿਆ, ਸੁਹਾਗਾ ਵੀ ਦੇ ਦਿੱਤਾ, ਬਾਅਦ ਚੋਂ ਹਲ ਫੇਰਨ ਤੋਂ ਬਾਅਦ ਪਾਣੀ ਵੀ ਲਾ ਦਿੱਤਾ, ਰਾਖੀ ਵੀ ਕੀਤੀ, ਸਭ ਕੁਝ ਕੀਤਾ, ਪਰ ਜਿਹੜਾ ਸਭ ਤੋਂ ਜ਼ਰੂਰੀ ਕੰਮ ਸੀ ਉਹ ਕਰਨਾ ਉਹ ਭੁੱਲ ਗਿਆ। ਉਹਦੀ ਕੀਤੀ ਹੋਈ ਰਾਖੀ ਕਈਆਂ ਦਿਨਾਂ ਦੀ ਵਿਅਰਥ ਚਲੀ ਗਈ। ਉਹਦਾ ਲਾਇਆ ਹੋਇਆ ਪਾਣੀ ਬੇਅਰਥ ਚਲਾ ਗਿਆ, ਉਹਦਾ ਫੇਰਿਆ ਹੋਇਆ ਹਲ ਵਿਅਰਥ ਚਲਾ ਗਿਆ, ਉਹਦੀ ਦਿੱਤੀ ਹੋਈ ਸੁਹਾਗੀ ਵਿਅਰਥ ਚਲੀ ਗਈ। ਯਾਨੀ ਸਾਰੀ ਮਿਹਨਤ ਉਹਦੀ ਇੰਨੇ ਮਹੀਨਿਆਂ ਦੀ ਬੇਅਰਥ ਚਲੀ ਗਈ, ਬਸ ਇੱਕ ਗਲਤੀ ਦੇ ਕਾਰਨ। ਉਹ ਕਿਹੜੀ ਗਲਤੀ ਸੀ? ਇੱਕ ਵਾਰ ਦੁਬਾਰਾ ਦੱਸ ਦਿਓ। ਉਹਨੇ ਸਭ ਕੁਝ ਕੀਤਾ, ਪਰ ਸਭ ਤੋਂ ਵੱਡੀ ਗਲਤੀ ਸੀ ਬੀਜ ਪਾਣਾ ਭੁੱਲ ਗਿਆ ਸੀ। ਜਦੋਂ ਉਹਨੇ ਹਲ ਜੋਤਿਆ ਉਸ ਤੋਂ ਬਾਅਦ ਉਹਦਾ ਕਰਮ ਸੀ ਬੀਜ ਦਾ ਛੱਟਾ ਦੇਣਾ, ਯਾਨੀ ਬੀਜ ਖਿਲਾਰਨਾ। ਬੀਜ ਖਿਲਾਰਨ ਤੋਂ ਬਾਅਦ ਸੁਹਾਗੀ ਦਿੱਤੀ ਜਾਂਦੀ ਹੈ ਤਾਂ ਕਿ ਬੀਜ ਦੇ ਉੱਪਰ ਮਿੱਟੀ ਆ ਜਾਵੇ ਔਰ ਚਿੜੀਆਂ ਜਾਂ ਜਾਨਵਰ ਜਾਂ ਪੰਛੀ ਉਹ ਬੀਜ ਨੂੰ ਖਰਾਬ ਨਾ ਕਰਨ। ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਚੱਲਦਾ ਹੈ ਪਾਣੀ ਦੇਣ ਦਾ, ਰਾਖੀ ਕਰਨ ਦਾ, ਉਹ ਬਾਅਦ ਵਿੱਚ ਹੈ, ਪਰ ਪਹਿਲਾਂ ਹੁੰਦਾ ਹੈ ਬੀਜ ਜ਼ਰੂਰੀ ਹੈ। ਕਿਉਂਕਿ ਜਦ ਤੱਕ ਬੀਜ ਨਹੀਂ ਜ਼ਮੀਨ 'ਚ ਜਾਏਗਾ ਉਦੋਂ ਤੱਕ ਫਸਲ ਤਿਆਰ ਨਹੀਂ ਹੋਏਗੀ। ਹੁਣ ਉਹ ਲੜਕਾ ਪਰੇਸ਼ਾਨ ਬੈਠਾ ਹੈ। ਜਦ ਨੂੰ ਉੱਥੋਂ ਦੀ ਇੱਕ ਫਕੀਰ ਗੁਜ਼ਰੇ। ਜਦੋਂ ਫਕੀਰ ਗੁਜ਼ਰੇ, ਫਕੀਰਾਂ ਨੇ ਉਹਦੀ ਪਰੇਸ਼ਾਨੀ ਨੂੰ ਦੇਖਿਆ ਤਾਂ ਫਕੀਰ ਉਹਦੇ ਕੋਲ ਗਏ। ਕਹਿੰਦੇ ਬੇਟਾ ਕੀ ਗੱਲ ਹੋ ਗਈ? ਦੇਖਿਆ ਕਿ ਮਾਸੂਮ ਜਿਹਾ ਬੱਚਾ ਹੈ, ਬੜਾ ਪਰੇਸ਼ਾਨ ਹੈ, ਬੜਾ ਦੁਖੀ ਹੈ। ਪੁੱਛਿਆ ਬੇਟਾ ਕੀ ਗੱਲ ਹੋਈ? ਬੱਚੇ ਨੇ ਸਾਰੀ ਹੀ ਗੱਲ ਦੱਸ ਦਿੱਤੀ। ਕਹਿੰਦਾ ਮਹਾਰਾਜ ਆਹ ਪਰੇਸ਼ਾਨੀ ਹੈ, ਮੈਂ ਆਹ ਕੀਤਾ, ਆਹ ਵੀ ਕੰਮ ਕੀਤਾ, ਏਦਾਂ ਵੀ ਕੀਤਾ, ਉੱਦਾਂ ਵੀ ਕੀਤਾ। ਸਾਰੀ ਕਹਾਣੀ ਉਹਨੇ ਦੱਸ ਦਿੱਤੀ ਜਿੱਦਾਂ ਜਿੱਦਾਂ ਉਸਨੇ ਮਿਹਨਤ ਕੀਤੀ ਸੀ। ਔਰ ਨਾਲ ਕਹਿਣ ਲੱਗਾ ਮਹਾਰਾਜ ਪਤਾ ਨਹੀਂ ਉਹ ਪ੍ਰਮਾਤਮਾ ਨੂੰ ਕੀ ਉਹਦੀ ਮੌਜ ਹੈ, ਕੀ ਮਰਜ਼ੀ ਹੈ। ਸਾਰਿਆਂ ਦੇ ਖੇਤਾਂ 'ਚ ਫਸਲ ਉੱਗੀ, ਮੇਰੇ ਖੇਤ 'ਚ ਫਸਲ ਹੀ ਹੈ ਨਹੀਂ। ਪਤਾ ਨਹੀਂ ਪਰਮਾਤਮਾ ਦੀ ਕੀ ਮੌਜ ਹੈ। ਜਦੋਂ ਹੁਣ ਸਾਰੀ ਗੱਲ ਸੁਣੀ ਤਾਂ ਉਸ ਵੇਲੇ ਫਕੀਰਾਂ ਨੇ ਵੀ ਇਹੀ ਗੱਲ ਕਹੀ। ਕਹਿੰਦੇ ਬੇਟਾ ਤੂੰ ਸਭ ਕੁਝ ਤਾਂ ਕੀਤਾ ਪਰ ਇੱਕ ਕੰਮ ਕਰਨਾ ਭੁੱਲ ਗਿਆ। ਉਹ ਕਿਹੜਾ ਸੀ? ਦੁਬਾਰਾ ਦੁਹਰਾ ਦਿਓ। ਬੀਜ ਬੋਣਾ ਭੁੱਲ ਗਿਆ ਤੂੰ, ਬੀਜ ਬੋਣਾ ਭੁੱਲ ਗਿਆ। ਹੁਣ ਪਹਿਲਾਂ ਤੁਹਾਨੂੰ ਨੰਬਰ ਦੇ ਦਈਏ ਕਿ ਕਹਾਣੀ ਦੇ ਵਿੱਚ ਜੋ ਕੁਐਸਚਨ ਸੀ ਤੁਸੀਂ ਸਹੀ ਜਵਾਬ ਦਿੱਤਾ, ਇਹਦਾ ਮਤਲਬ ਤੁਹਾਡਾ ਧਿਆਨ ਸਤਸੰਗ ਵੱਲ ਹੈ। ਹੁਣ ਇਸੇ ਤਰ੍ਹਾਂ ਅੱਗੇ ਵੀ ਪੂਰਾ ਧਿਆਨ ਸਤਸੰਗ ਨਾਲ ਜੋੜ ਕੇ ਰੱਖਣਾ ਹੈ, ਕਿਉਂਕਿ ਅੱਜ ਬਹੁਤ ਕੁਝ ਸਮਝਣਾ ਹੈ, ਅਸੀਂ ਬਹੁਤ ਕੁਝ ਸਮਝ ਕੇ ਜਾਣਾ ਹੈ ਤਾਂ ਕਿ ਸਾਡੀ ਜ਼ਿੰਦਗੀ 'ਚ ਵੀ ਬਦਲਾਅ ਆਵੇ। ਹੁਣ ਫਕੀਰਾਂ ਨੇ ਉਹਨੂੰ ਕਿਹਾ ਬੇਟਾ ਤੂੰ ਸਭ ਕੁਝ ਕੀਤਾ,
ਇੰਨੀ ਮਿਹਨਤ ਕੀਤੀ ਪਰ ਤੇਰੀ ਸਾਰੀ ਮਿਹਨਤ ਵਿਅਰਥ ਚਲੀ ਗਈ, ਕਿਉਂਕਿ ਸਭ ਤੋਂ ਜ਼ਰੂਰੀ ਕੰਮ ਕਰਨਾ ਭੁੱਲ ਗਿਆ, ਤੂੰ ਬੀਜ ਪਾਣਾ ਭੁੱਲ ਗਿਆ। ਤਾਂ ਬੱਚੇ ਨੇ ਕਿਹਾ ਜੀ ਮੈਂ ਬਾਪ ਨੂੰ ਕਦੀ ਬੀਜ ਪਾਉਂਦਿਆਂ ਦੇਖਿਆ ਹੀ ਨਹੀਂ ਸੀ, ਮੈਂ ਬਾਪ ਨੂੰ ਕਦੀ ਬੀਜ ਪਾਉਂਦਿਆਂ ਦੇਖਿਆ ਹੀ ਨਹੀਂ ਸੀ। ਮੈਂ ਹੋਰ ਸਭ ਕੁਝ ਕਰਦਿਆਂ ਬਾਪ ਨੂੰ ਦੇਖਿਆ ਸੀ ਕਿ ਬਾਪ ਹਲ ਲੈ ਕੇ ਜਾਂਦਾ ਸੀ ਘਰੋਂ, ਇਦਾਂ ਬੈਲਾਂ ਦੇ ਉੱਪਰ ਲਾ ਲੈਂਦਾ ਸੀ। ਫਿਰ ਮੈਂ ਕਈ ਵਾਰ ਰੋਟੀ ਲੈ ਕੇ ਆਣੀ ਬਾਪ ਵਾਸਤੇ, ਦੇਖਣਾ ਕਿ ਉਹ ਸੁਹਾਗੀ ਦੇ ਰਿਹਾ ਹੈ, ਹਲ ਵਾਹ ਰਿਹਾ ਹੈ, ਪਾਣੀ ਲਾ ਰਿਹਾ, ਕਦੀ ਰਾਖੀ ਤੇ ਬੈਠਾ ਹੈ। ਪਰ ਆ ਬੀਜ ਇਹ ਮੈਂ ਕਦੀ ਦੇਖਿਆ ਹੀ ਨਹੀਂ, ਕਿਉਂਕਿ ਇਹ ਕੁਦਰਤ ਸੀ ਕਿ ਜਦੋਂ ਬਾਪ ਬੀਜ ਦਾ ਛੱਟਾ ਦਿੰਦਾ ਸੀ ਖੇਤ ਵਿੱਚ, ਉਦੋਂ ਬੱਚਾ ਆਪਣੀ ਖੇਲ ਮौज ਮਸਤੀ 'ਚ ਲੱਗਾ ਹੁੰਦਾ ਸੀ, ਕਿਉਂਕਿ ਬਾਪ ਨੇ ਇੱਕ ਟਾਈਮ ਰੱਖਿਆ ਹੁੰਦਾ ਸੀ, ਇੰਨੇ ਵਜੇ ਰੋਟੀ ਲੈ ਕੇ ਆ ਜਾਈਂ, ਇੰਨੇ ਵਜੇ ਆਹ ਚੀਜ਼ ਲੈ ਕੇ ਆ ਜਾਈਂ। ਹੁਣ ਜਦੋਂ ਫਕੀਰਾਂ ਨੇ ਉਸ ਬੱਚੇ ਨੂੰ ਸਮਝਾਇਆ ਕਿ ਬੇਟਾ ਜੇ ਫਸਲ ਚਾਹੀਦੀ ਹੈ ਤਾਂ ਜਿੱਦਾਂ ਤੂੰ ਬਾਕੀ ਮਿਹਨਤ ਕੀਤੀ ਹੈ ਉਹਦੇ ਨਾਲ ਨਾਲ ਬੀਜ ਬੋਣਾ ਵੀ ਜ਼ਰੂਰੀ ਹੈ, ਸੋ ਚੱਲ ਦੁਬਾਰਾ ਮਿਹਨਤ ਕਰੀਏ। ਹੁਣ ਆ ਜਿਹੜਾ ਮੌਸਮ ਚੱਲ ਰਿਹਾ ਹੈ ਇਹ ਇਸ ਫਸਲ ਦਾ ਹੈ, ਕਿਉਂਕਿ ਹਰ ਫਸਲ ਦਾ ਇੱਕ ਮੌਸਮ ਹੁੰਦਾ ਹੈ, ਕਦੀ ਕਣਕ ਦਾ ਆ ਗਿਆ, ਕਦੀ ਮੱਕੀ ਦਾ ਆ ਗਿਆ, ਤੁਸੀਂ ਦੇਖਦੇ ਹੋ ਨਾ। ਉਹ ਫਿਰ ਮੌਸਮ ਦੇ ਹਿਸਾਬ ਨਾਲ ਬੀਜ ਬੋਇਆ ਜਾਂਦਾ ਹੈ ਤਾਂ ਫਿਰ ਉਹ ਫਸਲ ਉਗਦੀ ਹੈ। ਤਾਂ ਫਿਰ ਫਕੀਰਾਂ ਨੇ ਦੱਸਿਆ ਕਿ ਇਸ ਵਾਰ ਹੁਣ ਜਿਹੜਾ ਮੌਸਮ ਚੱਲ ਰਿਹਾ ਹੈ ਉਹ ਇਸ ਫਸਲ ਦਾ ਹੈ, ਜਾਂ ਇਸ ਫਸਲ ਦੇ ਬੀਜ ਲੈ ਕੇ ਆ। ਬੀਜ ਲਿਆਂਦੇ ਬੱਚੇ ਨੇ, ਫਕੀਰਾਂ ਨੇ ਕੋਲ ਖੜ ਕੇ ਦੁਬਾਰਾ ਉਹਨੇ ਕਿਹਾ ਕਿ ਹੁਣ ਹਲ ਜੋਤ। ਹੁਣ ਬੱਚਾ ਹਲ ਜੋਤ ਰਿਹਾ ਹੈ ਤਾਂ ਫਕੀਰ ਮਗਰ ਮਗਰ ਬੀਜਾਂ ਦਾ ਛਿੱਟਾ ਦੇ ਰਹੇ ਹੈ, ਯਾਨੀ ਬੀਜ ਕੇਰ ਰਹੇ ਹੈ। ਦੇਖਦੇ ਹੋ ਨਾ ਤੁਸੀਂ, ਜਿੱਦਾਂ ਦੱਸਿਆ ਪਹਿਲੇ ਸਮੇਂ 'ਚ, ਅੱਗੇ ਅੱਗੇ ਇੱਕ ਨੇ ਲੈ ਕੇ ਜਾਣਾ ਹਲ ਨੂੰ ਤਾਂ ਪਿੱਛੇ ਦੂਜੇ ਨੇ ਬੀਜ ਦਾ ਛਿੱਟਾ ਦਿੰਦੇ ਚਲੇ ਜਾਣਾ। ਹੁਣ ਫਕੀਰ ਮਗਰ ਮਗਰ ਬੀਜ ਖਿਲਾਰਦੇ ਜਾ ਰਹੇ ਹੈ। ਇਸੇ ਤਰ੍ਹਾਂ ਪੂਰੇ ਖੇਤ ਵਿੱਚ ਕੀਤਾ ਗਿਆ। ਫਿਰ ਹੋਰ ਜੋ ਪ੍ਰੋਸੀਜਰ ਸੀ ਉਹ ਪੂਰਾ ਕੀਤਾ ਗਿਆ। ਜਦੋਂ ਪੂਰਾ ਹੋ ਗਿਆ, ਫਿਰ ਜਦੋਂ ਵਕਤ ਆਇਆ, ਸਮਾਂ ਆਇਆ ਤਾਂ ਖੇਤ ਵਿੱਚੋਂ ਫਸਲ ਨਿਕਲੀ। ਹੁਣ ਜਦੋਂ ਖੇਤ ਵਿੱਚੋਂ ਫਸਲ ਨਿਕਲੀ, ਬੱਚਾ ਬੜਾ ਖੁਸ਼ ਔਰ ਦੌੜ ਕੇ ਫਕੀਰਾਂ ਕੋ ਗਿਆ, ਕਿਉਂਕਿ ਫਕੀਰ ਵੀ ਜੰਗਲ 'ਚ ਕੁਟੀਆਂ ਪਾ ਕੇ ਰਹਿੰਦੇ ਸੀ। ਦੌੜ ਕੇ ਫਕੀਰਾਂ ਕੋ ਗਿਆ, ਬੜਾ ਖੁਸ਼ ਹੈ, ਕਹਿੰਦਾ ਮਹਾਰਾਜ ਅੱਜ ਸਾਡੀ ਮਿਹਨਤ ਸਫਲ ਹੋ ਗਈ, ਕਿਉਂਕਿ ਹੁਣ ਮੇਰੇ ਖੇਤ ਵਿੱਚ ਪੌਦੇ ਨਿਕਲ ਰਹੇ ਹੈ। ਫਕੀਰ ਕਹਿੰਦੇ ਬੇਟਾ ਉਹ ਤਾਂ ਨਿਕਲਣਾ ਹੀ ਸੀ, ਕਿਉਂਕਿ ਜਦੋਂ ਮਿਹਨਤ ਕੀਤੀ ਜਾਵੇ, ਬੀਜ ਪਾਇਆ ਜਾਵੇ ਤਾਂ ਫਿਰ ਇਨਸਾਨ ਦੀ ਕੀਤੀ ਮਿਹਨਤ ਕਦੀ ਪ੍ਰਮਾਤਮਾ ਬੇਅਰਥ ਨਹੀਂ ਜਾਣ ਦਿੰਦਾ। ਹੁਣ ਜ਼ਰਾ ਸਮਝਣਾ, ਉਸ ਬੱਚੇ ਨੇ ਫਕੀਰਾਂ ਦਾ ਧੰਨਵਾਦ ਕੀਤਾ ਔਰ ਫਿਰ ਆਪਣੇ ਖੇਤ ਵਿੱਚ ਆ ਕੇ ਫਸਲ ਨੂੰ ਦੇਖ ਦੇਖ ਕੇ ਖੁਸ਼ ਹੋ ਰਿਹਾ ਹੈ। ਹੁਣ ਇਹ ਕਹਾਣੀ ਤਾਂ ਇੱਥੇ ਹੀ ਖਤਮ ਹੋ ਜਾਂਦੀ ਹੈ, ਪਰ ਆਓ ਹੁਣ ਵਕਤ ਆਇਆ ਹੈ ਇਸ ਕਹਾਣੀ ਦੀ ਗਹਿਰਾਈ ਨੂੰ ਸਮਝਣ ਦਾ। ਹੁਣ ਵਕਤ ਆ ਗਿਆ ਕਿ ਇਸ ਕਹਾਣੀ ਦੇ ਅੰਦਰ ਛੁਪੇ ਹੋਏ ਉਸ ਗਿਆਨ ਨੂੰ ਸਮਝਣ ਦਾ, ਜਿਹਦੇ ਨਾਲ ਇਹ ਸਾਡੀ ਪੂਰੀ ਜ਼ਿੰਦਗੀ, ਸਾਡਾ ਪੂਰਾ ਜੀਵਨ ਜੁੜਿਆ ਹੋਇਆ ਹੈ। ਹੁਣ ਜਰਾ ਸਮਝੀਏ ਕਿ ਜਿਸ ਤਰ੍ਹਾਂ ਉਹ ਬੱਚਾ, ਉਹਨੇ ਬਾਪ ਨੂੰ ਸਭ ਕੁਝ ਕਰਦਿਆਂ ਦੇਖਿਆ ਸੀ, ਹਲ ਜੋਤਦਿਆਂ, ਖੇਤ ਵਿੱਚ ਹਲ ਬਾਂਹਦਿਆਂ, ਸੁਹਾਗੀ ਦਿੰਦਿਆਂ, ਪਾਣੀ ਦਿੰਦਿਆਂ, ਰਾਖੀ ਕਰਦਿਆਂ, ਸਭ ਕੁਝ ਦੇਖਿਆ ਸੀ। ਇਸੇ ਤਰ੍ਹਾਂ ਇਨਸਾਨ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਬਹੁਤ ਕੁਝ ਕਰਦਿਆਂ ਦੇਖਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਮਾਤਾ ਪਿਤਾ ਆਫਿਸ ਜਾਂਦੇ ਆ, ਆਫਿਸ ਤੋਂ ਆਉਂਦੇ ਆ, ਔਰਤ ਘਰ ਦਾ ਕੰਮ ਕਰਦੀ ਹੈ, ਬਾਪ ਬਾਹਰਲਾ ਕੰਮ ਕਰਦਾ ਹੈ, ਬੱਚਾ ਬਹੁਤ ਕੁਝ ਦੇਖਦਾ ਹੈ ਆਪਣੇ ਜੀਵਨ ਦੇ ਵਿੱਚ। ਹੁਣ ਜਦੋਂ ਬੱਚਾ ਇਹਨਾਂ ਚੀਜ਼ਾਂ ਨੂੰ ਦੇਖਦਾ ਹੈ ਤਾਂ ਮਨ 'ਚ ਸੋਚ ਲੈਂਦਾ ਹੈ ਕਿ ਸ਼ਾਇਦ ਇਹੀ ਚੀਜ਼ਾਂ ਸਾਡੇ ਜੀਵਨ 'ਚ ਸੁੱਖ ਦਾ ਕਾਰਨ ਹੈ, ਕਿ ਮੈਨੂੰ ਅੱਛੀ ਨੌਕਰੀ ਮਿਲ ਜਾਵੇ ਤਾਂ ਮੇਰੇ ਜੀਵਨ 'ਚ ਸੁੱਖ ਆ ਜਾਏਗਾ, ਮੈਨੂੰ ਅੱਛੀ ਡਿਗਰੀ ਮਿਲ ਜਾਵੇ ਤਾਂ ਮੇਰੇ ਜੀਵਨ 'ਚ ਖੁਸ਼ੀ ਆ ਜਾਏਗੀ, ਮੈਨੂੰ ਅੱਛਾ ਆ ਮਿਲ ਜਾਵੇ, ਕਿਉਂਕਿ ਉਹ ਇਹੀ ਦੇਖ ਰਿਹਾ ਕਿ ਚਾਰੋਂ ਪਾਸੇ ਲੋਕ ਇਹੀ ਤਾਂ ਕਰ ਰਹੇ ਹੈ। ਪਰ ਫਿਰ ਇੱਕ ਵਕਤ ਆਉਂਦਾ ਹੈ ਜਦੋਂ ਬੱਚੇ ਨੂੰ ਅੱਛੀ ਨੌਕਰੀ ਮਿਲ ਜਾਂਦੀ ਹੈ। ਜਰਾ ਸਮਝਣਾ ਸਾਰੇ ਜੀ, ਹੁਣ ਬੱਚਾ ਜਵਾਨ ਹੋ ਗਿਆ, ਜਿੱਦਾਂ ਸਮਝ ਲਓ ਇੱਕ ਬੱਚਾ ਜਦੋਂ ਪਹਿਲੀ ਕਲਾਸ 'ਚ ਜਾਂਦਾ ਹੈ ਜਾਂ ਪਹਿਲੀ ਤੋਂ ਦੂਜੀ ਤੋਂ ਪੰਜਵੀਂ 'ਚ ਜਾਂਦਾ ਹੈ ਤਾਂ ਫਿਰ ਉਹਨੂੰ ਹੁੰਦੀ ਟੈਨਸ਼ਨ ਬੋਰਡ ਦੀ ਕਿ 10ਵੀਂ ਦਾ ਪੇਪਰ ਹੈ, ਇਹ ਪਾਸ ਹੋ ਜਾਵੇ ਬਸ ਟੈਨਸ਼ਨ ਖਤਮ। 10ਵੀਂ ਦਾ ਪਾਸ ਹੋ ਗਿਆ, ਫਿਰ ਆਉਂਦੀ ਹੈ ਪਲੱਸ 2 ਦੀ, ਇਹ ਪਾਸ ਹੋ ਜਾਵੇ ਤਾਂ ਸਾਰੀਆਂ ਟੈਨਸ਼ਨਾਂ ਖਤਮ। ਫਿਰ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ। ਜਦੋਂ ਕਾਲਜ 'ਚ ਜਾਂਦਾ ਹੈ ਤਾਂ ਫਿਰ ਹੁੰਦਾ ਅੱਛੀ ਨੌਕਰੀ ਮਿਲ ਜਾਏਗੀ ਨਾ ਤਾਂ ਮੇਰੀਆਂ ਸਾਰੀਆਂ ਟੈਨਸ਼ਨਾਂ ਖਤਮ। ਇਦਾਂ ਹੀ ਹੁੰਦਾ ਕਿ ਨਹੀਂ? ਜਰਾ ਸੋਚ ਕੇ ਦੇਖੋ ਆਪਣੀ ਜ਼ਿੰਦਗੀ ਬਾਰੇ। ਫਿਰ ਅੱਛੀ ਨੌਕਰੀ ਮਿਲ ਜਾਂਦੀ ਹੈ ਤਾਂ ਬੰਦਾ ਕਹਿੰਦਾ ਹੁਣ ਨੌਕਰੀ ਮਿਲ ਗਈ, ਬਸ ਹੁਣ ਅੱਛੀ ਲੜਕੀ ਮਿਲ ਜਾਵੇ ਜਾਂ ਅੱਛਾ ਲੜਕਾ ਮਿਲ ਜਾਵੇ, ਸ਼ਾਦੀ ਹੋ ਜਾਵੇ ਤਾਂ ਸਾਰੀਆਂ ਟੈਨਸ਼ਨਾਂ ਖਤਮ। ਯਾਨੀ ਜਿਹੜੀ ਚੀਜ਼ ਨਾਲ ਬੰਦਾ ਸੋਚਦਾ ਮੇਰੇ ਜੀਵਨ 'ਚ ਆਨੰਦ ਆਏਗਾ, ਖੁਸ਼ੀ ਆਏਗੀ, ਸ਼ਾਂਤੀ ਆਏਗੀ, ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਤਾਂ ਉਹਨੂੰ ਮਿਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਸੋਚਿਆ ਤਾਂ ਸੀ ਇਹਨੂੰ ਪ੍ਰਾਪਤ ਕਰਕੇ ਮੇਰੇ ਜੀਵਨ 'ਚ ਖੁਸ਼ੀ, ਸਕੂਨ, ਸ਼ਾਂਤੀ ਆਏਗੀ, ਪਰ ਆਇਆ ਤਾਂ ਹੈ ਹੀ ਨਹੀਂ।
ਫਿਰ ਧਿਆਨ ਅੱਗੇ ਚਲਾ ਜਾਂਦਾ ਹੈ। ਜਿੱਦਾਂ ਅਸੀਂ ਕਈ ਵਾਰੇ ਦੱਸੀਦਾ ਨਾ ਕਿ ਜਿਹੜਾ 10,000 ਕਮਾ ਰਿਹਾ ਉਹ ਕਹਿੰਦਾ 10,000 ਥੋੜਾ ਹੈ, 50,000 ਤਨਖਾਹ ਮਿਲੇ ਤਾਂ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ। ਪਰ ਜਿਹਦੀ 50,000 ਹੈ ਉਹਨੂੰ ਪੁੱਛ ਲਓ ਤੂੰ ਖੁਸ਼ ਹੈ, ਉਹਨਾਂ ਕਹਿਣਾ ਨਹੀਂ ਮੈਨੂੰ 1 ਲੱਖ ਚਾਹੀਦੀ ਹੈ। ਜਿਹਦੀ 1 ਲੱਖ ਹੈ ਉਹਨੂੰ ਪੁੱਛ ਕੇ ਦੇਖ ਲਓ ਤੂੰ ਖੁਸ਼ ਹੈ, ਉਹਨਾਂ ਕਹਿਣਾ ਨਹੀਂ ਜੀ 1 ਲੱਖ ਨਾਲ ਮੈਨੂੰ ਕਿੱਥੇ ਖੁਸ਼ੀ, ਮੈਨੂੰ ਤਾਂ 2 ਲੱਖ ਚਾਹੀਦੀ ਹੈ। ਯਾਨੀ ਜਿੱਥੇ ਬੰਦਾ ਹੈ ਉੱਥੇ ਸੰਤੁਸ਼ਟ ਨਹੀਂ ਹੈ, ਬੰਦੇ ਦੀ ਦੌੜ ਹਮੇਸ਼ਾ ਅੱਗੇ ਲੱਗੀ ਰਹਿੰਦੀ ਹੈ। ਹੁਣ ਜ਼ਰਾ ਸਮਝਣਾ ਸਾਰੇ ਜੀ, ਹੁਣ ਇਹ ਜ਼ਿੰਦਗੀ ਦਾ ਇਹ ਇੱਕ ਰਾਜ ਸਮਝਣਾ ਹੈ ਅਸੀਂ ਕਿ ਇਨਸਾਨ ਸੋਚਦਾ ਹੈ ਆ ਮਿਲ ਜਾਵੇ ਉਹ ਮਿਲ ਜਾਵੇ ਤਾਂ ਮੇਰੇ ਜੀਵਨ 'ਚ ਖੁਸ਼ੀਆਂ ਦੀ ਫਸਲ ਆਏਗੀ, ਮੇਰੇ ਜੀਵਨ 'ਚ ਸ਼ਾਂਤੀ ਦੀ ਫਸਲ ਆਏਗੀ, ਮੇਰੇ ਜੀਵਨ 'ਚ ਸਫਲਤਾ ਦੀ ਫਸਲ ਆਏਗੀ। ਪਰ ਜਿੰਨਾ ਮਰਜ਼ੀ ਇਨਸਾਨ ਨੂੰ ਦੁਨੀਆ ਦਾ ਪਦਾਰਥ ਮਿਲ ਜਾਵੇ, ਦੁਨੀਆ ਦਾ ਧਨ ਮਿਲ ਜਾਵੇ, ਤਾਂ ਕਦੀ ਉਹ ਇਹ ਨਹੀਂ ਕਹਿੰਦਾ ਕਿ ਮੈਂ ਸਫਲ ਹੋ ਗਿਆ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਇੱਕ ਗੱਲ ਫਿਰ ਦੱਸਾਂਗੇ ਕਿ ਸਫਲਤਾ ਇਹਦੇ 'ਚ ਨਹੀਂ ਹੈ ਕਿ ਤੁਹਾਡੇ ਕੋਲ ਕਿੰਨੀਆਂ ਕੋਠੀਆਂ ਹੈ, ਸਫਲਤਾ ਇਹਦੇ 'ਚ ਨਹੀਂ ਹੈ ਤੁਹਾਡੇ ਕੋਲ ਕਿੰਨੀਆਂ ਗੱਡੀਆਂ ਹੈ, ਸਫਲਤਾ ਇਹਦੇ 'ਚ ਨਹੀਂ ਹੈ ਤੁਹਾਡੇ ਕੋਲ ਕਿੰਨਾ ਪੈਸਾ ਹੈ। ਸਫਲਤਾ ਤਾਂ ਇਹਦੇ ਵਿੱਚ ਹੈ ਤੁਹਾਡੇ ਜੀਵਨ 'ਚ ਖੁਸ਼ੀ ਕਿੰਨੀ ਹੈ, ਸ਼ਾਂਤੀ ਕਿੰਨੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਨਹੀਂ ਤਾਂ ਜ਼ਰਾ ਦੇਖੋ ਕਿ ਜਿਨ੍ਹਾਂ ਕੋਲ ਕੋਠੀਆਂ ਵੀ ਹੈ, ਪੈਸਾ ਵੀ ਹੈ, ਕਾਰਾਂ ਵੀ ਹੈ, ਪਰ ਜੀਵਨ 'ਚ ਸ਼ਾਂਤੀ ਨਹੀਂ ਹੈ, ਖੁਸ਼ੀ ਨਹੀਂ ਹੈ, ਤਾਂ ਉਹ ਵੀ ਕਈ ਵਾਰ ਆਪਣੀ ਜਾਨ ਪਰੇਸ਼ਾਨੀ 'ਚ ਦੇ ਦਿੰਦੇ ਹੈ। ਫਿਰ ਤਾਂ ਬੰਦਾ ਕਹੇ ਤੇਰੇ ਵਰਗਾ ਸਫਲ ਹੀ ਕੋਈ ਨਹੀਂ ਹੈ, ਤੇਰੇ ਕੋਲ ਕਾਰ ਵੀ ਹੈ, ਕੋਠੀ ਵੀ ਹੈ, ਮਕਾਨ ਵੀ ਹੈ, ਬੈਂਕ 'ਚ ਪੈਸਾ ਵੀ ਹੈ, ਪਰ ਫਿਰ ਵੀ ਤੂੰ ਜਾਨ ਦੇ ਰਿਹਾ ਹੈ, ਕਿਉਂ? ਉਹ ਤੇਰੇ ਵਰਗਾ ਤਾਂ ਸਫਲ ਹੀ ਕੋਈ ਨਹੀਂ ਹੈ। ਤਾਂ ਸਫਲਤਾ ਨਾ ਬੜੀਆਂ ਕੋਠੀਆਂ 'ਚ ਹੈ, ਨਾ ਧਨ ਦੇ ਵਿੱਚ ਹੈ, ਨਾ ਪਦਾਰਥਾਂ ਵਿੱਚ ਹੈ। ਸਫਲਤਾ ਤਾਂ ਇਨਸਾਨ ਦੇ ਅੰਦਰ ਦੀ ਸ਼ਾਂਤੀ ਦੇ ਵਿੱਚ ਹੈ, ਅੰਦਰਲੇ ਸਕੂਨ ਦੇ ਵਿੱਚ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਜਲਦ ਇਹ ਹੋਇਆ ਕਰੇਗਾ ਕਿ ਸਫਲਤਾ ਦਾ ਮਾਪ ਹੋਇਆ ਕਰੇਗਾ ਕਿ ਕਿਹੜਾ ਇਨਸਾਨ ਕਿੰਨਾ ਖੁਸ਼ ਹੈ, ਔਰ ਜਿਹੜਾ ਜਿੰਨਾ ਜ਼ਿਆਦਾ ਸ਼ਾਂਤ ਹੈ, ਖੁਸ਼ ਹੈ, ਆਨੰਦ ਨਾਲ ਭਰਪੂਰ ਹੈ, ਉਨਾ ਜ਼ਿਆਦਾ ਉਹ ਸਫਲ ਹੈ। ਹੁਣ ਤੁਹਾਨੂੰ ਇੱਥੇ ਇੱਕ ਸਵਾਲ ਪੁੱਛੀਏ, ਸਮਝ ਲਓ ਇੱਕ ਪਾਸੇ ਸੀ ਸਿਕੰਦਰ ਬਾਦਸ਼ਾਹ ਜਿਹਨਾਂ ਪੂਰੀ ਦੁਨੀਆ ਜਿੱਤੀ, ਪੂਰੀ ਦੁਨੀਆ ਤੇ ਉਹਦਾ ਰਾਜ ਸੀ। ਇਹ ਮੰਨਦੇ ਹੋ ਕਿ ਨਹੀਂ, ਸੁਣਦੇ ਹੋ ਕਿ ਨਹੀਂ? ਸਿਕੰਦਰ ਨੇ ਪੂਰੀ ਦੁਨੀਆ ਜਿੱਤੀ। ਹੁਣ ਤੁਸੀਂ ਸਿਕੰਦਰ ਨੂੰ ਸਫਲ ਕਹੋਗੇ? ਜੇ ਸਿਕੰਦਰ ਨੇ ਪੂਰੀ ਦੁਨੀਆ ਜਿੱਤੀ, ਪੂਰੀ ਦੁਨੀਆ ਦਾ ਧਨ ਉਹਦੇ ਕੋਲ ਸੀ, ਪੂਰੀ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਸੈਨਾ ਉਹਦੇ ਕੋਲ ਸੀ, ਇਸ ਲਈ ਸਿਕੰਦਰ ਸਫਲ। ਹੁਣ ਇੱਕ ਪਾਸੇ ਸਿਕੰਦਰ ਪੂਰੀ ਦੁਨੀਆ ਦਾ ਬਾਦਸ਼ਾਹ ਖੜਾ ਹੋਵੇ, ਔਰ ਇੱਕ ਪਾਸੇ ਖੜਾ ਕਰ ਦਈਏ ਮਹਾਤਮਾ ਬੁੱਧ ਨੂੰ, ਜਿਨ੍ਹਾਂ ਦੇ ਕੋਲ ਕੋਈ ਦੁਨੀਆ ਦੀ ਦੌਲਤ ਨਹੀਂ ਹੈ, ਕੋਈ ਸੈਨਾ ਨਹੀਂ ਹੈ, ਕੋਈ ਉਹਨਾਂ ਕੋਲ ਦੁਨੀਆ ਦਾ ਪਦਾਰਥ ਨਹੀਂ ਹੈ। ਜਾਂ ਅਸੀਂ ਖੜੇ ਕਰ ਲਈਏ ਸ਼੍ਰੀ ਗੁਰੂ ਨਾਨਕ ਦੇਵ ਜੀ, ਜਾਂ ਖੜੇ ਕਰ ਲਈਏ ਸ਼੍ਰੀ ਗੁਰੂ ਰਵਿਦਾਸ ਜੀ, ਯਾਨੀ ਉਹ ਗੁਰੂ ਰਹਿਬਰ, ਉਹ ਪਿਆਰਿਆਂ ਨੂੰ ਖੜੇ ਕਰ ਲਈਏ ਇੱਕ ਪਾਸੇ, ਤਾਂ ਫਿਰ ਕੋਈ ਪੁੱਛੇ ਤੁਹਾਨੂੰ ਦੱਸੋ ਸਫਲ ਕੌਣ ਹੈ, ਆ ਸਿਕੰਦਰ ਜਾਂ ਆ ਸਾਡੇ ਗੁਰੂ ਰਹਿਬਰ? ਤਾਂ ਕੀ ਜਵਾਬ ਆਏਗਾ ਅੰਦਰੋਂ? ਸਫਲ ਕੌਣ ਹੈ? ਉਹ ਕਹਿੰਦਾ ਸਿਕੰਦਰ ਤਾਂ ਜਦੋਂ ਮਰਿਆ ਰੋਂਦਾ ਗਿਆ, ਆਪਣੇ ਹੱਥ ਵੀ ਉਹਨਾਂ ਕਫਨ ਤੋਂ ਬਾਹਰ ਕੱਢ ਦਿੱਤੇ ਕਿ ਮੈਂ ਖਾਲੀ ਆਇਆ ਸੀ, ਖਾਲੀ ਜਾ ਰਿਹਾ ਹਾਂ। ਅਸਲੀ ਸਫਲਤਾ ਤਾਂ ਆ ਗੁਰੂਆਂ, ਰਹਿਬਰਾਂ, ਸੰਤਾਂ ਦੀ ਜ਼ਿੰਦਗੀ ਦੀ ਹੈ ਕਿ ਇਹਨਾਂ ਦੇ ਕੋਲ ਉਹ ਧਨ ਹੈ, ਉਹ ਸ਼ਾਂਤੀ ਹੈ, ਉਹ ਆਨੰਦ ਹੈ ਕਿ ਆਪ ਵੀ ਆਨੰਦ ਦਾ ਜੀਵਨ ਜੀ ਰਹੇ ਔਰ ਸਭ ਨੂੰ ਆਨੰਦ ਦੇ ਭੰਡਾਰ ਦੇ ਰਹੇ, ਔਰ ਇਹੀ ਗੱਲ ਕਹਿ ਰਹੇ ਕਿ ਜਦੋਂ ਜਾਣਾ ਆ ਤਾਂ ਉੱਥੇ ਵੀ ਆਨੰਦ ਹੀ ਹੈ। ਅਸੀਂ ਕਹਾਂਗੇ ਇਹਨਾਂ ਦੀ ਜ਼ਿੰਦਗੀ ਸਫਲ ਹੈ। ਇਸ ਲਈ ਜਿੱਦਾਂ ਜਿੱਦਾਂ ਇਨਸਾਨ ਦਾ ਗਿਆਨ ਵੱਧਦਾ ਚਲਾ ਜਾਏਗਾ, ਜਿੱਦਾਂ ਜਿੱਦਾਂ ਇਨਸਾਨ ਦੀ ਸਮਝ ਵੱਧਦੀ ਚਲੀ ਜਾਏਗੀ, ਉਦਾਂ ਉਦਾਂ ਜਿਹੜਾ ਸਫਲਤਾ ਦਾ ਮਾਇਨਾ ਵੀ ਬਦਲਦਾ ਜਾਏਗਾ। ਇਹ ਵੀ ਯਾਦ ਰੱਖਣਾ। ਅੱਜ ਕਿਹਨੂੰ ਸਫਲ ਮੰਨਿਆ ਜਾਂਦਾ? ਜੇ ਕੋਈ ਪੈਸਾ ਹੈ, ਨੌਕਰ ਹੈ, ਚਾਕਰ ਹੈ, ਕੋਠੀ ਹੈ, ਬੰਦਾ ਕਹਿੰਦਾ ਬੜਾ ਸਫਲ ਇਨਸਾਨ ਹੈ। ਪਰ ਜਿੱਦਾਂ ਜਿੱਦਾਂ ਇਨਸਾਨ ਦੀ ਸਮਝ ਵਧੇਗੀ ਨਾ, ਤਾਂ ਉਹਨੂੰ ਇਹ ਵੀ ਪਤਾ ਲੱਗੇਗਾ ਕਿ ਸਫਲਤਾ ਨੌਕਰ, ਚਾਕਰ, ਮਹਿਲ ਚਵਾਰਿਆਂ 'ਚ ਨਹੀਂ ਹੈ। ਸਾਡੀਆਂ ਨਜ਼ਰਾਂ 'ਚ ਆਉਣ ਵਾਲੇ ਸਮੇਂ 'ਚ ਉਹਨੂੰ ਸਫਲ ਮੰਨਿਆ ਜਾਏਗਾ ਕਿ ਜਿਹੜੇ ਅੰਦਰ ਆਨੰਦ ਹੋਏਗਾ, ਖੁਸ਼ੀ ਹੋਏਗੀ, ਸ਼ਾਂਤੀ ਹੋਏਗੀ ਕਿ ਭਾਈ ਇਹਨਾਂ ਪਰਮਾਨੰਦ ਨੂੰ ਪਾ ਲਿਆ, ਇਹ ਹੈ ਸਫਲ। ਜ਼ਰਾ ਸਮਝੋ ਸਾਰੇ। ਇਸ ਲਈ ਹੁਣ ਇਹ ਕਹਾਣੀ ਸਾਨੂੰ ਕੀ ਗਿਆਨ ਦਿੰਦੀ ਹੈ ਕਿ ਬੱਚੇ ਨੇ ਸਭ ਕੁਝ ਕਰ ਲਿਆ, ਖੇਤ ਵਿੱਚ ਹਲ ਵੀ ਜੋਤ ਲਿਆ, ਸੁਹਾਗਾ ਵੀ ਦੇ ਦਿੱਤਾ, ਪਾਣੀ ਵੀ ਦੇ ਦਿੱਤਾ, ਰਾਖੀ ਵੀ ਕਰ ਲਈ, ਪਰ ਫਿਰ ਵੀ ਫਸਲ ਨਹੀਂ ਉੱਗੀ। ਅੱਜ ਇਸੇ ਤਰ੍ਹਾਂ ਇਨਸਾਨ ਵੀ ਜੀਵਨ 'ਚ ਸਭ ਕੁਝ ਕਰਦਾ ਹੈ, ਪਰ ਫਿਰ ਵੀ ਇਨਸਾਨ ਦੇ ਜੀਵਨ 'ਚ ਸ਼ਾਂਤੀ, ਆਨੰਦ, ਖੁਸ਼ੀ ਨਹੀਂ ਆਉਂਦੀ। ਬੰਦਾ ਕਹਿੰਦਾ ਮੈਂ ਆ ਵੀ ਕਰ ਲਿਆ, ਮੈਂ ਉਹ ਵੀ ਕਰ ਲਿਆ, ਚੰਗਾ ਖਾ ਕੇ ਵੀ ਦੇਖ ਲਿਆ, ਚੰਗਾ ਕੱਪੜਾ ਪਾ ਕੇ ਵੀ ਦੇਖ ਲਿਆ, ਚੰਗਾ ਮਕਾਨ ਵੀ ਦੇਖ ਲਿਆ, ਸਭ ਕੁਝ ਦੇਖ ਲਿਆ ਮੈਂ, ਪਰ ਫਿਰ ਵੀ ਸਭ ਕੁਝ ਕਰਨ ਦੇ ਬਾਵਜੂਦ ਵੀ ਮੇਰੇ ਜੀਵਨ 'ਚ ਖੁਸ਼ੀ ਕਿਉਂ ਨਹੀਂ ਹੈ? ਸਭ ਕੁਝ ਕਰਨ ਦੇ ਬਾਵਜੂਦ ਵੀ ਮੇਰੇ ਜੀਵਨ 'ਚ ਸ਼ਾਂਤੀ, ਆਨੰਦ ਕਿਉਂ ਨਹੀਂ ਹੈ? ਅੱਜ ਹੋ ਰਿਹਾ ਕਿ ਨਹੀਂ ਏਦਾਂ? ਹੁਣ ਜਿੱਥੇ
ਗਲਤੀ ਉਹ ਬੱਚਾ ਕਰ ਰਿਹਾ ਸੀ ਕਿ ਉਹਨਾਂ ਸਭ ਕੁਝ ਕੀਤਾ, ਪਰ ਫਸਲ ਨੂੰ ਉਗਾਉਣ ਵਾਸਤੇ ਜੋ ਜ਼ਰੂਰੀ ਸੀ ਉਹ ਕੀ ਸੀ? ਬੀਜ। ਉਹ ਬੀਜ ਪਾਣਾ ਭੁੱਲ ਗਿਆ, ਕਿਉਂਕਿ ਬੀਜ ਤੋਂ ਬਿਨਾ ਪੌਦਾ ਕਿੱਦਾਂ ਉੱਗੇ। ਇਸੇ ਤਰ੍ਹਾਂ ਇਨਸਾਨ ਵੀ ਜੀਵਨ ਦੇ ਅੰਦਰ ਖੁਸ਼ੀ ਦੀ ਖਾਤਰ, ਆਨੰਦ ਦੀ ਖਾਤਰ ਹੋਰ ਸਭ ਕੁਝ ਕਰਦਾ ਹੈ, ਸਾਰੀਆਂ ਦੌੜਾਂ ਦੌੜਦਾ ਹੈ, ਕੰਮ ਦੀ ਦੌੜ, ਕਾਰੋਬਾਰ ਦੀ ਦੌੜ, ਪਰਿਵਾਰ ਦੀ ਦੌੜ, ਰਿਸ਼ਤੇਦਾਰਾਂ ਦੀ ਦੌੜ, ਸਭ ਕੁਝ ਕਰਦਾ ਹੈ, ਪਰ ਫਿਰ ਵੀ ਉਹਦੇ ਜੀਵਨ 'ਚ ਖੁਸ਼ੀ ਕਿਉਂ ਨਹੀਂ ਆਉਂਦੀ? ਕਿਉਂਕਿ ਉਹ ਖੁਸ਼ੀਆਂ ਦਾ ਬੀਜ ਬੋਣਾ ਭੁੱਲ ਗਿਆ ਹੈ। ਔਰ ਖੁਸ਼ੀਆਂ ਦਾ ਬੀਜ ਕੀ ਹੈ? ਜ਼ਰਾ ਗੌਰ ਕਰੋ, ਖੁਸ਼ੀਆਂ ਦਾ ਬੀਜ ਕੀ ਹੈ? ਇਹਦੇ ਬਾਰੇ ਕਬੀਰ ਸਾਹਿਬ ਵੀ ਆਪਣੀ ਬਾਣੀ 'ਚ ਦੱਸਦੇ ਹੈ। ਕਬੀਰ ਸਾਹਿਬ ਕਹਿੰਦੇ ਆ, ਖੇਤ ਨਾ ਉਪਜੇ ਬੀਜ ਬਿਨ, ਕਬੀਰਾ ਖੇਤ ਨਾ ਉਪਜੇ ਬੀਜ ਬਿਨ, ਜਲ ਸੀਂਚੇ ਕਿਆ ਹੋਏ। ਜਰਾ ਸਮਝਣਾ, ਇੱਕ ਇੱਕ ਲਫ਼ਜ਼ ਤੇ ਗੌਰ ਕਰਨਾ ਕਬੀਰ ਸਾਹਿਬ ਦੇ ਇਹਨਾਂ ਵਚਨਾਂ ਤੇ। ਕਬੀਰ ਸਾਹਿਬ ਕਹਿੰਦੇ, ਕਬੀਰਾ ਖੇਤ ਨਾ ਉਪਜੇ ਬੀਜ ਬਿਨ, ਜਲ ਸੀਂਚੇ ਕਿਆ ਹੋਏ, ਸੁਖ ਨਾ ਮਿਲੇ ਗੁਰੂ ਯੁਕਤੀ ਬਿਨ, ਸੁਨ ਲੈ ਹੋ ਸਭ ਕੋਏ। ਕਬੀਰ ਸਾਹਿਬ ਨੇ ਬੜੀ ਕਲੀਅਰਲੀ, ਬੜੀ ਸਾਫ਼-ਸਾਫ਼ ਇਹ ਗੱਲ ਦੱਸ ਦਿੱਤੀ ਕਿ ਸੁਖ ਨਾ ਮਿਲੇ ਗੁਰੂ ਯੁਕਤੀ ਬਿਨ, ਸੁਨ ਲੈ ਹੋ ਸਭ ਕੋਏ। ਉਹ ਕਹਿੰਦੇ ਜਿਸ ਤਰ੍ਹਾਂ ਖੇਤ ਨਾ ਉਪਜੇ ਬੀਜ ਬਿਨ, ਜਲ ਸਿੰਚੇ ਕਿਆ ਹੋਏ, ਕਿ ਤੂੰ ਜਲ ਜਿੰਨਾ ਮਰਜੀ ਸਿੰਚੀ ਜਾ, ਯਾਨੀ ਜਿੰਨਾ ਮਰਜੀ ਖੇਤ ਨੂੰ ਪਾਣੀ ਲਾਈ ਜਾ, ਜਿੰਨੇ ਮਰਜੀ ਹੋਰ ਕੰਮ ਕਰੀ ਜਾ, ਪਰ ਜੇ ਬੀਜ ਨਹੀਂ ਪਾਏਗਾ ਤਾਂ ਖੇਤ ਕਦੀ ਉਪਜੇਗਾ ਨਹੀਂ, ਯਾਨੀ ਖੇਤ 'ਚ ਕਦੀ ਫਸਲ ਨਹੀਂ ਆਏਗੀ। ਇਸੇ ਤਰ੍ਹਾਂ ਕਬੀਰ ਸਾਹਿਬ ਦੱਸਦੇ ਆ ਕਿ ਤੂੰ ਜੀਵਨ 'ਚ ਹੋਰ ਜੋ ਕੁਝ ਮਰਜੀ ਕਰੀ ਜਾ, ਚੰਗਾ ਭੋਜਨ, ਚੰਗਾ ਕੱਪੜਾ, ਚੰਗਾ ਮਕਾਨ, ਚੰਗੇ ਪਦਾਰਥ, ਸਭ ਕੁਝ ਤੂੰ ਇਕੱਠਾ ਕਰ ਲੈ, ਪਰ ਜੇ ਤੇਰੇ ਜੀਵਨ 'ਚ ਯੁਕਤੀ ਨਹੀਂ ਹੋਏਗੀ, ਗੁਰੂ ਯੁਕਤੀ, ਤਾਂ ਬਿਨਾਂ ਗੁਰੂ ਯੁਕਤੀ ਤੋਂ, ਬਿਨਾਂ ਗੁਰੂ ਦੀ ਵਿਧੀ ਤੋਂ, ਬਿਨਾਂ ਗੁਰੂ ਦੇ ਗਿਆਨ ਤੋਂ, ਤਾਂ ਉਹ ਦੱਸਦੇ ਐ ਸੁਖ ਨਾ ਮਿਲੇ ਗੁਰੂ ਯੁਕਤੀ ਬਿਨ, ਸੁਨ ਲੈ ਹੋ ਸਭ ਕੋਏ। ਉਹ ਕਹਿੰਦੇ ਸਾਰੇ ਮੇਰੀ ਗੱਲ ਨੂੰ ਅੱਛੀ ਤਰ੍ਹਾਂ ਸਮਝ ਲਓ ਕਿ ਜਿਸ ਤਰ੍ਹਾਂ ਖੇਤ ਵਿੱਚ ਫਸਲ ਵਾਸਤੇ ਬੀਜ ਦਾ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਜੀਵਨ ਦੇ ਵਿੱਚ ਖੁਸ਼ੀ ਵਾਸਤੇ, ਸ਼ਾਂਤੀ ਵਾਸਤੇ, ਸੁਖ ਵਾਸਤੇ ਹੁਣੇ, ਸੁਖ ਵਾਸਤੇ ਗੁਰੂ ਦੀ ਯੁਕਤੀ ਦਾ ਹੋਣਾ ਜ਼ਰੂਰੀ ਹੈ, ਗੁਰੂ ਦੇ ਗਿਆਨ ਦਾ ਹੋਣਾ ਜ਼ਰੂਰੀ ਹੈ। ਹੁਣ ਜ਼ਰਾ ਗੌਰ ਕਰਨਾ, ਗੁਰੂ ਯੁਕਤੀ ਦਾ ਮਤਲਬ ਕੀ ਹੈ? ਜ਼ਰਾ ਇਸ ਨੂੰ ਵੀ ਸਮਝ ਲਈਏ, ਕਿਉਂਕਿ ਗੁਰੂ ਸਾਨੂੰ ਜੀਣ ਦੀ ਕਲਾ ਸਿਖਾਉਂਦਾ ਹੈ। ਗੁਰੂ ਸਾਨੂੰ ਉਹ ਯੁਕਤੀ ਦਿੰਦਾ ਹੈ ਜਿਹੜੀ ਯੁਕਤੀ ਸਾਨੂੰ ਬੜੀਆਂ ਬੜੀਆਂ ਮੁਸ਼ਕਿਲਾਂ ਚੋਂ ਕੱਢ ਲੈਂਦੀ ਹੈ, ਕਿਉਂਕਿ ਨਾਮ ਜਪਣ ਦੀ ਯੁਕਤੀ ਵੀ ਸਾਨੂੰ ਗੁਰੂ ਤੋਂ ਮਿਲਦੀ ਹੈ। ਕਿੱਦਾਂ ਧਿਆਨ ਕਰਨਾ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਈ ਵਾਰ ਇਨਸਾਨ ਕਿਤੇ ਦੇਖਦਾ ਕਿ ਆਹ ਸ਼ਬਦ ਲਿਖਿਆ ਹੋਇਆ ਹੈ। ਹੁਣ ਫਰਜ਼ ਕਰੋ ਇਨਸਾਨ ਨੇ ਪੜ੍ਹ ਲਿਆ ਕਿ ਕਬੀਰ ਸਾਹਿਬ ਨੇ ਰਾਮ ਰਾਮ ਜਪ ਕੇ ਉਹ ਮੰਜ਼ਿਲ ਨੂੰ ਪਾਇਆ, ਤਾਂ ਤੁਸੀਂ ਕੀ ਸੋਚਦੇ ਹੋ? ਤੁਸੀਂ ਪੜ੍ਹ ਲਿਆ ਕਿ ਕਬੀਰ ਸਾਹਿਬ ਨੇ ਰਾਮ ਰਾਮ ਜਪ ਕੇ ਮੰਜ਼ਿਲ ਨੂੰ ਪਾਇਆ, ਤਾਂ ਅਸੀਂ ਵੀ ਰਾਮ ਰਾਮ ਕਰਨਾ ਸ਼ੁਰੂ ਕਰ ਦਈਏ ਪੜ੍ਹ ਕੇ, ਤਾਂ ਸਾਨੂੰ ਉਹ ਮੰਜ਼ਿਲ ਮਿਲ ਜਾਏਗੀ? ਤਾਂ ਜ਼ਰਾ ਸੋਚੋ ਕਿ ਜਿੱਥੇ ਕਬੀਰ ਸਾਹਿਬ ਪਹੁੰਚੇ, ਔਰ ਰਾਮ ਰਾਮ ਕਿੰਨੇ ਲੋਕ ਜਪ ਰਹੇ ਆ, ਕੋਈ ਪਹੁੰਚਿਆ ਉੱਥੇ ਤੱਕ? ਹੁਣ ਇਹਦਾ ਮਤਲਬ ਕੀ ਹੈ ਕਿ ਸਿਰਫ ਪੜ੍ਹਨ ਦੇ ਨਾਲ, ਪੜ੍ਹ ਕੇ ਬੋਲਣ ਦੇ ਨਾਲ, ਸੁਣ ਕੇ ਕਰਨ ਦੇ ਨਾਲ ਹੀ ਸਾਨੂੰ ਮੰਜ਼ਿਲ ਨਹੀਂ ਮਿਲਦੀ। ਇੱਕ ਯੁਕਤੀ ਹੁੰਦੀ, ਇੱਕ ਵਿਧੀ ਹੁੰਦੀ ਹੈ ਕਿ ਕਿਸ ਤਰ੍ਹਾਂ ਸੁਰਤੀ ਨੂੰ ਅੰਦਰ ਜੋੜਨਾ ਹੈ, ਕਿਸ ਤਰ੍ਹਾਂ ਜ਼ਿੰਦਗੀ ਨੂੰ ਜੀਣਾ ਹੈ। ਇਹ ਜ਼ਿੰਦਗੀ ਦੇ ਕੁਝ ਨਿਯਮ, ਕੁਝ ਅਸੂਲ ਬਣਾਉਣੇ ਪੈਂਦੇ ਹੈ, ਕਿਉਂਕਿ ਗੱਲ ਯਾਦ ਰੱਖੋ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਹਰ ਸਕੂਲ, ਹਰ ਕਾਲਜ ਦੇ ਕੁਝ ਨਿਯਮ ਹੁੰਦੇ ਹੈ, ਹਰ ਯੂਨੀਵਰਸਿਟੀ ਦੇ ਕੁਝ ਨਿਯਮ ਹੁੰਦੇ ਹੈ, ਉਹਨਾਂ ਨਿਯਮਾਂ ਤੇ ਚੱਲ ਕੇ ਅਸੀਂ ਉਹਦਾ ਗਿਆਨ ਲੈ ਸਕਦੇ। ਇਸੇ ਤਰ੍ਹਾਂ ਪਰਮਾਤਮਾ ਨੂੰ ਪਾਣਾ ਹੈ ਤਾਂ ਪਰਮਾਨੰਦ ਦੇ ਵੀ ਕੁਝ ਨਿਯਮ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਅੱਜ ਇਨਸਾਨ ਬਾਹਰੋਂ ਤਾਂ ਰਾਮ ਰਾਮ ਕਰੀ ਜਾਵੇ, ਜਾਂ ਬਾਹਰੋਂ ਤਾਂ ਪਰਮਾਤਮਾ ਦਾ ਨਾਮ ਲਈ ਜਾਵੇ, ਅੱਲਾ ਅੱਲਾ ਕਰੀ ਜਾਵੇ, ਪਰ ਅੰਦਰੋਂ ਜੋ ਰੱਬ ਪਰਮਾਤਮਾ ਦੇ ਘਰ ਦੇ ਨਿਯਮ ਹੈ ਉਹਨਾਂ ਨੂੰ ਨਹੀਂ ਸਮਝੇਗਾ, ਉਸ ਨੂੰ ਨਹੀਂ ਅਪਣਾਏਗਾ, ਉਹ ਨਿਯਮ ਦੇ ਮੁਤਾਬਿਕ ਨਹੀਂ ਚਲੇਗਾ, ਤਾਂ ਕਦੀ ਵੀ ਉਸ ਆਨੰਦ ਤੱਕ ਉਹ ਪਹੁੰਚ ਨਹੀਂ ਪਾਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਪਰਮਾਤਮਾ ਦੇ ਘਰ ਦੇ ਨਿਯਮ ਕੀ ਹੈ? ਹੁਣ ਕੁਝ ਨਿਯਮ ਤਾਂ ਐਸੇ ਹੁੰਦੇ ਕਿ ਜਦੋਂ ਯੁਕਤੀ ਦਿੱਤੀ ਜਾਂਦੀ ਹੈ, ਯਾਨੀ ਉਹ ਸ਼ਬਦ ਦੇ ਬਾਰੇ ਸਮਝਾਇਆ ਜਾਂਦਾ, ਉਸ ਵੇਲੇ ਦੱਸੇ ਜਾਂਦੇ ਹੈ, ਪਰ ਕੁਝ ਨਿਯਮ ਐਸੇ ਹੈ ਜਿਹੜੇ ਜਗ ਜ਼ਾਹਿਰ ਹੈ। ਜਿੱਦਾਂ ਮਹਾਤਮਾ ਬੁੱਧ ਦੱਸਦੇ ਹੈ ਕਿ ਪ੍ਰਭੂ ਦੇ ਘਰ ਦਾ ਨਿਯਮ ਹੈ ਕਿ ਅਗਰ ਤੂੰ ਪ੍ਰਭੂ ਨੂੰ ਪਾਣਾ ਚਾਹੁੰਦਾ ਤਾਂ ਨਫ਼ਰਤ ਦਾ ਤਿਆਗ ਕਰ। ਇਹ ਵੀ ਇੱਕ ਨਿਯਮ ਹੈ, ਜਿੱਦਾਂ ਬੰਦਾ ਕਹਿੰਦਾ ਨਾ। ਹੁਣ ਤੁਸੀਂ ਦੇਖੋ, ਜਿੱਦਾਂ ਆਪਾਂ ਦੱਸਿਆ ਕਿਸੇ ਸਕੂਲ, ਕਿਸੇ ਕਾਲਜ ਜਾਣਾ, ਤੇ ਨਿਯਮ ਹੁੰਦਾ ਵਰਦੀ ਪਾਣੀ ਹੈ, ਆਹ ਕੱਪੜਾ ਪਾਣਾ ਹੈ, ਇੰਨੇ ਵਜੇ ਆਣਾ ਹੈ, ਇੰਨੇ ਵਜੇ ਆਹ ਕਰਨਾ ਹੈ। ਉਹ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਘਰ ਦੇ ਵੀ ਕੁਝ ਨਿਯਮ ਹੈ ਕਿ ਜੇ ਪ੍ਰਭੂ ਨੂੰ ਪਾਣਾ ਹੈ ਤਾਂ ਨਫ਼ਰਤ ਦਾ ਤਿਆਗ ਕਰ, ਜੇ ਪ੍ਰਭੂ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਤੇਰੀ ਜ਼ੁਬਾਨ ਤੋਂ ਕਿਸੇ ਦੀ ਨਿੰਦਿਆ ਨਹੀਂ ਨਿਕਲਣੀ ਚਾਹੀਦੀ।
ਜੇ ਪ੍ਰਮਾਤਮਾ ਨੂੰ ਪਾਣਾ ਹੈ ਤਾਂ ਤੇਰੇ ਅੰਦਰ ਕਿਸੇ ਵਾਸਤੇ ਈਰਖਾ ਨਹੀਂ ਹੋਣੀ ਚਾਹੀਦੀ, ਜਲਨ ਨਹੀਂ ਹੋਣੀ ਚਾਹੀਦੀ। ਕਿਉਂਕਿ ਕਿਸੇ ਨੂੰ ਤਰੱਕੀ ਕਰਦਾ ਦੇਖ ਕੇ, ਕਿਸੇ ਨੂੰ ਅੱਗੇ ਵਧਦਾ ਦੇਖ ਕੇ ਬੰਦਾ ਅੰਦਰੋਂ ਅੰਦਰ ਸੜਦਾ ਹੈ। ਤਾਂ ਜਿਹੜਾ ਅੰਦਰੋਂ ਅੰਦਰ ਸੜੀ ਜਾਂਦਾ ਹੈ, ਦੂਜੇ ਨੂੰ ਕਾਮਯਾਬ ਹੁੰਦਾ ਦੇਖ ਕੇ, ਉੱਤੇ ਕਦੀ ਵੀ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ। ਇਸ ਲਈ ਜ਼ਰਾ ਯਾਦ ਰੱਖਣਾ, ਇਸ ਤਰ੍ਹਾਂ ਦੇ ਕੁਝ ਨਿਯਮ ਹੈ ਕਿ ਜਦੋਂ ਉਹਨਾਂ ਨਿਯਮਾਂ ਦੇ ਮੁਤਾਬਿਕ ਅਸੀਂ ਆਪਣੇ ਜੀਵਨ ਨੂੰ ਚਲਾਉਂਦੇ ਹਾਂ ਤਾਂ ਫਿਰ ਅਸੀਂ ਪ੍ਰਮਾਤਮਾ ਦੇ ਨੇੜੇ ਹੋ ਜਾਂਦੇ ਹਾਂ, ਫਿਰ ਅਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਾਂ। ਉਹ ਨਿਯਮ ਵੀ ਸਾਨੂੰ ਗੁਰੂ ਦੱਸਦਾ ਹੈ, ਉਹ ਸੰਤ ਦੱਸਦੇ ਹੈ ਕਿ ਜਿਨ੍ਹਾਂ ਨੇ ਉਹ ਨਿਯਮਾਂ ਨੂੰ ਸਮਝ ਕੇ ਉਸ ਆਨੰਦ ਨੂੰ ਪ੍ਰਾਪਤ ਕੀਤਾ ਹੈ, ਫਿਰ ਸਾਨੂੰ ਉਹਨਾਂ ਨਿਯਮਾਂ ਦੇ ਅੰਦਰ ਚੱਲਣ ਬਾਰੇ ਉਹ ਸਮਝਾਉਂਦੇ ਆ ਤਾਂ ਕਿ ਅਸੀਂ ਵੀ ਉਸ ਆਨੰਦ ਤੱਕ ਪਹੁੰਚ ਸਕੀਏ। ਇਸ ਲਈ ਸਮਝਣਾ ਜ਼ਰਾ ਇਸ ਨੂੰ। ਇਸ ਲਈ ਗੁਰੂ ਜੋ ਸਾਨੂੰ ਯੁਕਤੀ ਦੇ ਜ਼ਰੀਏ ਹਰ ਮੁਸ਼ਕਿਲ ਦਾ ਹੱਲ ਦੱਸਦਾ ਹੈ, ਕਿਉਂਕਿ ਕਈ ਐਸੀਆਂ ਮੁਸ਼ਕਿਲਾਂ ਹੁੰਦੀਆਂ ਹੈ ਜਿਹਦਾ ਹੱਲ ਸਾਨੂੰ ਸਿਵਾਏ ਗੁਰੂ ਤੋਂ ਜਾਂ ਸਿਵਾਏ ਫਕਰਾਂ ਤੋਂ ਕੋਈ ਦੱਸ ਹੀ ਨਹੀਂ ਸਕਦਾ। ਜਿੱਦਾਂ ਇੱਥੇ ਇੱਕ ਛੋਟੀ ਜਿਹੀ ਕਹਾਣੀ ਦੱਸਾਂਗੇ ਤੁਹਾਨੂੰ, ਜਰਾ ਇਹ ਕਹਾਣੀ ਨੂੰ ਵੀ ਗੌਰ ਨਾਲ ਸੁਣਨਾ, ਕਿਉਂਕਿ ਇਹਦੇ ਵਿੱਚ ਵੀ ਇੱਕ ਸਵਾਲ ਹੈ। ਹੁਣ ਇਹ ਕਹਾਣੀ ਹੈ, ਇਹ ਵੀ ਕਹਾਣੀ ਇੱਕ ਕਿਸਾਨ ਦੀ ਹੈ, ਔਰ ਉਹ ਕਿਸਾਨ ਬੜਾ ਗਰੀਬ, ਪਰ ਉਸ ਕਿਸਾਨ ਦੀ ਇੱਕ ਨੌਜਵਾਨ ਬੇਟੀ ਜੋ ਬੜੀ ਖੂਬਸੂਰਤ ਸੀ, ਬੜੀ ਸੁੰਦਰ ਸੀ। ਹੁਣ ਇੱਕ ਦਿਨ ਉਹ ਕਿਸਾਨ ਇੱਕ ਸ਼ਾਹੂਕਾਰ ਦੇ ਕੋਲ ਗਿਆ, ਸ਼ਾਹੂਕਾਰ ਜਿਹਦੀ ਉਮਰ ਕੋਈ 50-55 ਸਾਲ ਦੀ। ਹੁਣ ਜਦੋਂ ਉਹ ਸ਼ਾਹੂਕਾਰ ਦੇ ਕੋਲ ਗਿਆ, ਆਪਣੀ ਬੇਟੀ ਨਾਲ ਉਹਨਾਂ ਸਲਾਹ ਕੀਤੀ, ਕਿਉਂਕਿ ਬਾਪ ਬੇਟੀ ਦੋਨੇ ਹੀ ਹੈ, ਕਿ ਬੇਟਾ ਇਸ ਵਾਰ ਮੈਂ ਸੋਚਦਾ ਹਾਂ ਕਿ ਸ਼ਾਹੂਕਾਰ ਤੋਂ ਥੋੜਾ ਕਰਜ਼ਾ ਲੈ ਕੇ ਆਪਣੀ ਜ਼ਮੀਨ 'ਚ ਫਸਲ ਬੀਜਾਂ, ਔਰ ਜਦੋਂ ਫਸਲ ਚੰਗੀ ਹੋਏਗੀ ਤਾਂ ਸ਼ਾਹੂਕਾਰ ਨੂੰ ਉਹਦਾ ਪੈਸਾ ਵਾਪਸ ਕਰ ਦੇਵਾਂਗੇ। ਤਾਂ ਬੇਟੀ ਨੇ ਕਿਹਾ, ਪਿਤਾ ਜੀ ਜੋ ਤੁਸੀਂ ਕਰਨਾ ਹੈ ਮੈਂ ਤੁਹਾਡੇ ਨਾਲ। ਹੁਣ ਇਹ ਗੱਲ ਜਦੋਂ ਸਲਾਹ ਹੋਈ ਦੋਨਾਂ 'ਚ, ਬਾਪ ਬੇਟੀ 'ਚ, ਤਾਂ ਬਾਪ ਅਗਲੇ ਦਿਨ ਹੀ ਸ਼ਾਹੂਕਾਰ ਦੇ ਕੋਲ ਚਲਾ ਗਿਆ, ਉਹ ਸੇਠ ਦੇ ਕੋਲ ਚਲਾ ਗਿਆ। ਸੇਠ ਨੇ ਜਦੋਂ ਦੇਖਿਆ ਉਸ ਗਰੀਬ ਕਿਸਾਨ ਨੂੰ, ਤਾਂ ਉਹ ਸ਼ਾਹੂਕਾਰ ਬੜਾ ਲਾਲਚੀ ਸੀ, ਉਹਦੀ ਨਜ਼ਰ ਹਮੇਸ਼ਾ ਲੋਕਾਂ ਦੀ ਜ਼ਮੀਨ ਤੇ ਮਕਾਨ ਤੇ ਰਹਿੰਦੀ ਸੀ ਕਿ ਕਿਸੇ ਤਰ੍ਹਾਂ ਕਰਜ਼ਾ ਦੇ ਕੇ ਫਿਰ ਇਦਾਂ ਦੇ ਹਾਲਾਤ ਬਣਾ ਦੇਵਾਂ ਕਿ ਉਹ ਆਪਣਾ ਕਰਜ਼ਾ ਮੋੜ ਨਾ ਸਕੇ, ਤਾਂ ਉਹਦੀ ਜ਼ਮੀਨ ਤੇ ਉਹਦੇ ਮਕਾਨ ਤੇ ਮੈਂ ਕਬਜ਼ਾ ਕਰ ਲਵਾਂ। ਇਸ ਤਰ੍ਹਾਂ ਲੋਕਾਂ ਦੀ ਜ਼ਮੀਨਾਂ ਹੜਪ ਹੜਪ ਕੇ ਉਹ ਧਨੀ ਅਮੀਰ ਬਣ ਗਿਆ ਸੀ। ਅੱਜ ਇਹ ਕਿਸਾਨ ਜਦੋਂ ਉਹਦੇ ਕੋਲ ਗਿਆ ਤਾਂ ਸ਼ਾਹੂਕਾਰ ਨੇ ਕਿਹਾ, ਕੋਈ ਫਿਕਰ ਨਾ ਕਰ, ਮੈਂ ਦੁਪਹਿਰ ਨੂੰ ਆਉਂਗਾ, ਤੇਰਾ ਘਰ ਤੇਰੀ ਜ਼ਮੀਨ ਦੇਖੂੰਗਾ, ਫਿਰ ਤੇਰਾ ਘਰ ਤੇਰੀ ਜ਼ਮੀਨ ਦੇਖਣ ਤੋਂ ਬਾਅਦ ਹੀ ਮੈਂ ਸੋਚੂੰਗਾ ਮੈਂ ਤੈਨੂੰ ਕਿੰਨਾ ਕਰਜ਼ਾ ਦੇ ਸਕਦਾ ਹਾਂ। ਇਹਦਾ ਮੁੱਲ ਘੱਟ ਹੋਵੇ, ਮੈਂ ਪੈਸਾ ਜ਼ਿਆਦਾ ਦੇ ਦੇਵਾਂ ਤਾਂ ਕੱਲ ਨੂੰ ਮੇਰਾ ਪੈਸਾ ਡੁੱਬੇਗਾ। ਜਿੱਦਾਂ ਅੱਜ ਕੱਲ ਤੁਸੀਂ ਦੇਖਦੇ ਹੋ ਬੈਂਕ ਚੋਂ ਲੋਨ ਲੈਣਾ ਹੋ ਤਾਂ ਬੈਂਕ ਵਾਲੇ ਪਹਿਲਾਂ ਜ਼ਮੀਨ ਦੇਖਦੇ ਆ, ਉਹਦਾ ਮੁੱਲ ਦੇਖਦੇ ਆ, ਕਿ ਕੀਮਤ ਦੇਖਦੇ, ਉਸ ਹਿਸਾਬ ਨਾਲ ਕਰਜ਼ਾ ਦਿੰਦੇ ਆ। ਹੁਣ ਸ਼ਾਹੂਕਾਰ ਨੇ ਕਿਹਾ, ਮੈਂ ਆਉਂਗਾ, ਦੇਖੂੰਗਾ, ਉਸ ਹਿਸਾਬ ਨਾਲ ਤੈਨੂੰ ਕਰਜ਼ਾ ਦਊਂ। ਕਿਸਾਨ ਚਲਾ ਗਿਆ। ਦੁਪਹਿਰ ਨੂੰ ਜਦੋਂ ਸ਼ਾਹੂਕਾਰ ਆਪਣੀ ਮੁਨੀਮ, ਆਪਣੇ ਨੌਕਰ ਨੂੰ ਲੈ ਕੇ ਕਿਸਾਨ ਦੇ ਘਰ ਪਹੁੰਚਾ, ਤਾਂ ਸ਼ਾਹੂਕਾਰ ਜਦੋਂ ਕਿਸਾਨ ਦੇ ਘਰ ਪਹੁੰਚਾ, ਉਹਦਾ ਮਕਾਨ, ਉਹਦੀ ਜ਼ਮੀਨ ਦੇਖਣ ਵਾਸਤੇ, ਤਾਂ ਜ਼ਰਾ ਧਿਆਨ ਦੇਣਾ, ਉਸ ਵੇਲੇ ਸ਼ਾਹੂਕਾਰ ਦੀ ਨਜ਼ਰ ਉਹਦੀ ਬੇਟੀ ਤੇ ਚਲੀ ਗਈ ਕਿ ਬੇਟੀ 20-22 ਸਾਲ ਦੀ, ਬੜੀ ਸੁੰਦਰ। ਤਾਂ ਸ਼ਾਹੂਕਾਰ ਦੇ ਮਨ 'ਚ ਕਹਿੰਦੇ ਉਸ ਵੇਲੇ ਉਹ ਲੜਕੀ ਨੂੰ ਦੇਖ ਕੇ ਬੁਰੇ ਖਿਆਲ ਆ ਗਏ ਕਿ ਕਿਸੇ ਤਰ੍ਹਾਂ ਮੈਂ ਇਦਾਂ ਦਾ ਇਹ ਕਿਸਾਨ ਨੂੰ ਆਪਣੇ ਜਾਲ 'ਚ ਫਸਾਵਾਂ ਕਿ ਆਪਣੀ ਬੇਟੀ ਦੀ ਸ਼ਾਦੀ ਮੇਰੇ ਨਾਲ ਕਰਨ ਤੇ ਮਜਬੂਰ ਹੋ ਜਾਵੇ। ਸ਼ਾਹੂਕਾਰ ਦਾ ਮਨ ਹੋਇਆ ਕਿ ਇਹਦੀ ਬੇਟੀ ਨਾਲ ਕਿਸੇ ਤਰ੍ਹਾਂ ਮੇਰੀ ਸ਼ਾਦੀ ਹੋ ਜਾਵੇ, ਕਿਉਂਕਿ ਇਹਦੀ ਬੇਟੀ ਇੰਨੀ ਸੁੰਦਰ ਹੈ, ਇਹ ਤਾਂ ਮੇਰੀ ਪਤਨੀ ਹੋਣੀ ਚਾਹੀਦੀ ਹੈ। ਹੁਣ ਸੇਠ ਦੇ ਮਨ ਦੇ ਵਿੱਚ ਜਦੋਂ ਇਹ ਖਿਆਲ ਆਇਆ ਤਾਂ ਉਸ ਵੇਲੇ ਉਹਨੇ ਜ਼ਮੀਨ ਦੇਖੇ ਤੋਂ ਬਿਨਾਂ ਹੀ ਕਰਜ਼ਾ ਦੇ ਦਿੱਤਾ, ਕਿਉਂਕਿ ਹੁਣ ਜਦੋਂ ਮਨ ਦੇ ਵਿੱਚ ਬੇਈਮਾਨੀ ਆਉਂਦੀ ਹੈ ਨਾ, ਇਹ ਪਤਾ ਹੈ ਕਿ ਮੈਂ ਹੁਣ ਇਹਦੀ ਬੇਟੀ ਨੂੰ ਕਿਸੇ ਤਰ੍ਹਾਂ, ਇਹ ਕਿਸਾਨ ਨੂੰ ਕਿਸੇ ਤਰ੍ਹਾਂ ਆਪਣੇ ਜਾਲ 'ਚ ਫਸਾਣਾ ਹੈ ਤਾਂ ਕਿ ਇਹਦੀ ਬੇਟੀ ਨਾਲ ਮੈਂ ਸ਼ਾਦੀ ਕਰ ਸਕਾਂ, ਔਰ ਇਹ ਮਜਬੂਰ ਹੋ ਕੇ ਕਰਨ ਨੂੰ ਤਿਆਰ ਹੋ ਜਾਵੇ। ਤਾਂ ਉਸ ਵੇਲੇ ਸ਼ਾਹੂਕਾਰ ਨੇ ਜਿੰਨਾ ਉਹਨਾਂ ਮੰਗਿਆ ਉਹਨਾਂ ਪੈਸੇ ਦੇ ਦਿੱਤੇ, ਜ਼ਮੀਨ ਵੀ ਨਹੀਂ ਦੇਖੀ। ਸਮਝ ਲਓ, ਇਦਾਂ ਸਮਝ ਲਓ ਕਿ ਜੇ ਜ਼ਮੀਨ 50,000 ਦੀ ਸੀ, ਉਹਨੇ 1 ਲੱਖ ਦੇ ਦਿੱਤਾ, ਜਾਣ ਕੇ ਹੀ ਦੁੱਗਣਾ ਦੇ ਦਿੱਤਾ ਤਾਂ ਕਿ ਫਸ ਜਾਵੇ। ਇਸ ਲਈ ਜਦੋਂ ਸ਼ਾਹੂਕਾਰ ਨੇ ਉਹਨੂੰ ਜਿੰਨਾ ਉਹਨਾਂ ਮੰਗਿਆ ਉਹ ਤੋਂ ਦੁੱਗਣਾ ਦੇ ਦਿੱਤਾ ਤਾਂ ਕਿਸਾਨ ਬੜਾ ਖੁਸ਼ ਹੋਇਆ। ਇਹ ਸ਼ਾਹੂਕਾਰ ਤਾਂ ਦਿਆਲ ਹੀ ਬੜਾ ਹੈ, ਦੇਖੋ ਜਿੰਨਾ ਮੈਂ ਮੰਗਿਆ ਸੀ ਉਹ ਤੋਂ ਦੁੱਗਣਾ ਦੇ ਦਿੱਤਾ। ਪਰ ਉਹਨੂੰ ਨਹੀਂ ਪਤਾ ਇਹਦੇ ਮਨ 'ਚ ਕਹਾਣੀ ਕੀ ਚੱਲ ਰਹੀ ਹੈ, ਕਿਉਂਕਿ ਕਈ ਵਾਰ ਜਿੱਦਾਂ ਬੁੱਲੇ ਸ਼ਾਹ ਕਹਿੰਦੇ ਆ ਨਾ ਕਿ ਅੱਜ ਕੱਲ ਲੋਕ ਅੰਦਰੋਂ ਖੁਸ਼ ਹੁੰਦੇ ਆ ਤਾਂ ਬਾਹਰੋਂ ਖੁਸ਼ ਹੁੰਦੇ ਆ। ਉਹ ਕਹਿੰਦੇ ਯਾਰ ਲੋਕ ਨੇ ਕਿੰਨੇ ਹੁਸ਼ਿਆਰ ਅੱਜ ਕੱਲ, ਦੋਹਾਂ ਗੱਲਾਂ ਦੇ ਵੱਲ ਧਿਆਨ ਰੱਖਦੇ, ਇੱਕ ਪਾਸੇ ਤਾਂ ਕੁਫਰ ਦੀ ਭਰਨਹਾਮੀ, ਦੂਜਾ ਬਗਲ ਦੇ ਵਿੱਚ ਕੁਰਾਨ ਰੱਖਦੇ। ਉਹ ਕਹਿੰਦੇ ਕੋਲ ਧਰਮੀ ਗ੍ਰੰਥ ਵੀ ਹੁੰਦਾ ਹੈ,
ਤਾਂ ਨਾਲ ਮਨ ਦੇ ਵਿੱਚ ਕਪਟ ਵੀ ਹੁੰਦਾ ਹੈ। ਕਹਿੰਦੇ ਲੋਕ ਕਿਦਾਂ ਦੇ ਅੱਜ ਕੱਲ੍ਹ। ਸ਼ਾਹੂਕਾਰ ਵੀ ਕੁਝ ਐਸੀ ਚਾਲ ਸੀ ਕਿ ਉਹਨਾਂ ਕਿਸਾਨ ਨੂੰ ਕਰਜ਼ਾ ਦਿੱਤਾ, ਪਰ ਨਾਲ ਕਹਿ ਦਿੱਤਾ ਇੰਨੇ ਮਹੀਨਿਆਂ 'ਚ ਕਰਜ਼ਾ ਮੋੜ ਦੇਵੀਂ। ਹੁਣ ਕਹਿੰਦੇ ਹੈ ਇਹ ਕਹਿ ਕੇ ਉਹਨਾਂ ਆਪਣੇ ਮੁਨੀਮ ਨੂੰ ਕਿਹਾ ਧਿਆਨ ਰੱਖੀ ਜਿਸਲੇ ਇਹ ਫਸਲ ਬੀਜੇਗਾ, ਫਸਲ ਵੇਚਣ ਕਿਤੇ ਜਾਏਗਾ ਤਾਂ ਇਹਦੀ ਫਸਲ ਵਿਕੇ ਨਾ। ਯਾਨੀ ਇਦਾਂ ਦੇ ਉਹਨਾਂ, ਕਿਉਂਕਿ ਅਮੀਰ ਬੰਦੇ ਦੇ ਕਈ ਜਗ੍ਹਾ ਸੰਪਰਕ ਹੁੰਦੇ ਆ, ਉਹਨਾਂ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ। ਕਿਸਾਨ ਨੇ ਫਸਲ ਬੋਈ, ਬੜੀ ਅੱਛੀ ਫਸਲ ਹੋਈ, ਜਦੋਂ ਬਾਜ਼ਾਰ 'ਚ ਗਿਆ ਤਾਂ ਕਿਸੇ ਨੇ ਖਰੀਦੀ ਨਹੀਂ, ਕਿਉਂਕਿ ਛੋਟਾ ਜਿਹਾ ਤਾਂ ਗਾਉਂ ਸੀ, ਸ਼ਹਿਰ ਦੂਰ ਸੀ, ਔਰ ਉੱਥੇ ਸ਼ਾਹੂਕਾਰ ਦਾ ਪੂਰਾ ਰੋਹਬ ਸੀ। ਜੇ ਕਿਸੇ ਨੂੰ ਕਹਿਤਾ ਕੰਮ ਨਹੀਂ ਕਰਨਾ ਤਾਂ ਹੁਣ ਕਿਹੜਾ ਉਹਦੇ ਨਾਲ ਵਿਗਾੜੇ। ਹੁਣ ਬੜਾ ਪਰੇਸ਼ਾਨ ਹੋ ਗਿਆ। ਇਸੇ ਤਰ੍ਹਾਂ ਕਹਿੰਦੇ ਵਕਤ ਗੁਜ਼ਰਿਆ ਕਿ ਕਰਜ਼ਾ ਵੱਧਦਾ ਜਾ ਰਿਹਾ ਹੈ, ਉਹਦੀ ਫਸਲ ਵਿਕੀ ਨਹੀਂ, ਬੜਾ ਪਰੇਸ਼ਾਨ ਹੋਇਆ। ਆਖਰ ਉਹ ਸਮਾਂ ਆਇਆ ਤਾਂ ਸ਼ਾਹੂਕਾਰ ਨੇ ਕਿਸਾਨ ਨੂੰ ਸੰਦੇਸ਼ ਭੇਜਿਆ ਕਿ ਹੁਣ ਬਈ ਵਕਤ ਆ ਗਿਆ, ਮੇਰਾ ਕਰਜ਼ਾ ਮੋੜ, ਮੇਰਾ ਕਰਜ਼ਾ ਮੋੜ। ਤਾਂ ਹੁਣ ਜਦੋਂ ਕਿਸਾਨ ਨੇ ਸੁਣਿਆ ਕਿ ਵਕਤ ਆ ਗਿਆ ਕਰਜ਼ਾ ਮੋੜਨ ਦਾ, ਪਰ ਕਰਜ਼ਾ ਮੋੜਾਂ ਕਿੱਥਾਂ, ਫਸਲ ਵਿਕੀ ਨਹੀਂ, ਪੈਸਾ ਮੇਰੇ ਕੋਲ ਹੈ ਨਹੀਂ, ਤਾਂ ਸ਼ਾਹੂਕਾਰ ਸੁਨੇਹੇ ਭੇਜ ਰਿਹਾ ਕਿ ਕਰਜ਼ਾ ਮੋੜ ਤਾਂ ਜਾਂ ਮੈਂ ਤੇਰੀ ਜ਼ਮੀਨ ਔਰ ਤੇਰੇ ਮਕਾਨ ਨੂੰ ਵੇਚ ਦੇਣਾ ਹੈ। ਹੁਣ ਕਿਸਾਨ ਨੇ ਜਦੋਂ ਸੁਣਿਆ ਕਿ ਜ਼ਮੀਨ ਔਰ ਮਕਾਨ ਵਿਕ ਗਿਆ ਤਾਂ ਮੈਂ ਆਪਣੀ ਨੌਜਵਾਨ ਬੇਟੀ ਨੂੰ ਲੈ ਕੇ ਕਿੱਥੇ ਜਾਊਂਗਾ, ਕਿੱਥੇ ਦਰ-ਦਰ ਧੱਕੇ ਖਾਊਂਗਾ। ਕਹਿੰਦੇ ਉਹ ਵਕਤ ਆਇਆ ਜਦੋਂ ਪ੍ਰੈਸ਼ਰ ਪਾਇਆ ਕਿਸਾਨ ਤੇ, ਦਬਾਅ ਪਾਇਆ ਸ਼ਾਹੂਕਾਰ ਨੇ, ਤੇ ਕਿਸਾਨ ਨੇ ਬੇਨਤੀ ਕੀਤੀ ਕਿ ਹੇ ਸੇਠ ਜੀ ਮੈਨੂੰ ਵਕਤ ਦਿਓ, ਮੌਕਾ ਦਿਓ, ਕਿਉਂਕਿ ਮੈਂ ਗਰੀਬ ਹਾਂ, ਮੇਰੇ ਕੋਲ ਪੈਸਾ ਨਹੀਂ ਹੈ, ਕਿੱਦਾਂ ਮੋੜਾਂ। ਤਾਂ ਉਸ ਲਈ ਸ਼ਾਹੂਕਾਰ ਨੇ ਕਿਹਾ ਫਿਰ ਦੋ ਹੀ ਗੱਲਾਂ ਹੋ ਸਕਦੀਆਂ ਹੈ। ਪਹਿਲੀ ਗੱਲ, ਜਾਂ ਤਾਂ ਮੈਂ ਤੇਰੀ ਜ਼ਮੀਨ ਔਰ ਤੇਰਾ ਇਹ ਮਕਾਨ ਵੇਚ ਕੇ ਪੈਸਾ ਲਵਾਂ, ਜਾਂ ਦੂਜੀ ਗੱਲ, ਜੇ ਤੂੰ ਚਾਹੁੰਦਾ ਤੇਰਾ ਸਾਰਾ ਕਰਜ਼ਾ ਮਾਫ ਕਰ ਦੇਵਾਂ ਔਰ ਤੈਨੂੰ ਮੈਂ ਇੱਥੇ ਨਵੀਂ ਕੋਠੀ ਪਾ ਦੇਵਾਂ ਔਰ ਜ਼ਿੰਦਗੀ ਭਰ ਤੇਰਾ ਖਰਚਾ ਮੈਂ ਕਰਾਂ, ਤਾਂ ਦੂਜੀ ਸ਼ਰਤ ਹੈ ਆਪਣੀ ਲੜਕੀ ਦੀ ਸ਼ਾਦੀ ਮੇਰੇ ਨਾਲ ਕਰਦੇ, ਤੈਨੂੰ ਸਾਰੀ ਜ਼ਿੰਦਗੀ ਕੰਮ ਕਰਨ ਦੀ ਲੋੜ ਨਹੀਂ, ਤੇਰਾ ਖਰਚਾ ਮੈਂ ਰੱਖੂੰਗਾ, ਮੇਰਾ ਸਸੁਰ ਬਣ ਜਾ, ਮੇਰੇ ਮਹਿਲ 'ਚ ਰਹੀਂ, ਮੇਰੇ ਘਰ 'ਚ ਰਹੀਂ, ਕਿਸੇ ਚੀਜ਼ ਦੀ ਨਾ ਤੈਨੂੰ ਕਮੀ ਆਏਗੀ ਨਾ ਤੇਰੀ ਬੇਟੀ ਨੂੰ। ਜਦੋਂ ਉਹਨਾਂ ਸੁਣਿਆ ਤਾਂ ਉਸ ਵੇਲੇ ਕਿਸਾਨ ਦੇ ਦਿਮਾਗ 'ਚੋਂ ਸਾਰੀ ਗੱਲ ਆ ਗਈ ਕਿ ਇਹ ਸਾਰਾ ਚੱਕਰ ਕੀ ਸੀ। ਹੁਣ ਇਹ ਬਿਰਧ ਆ 55-60 ਸਾਲ ਦਾ, ਇਹਦੀ ਹਾਲਾਤ ਕੀ ਹੈ, ਮੇਰੀ ਬੇਟੀ ਜਵਾਨ ਹੈ, ਸੁੰਦਰ ਹੈ, ਪਰ ਹੁਣ ਦੁਵਿਧਾ 'ਚ ਹੈ, ਦੁਵਿਧਾ 'ਚ ਹੈ, ਪਰੇਸ਼ਾਨੀ 'ਚ ਹੈ, ਕਰਾਂ ਕੀ। ਜ਼ਮੀਨ ਜਾਂਦੀ ਹੈ, ਮਕਾਨ ਜਾਂਦਾ ਹੈ, ਤਾਂ ਬੇਟੀ ਨੂੰ ਲੈ ਕੇ ਕਿੱਥੇ ਜਾਊਂਗਾ। ਤਾਂ ਜੇ ਬੇਟੀ ਦੀ ਸ਼ਾਦੀ ਇੰਨਾ ਕਰਦਾ ਤਾਂ ਬੇਟੀ ਦੀ ਜ਼ਿੰਦਗੀ ਨਾ ਖਰਾਬ ਹੋ ਜਾਵੇ, ਬੇਟੀ ਦੀ ਜ਼ਿੰਦਗੀ ਨਾ ਬਰਬਾਦ ਹੋ ਜਾਵੇ, ਕਿਉਂਕਿ ਪੈਸੇ ਨੂੰ ਥੋੜੀ ਦੇਖਣਾ, ਮਕਾਨ ਨੂੰ ਥੋੜੀ ਦੇਖਣਾ, ਅੱਗੇ ਉਹ ਦੁਲਹਾ ਵੀ ਤਾਂ ਚਾਹੀਦਾ ਨਾ, ਬੇਟੀ ਨਾਲ ਤੁਰਿਆ ਵੀ ਸੋਹਣਾ ਲੱਗੇ, ਜਿਹਦੇ ਨਾਲ ਜ਼ਿੰਦਗੀ ਖੁਸ਼ੀ ਨਾਲ ਗੁਜ਼ਰ ਸਕੇ। ਹੁਣ ਕਹਿੰਦੇ ਇਹ ਕਿਸਾਨ ਬੜਾ ਪਰੇਸ਼ਾਨ ਹੋ ਗਿਆ, ਪਰੇਸ਼ਾਨ ਹੋ ਗਿਆ ਤਾਂ ਪਰੇਸ਼ਾਨ ਹੋ ਕੇ ਉਸ ਨਗਰ ਦੇ ਮੁਖੀਏ ਦੇ ਕੋਲ ਗਿਆ, ਕਿਉਂਕਿ ਜਦੋਂ ਬੰਦਾ ਪਰੇਸ਼ਾਨ ਹੁੰਦਾ ਤਾਂ ਸਰਪੰਚ ਕੋਲ ਜਾਂਦਾ ਹੈ, ਨਗਰ ਦੇ ਮੁਖੀਏ ਕੋਲ ਜਾਂਦਾ ਹੈ ਕਿ ਸ਼ਾਹੂਕਾਰ ਇਸ ਤਰ੍ਹਾਂ ਸਾਨੂੰ ਤੰਗ ਕਰ ਰਿਹਾ ਹੈ। ਹੁਣ ਨਗਰ ਦੇ ਮੁਖੀਏ ਨੇ ਇੱਕ ਸਭਾ ਰੱਖੀ। ਹੁਣ ਜ਼ਰਾ ਧਿਆਨ ਦੇਣ ਵਾਲੀ ਗੱਲ ਹੈ, ਇੱਥੋਂ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ, ਜਿਹਨੂੰ ਸਮਝਣਾ ਹੈ ਤੁਸੀਂ, ਕਿ ਨਗਰ ਦੇ ਮੁਖੀਏ ਨੇ ਇੱਕ ਸਭਾ ਬੁਲਾਈ ਔਰ ਉਸ ਸਭਾ ਦੇ ਵਿੱਚ ਉਹ ਸ਼ਾਹੂਕਾਰ ਨੂੰ ਵੀ ਬੁਲਾ ਲਿਆ ਔਰ ਕਿਸਾਨ ਵੀ ਆ ਗਿਆ, ਬੇਟੀ ਵੀ ਆ ਗਈ ਕਿਸਾਨ ਦੀ, ਔਰ ਹੋਰ ਵੀ ਜਿੰਨੇ ਵੀ ਉਸ ਪੰਚਾਇਤ ਦੇ ਮੈਂਬਰ ਸੀ ਜਾਂ ਨਗਰ ਦੇ ਮੇਨ ਮੁਖੀ ਮੈਂਬਰ ਸੀ, ਉਹ ਵੀ ਇਕੱਠੇ ਹੋ ਗਏ। ਤਾਂ ਉਸ ਵੇਲੇ ਮੁਖੀਏ ਨੇ ਉਸ ਸ਼ਾਹੂਕਾਰ ਨੂੰ ਕਿਹਾ ਕਿ ਸੇਠ ਜੀ ਤੁਸੀਂ ਆਹ ਦੋ ਸ਼ਰਤਾਂ ਰੱਖੀਆਂ ਹੈ, ਆਹ ਦੋ ਸ਼ਰਤਾਂ ਰੱਖੀਆਂ ਕਿ ਜਾਂ ਤਾਂ ਇਹ ਕਿਸਾਨ ਆਪਣੀ ਬੇਟੀ ਦੀ ਸ਼ਾਦੀ ਕਰੇ, ਤੁਸੀਂ ਸਾਰਾ ਕਰਜ਼ ਮਾਫ ਕਰ ਦੋਗੇ, ਔਰ ਜਾਂ ਫਿਰ ਇਹ ਆਪਣੀ ਜ਼ਮੀਨ ਆਪਣਾ ਮਕਾਨ ਵੇਚ ਕੇ ਤੁਹਾਡਾ ਕਰਜ਼ ਮੋੜੇ। ਕਹਿੰਦੇ ਕੋਈ ਹੋਰ ਵੀ ਰਸਤਾ ਹੈ, ਕੋਈ ਹੋਰ ਵੀ ਰਸਤਾ ਹੈ। ਸੇਠ ਕਹਿੰਦਾ ਹੋਰ ਤਾਂ ਕੋਈ ਰਸਤਾ ਨਹੀਂ ਹੈ, ਪਰ ਹਾਂ ਹੁਣ ਸੇਠ ਨੇ ਸੋਚਿਆ ਕਿ ਇਹਨਾਂ ਨੂੰ ਲੱਗੇ ਮੈਂ ਬੜਾ ਦਿਆਲੂ ਹਾਂ, ਇੱਕ ਕੰਮ ਹੋ ਸਕਦਾ ਹੈ, ਅਸੀਂ ਕਿਸਮਤ ਤੇ ਛੱਡ ਦਈਏ, ਅਸੀਂ ਕਿਸਮਤ ਤੇ ਛੱਡ ਦਈਏ। ਮੁਖੀਆ ਕਹਿੰਦਾ ਕੀ ਮਤਲਬ ਕਿਸਮਤ ਤੇ ਛੱਡ ਦਈਏ। ਸੇਠ ਕਹਿੰਦਾ ਕਿਉਂਕਿ ਜਿੱਥੇ ਸਭਾ ਲੱਗਦੀ ਹੁੰਦੀ ਸੀ ਉਹਦੇ ਕੋਲ ਹੀ ਇੱਕ ਨਦੀ ਵਗਦੀ ਹੁੰਦੀ ਸੀ, ਉਹਦੇ 'ਚ ਕਿਨਾਰੇ ਕਾਫੀ ਪੱਥਰ ਪਏ ਹੁੰਦੇ ਸੀ। ਤਾਂ ਸੇਠ ਕਹਿੰਦਾ ਮੈਂ ਇੱਥੋਂ ਦੋ ਪੱਥਰ ਚੱਕਣੇ ਆ, ਇੱਕ ਕਾਲੇ ਰੰਗ ਦਾ ਇੱਕ ਸਫੇਦ ਰੰਗ ਦਾ, ਔਰ ਆ ਮੇਰੇ ਕੋਲ ਝੋਲੀ ਹੈ, ਛੋਟੀ ਜਿਹੀ ਝੋਲੀ ਸੀ ਸੇਠ ਕੋਲ, ਮੈਂ ਇਹ ਦੋਨੇ ਪੱਥਰ ਇਸ ਝੋਲੀ ਦੇ ਵਿੱਚ ਪਾ ਦੇਣੇ ਆ, ਔਰ ਇਹ ਲੜਕੀ
ਪੱਥਰ ਕੱਢੇਗੀ। ਜੇ ਤਾਂ ਕਾਲੇ ਰੰਗ ਦਾ ਪੱਥਰ ਆ ਗਿਆ ਫਿਰ ਇਹਨੂੰ ਮੇਰੇ ਨਾਲ ਸ਼ਾਦੀ ਕਰਨੀ ਪਏਗੀ। ਔਰ ਜੇ ਸਫੇਦ ਰੰਗ ਦਾ ਪੱਥਰ ਆਇਆ ਤਾਂ ਫਿਰ ਨਾ ਇਹਨੂੰ ਸ਼ਾਦੀ ਕਰਨ ਦੀ ਲੋੜ ਹੈ, ਤਾਂ ਮੈਂ ਕਰਜ਼ਾ ਵੀ ਉਦੋਂ ਹੀ ਮਾਫ ਕਰ ਦੂੰ। ਚਲੋ ਮੈਂ ਇਹ ਤੀਜਾ ਰਸਤਾ ਦੱਸ ਦਿੰਦਾ ਹਾਂ, ਜਰਾ ਸਮਝਣਾ ਸਾਰਿਆਂ ਨੇ, ਕਿਉਂਕਿ ਵੈਸੇ ਰਸਤਾ ਦੋ ਸੀ ਕਿ ਜਾਂ ਕਿਸਾਨ ਜ਼ਮੀਨ ਵੇਚ ਕੇ, ਖੇਤ ਵੇਚ ਕੇ ਪੈਸਾ ਦੇਵੇ ਜਾਂ ਲੜਕੀ ਦੀ ਸ਼ਾਦੀ ਕਰੇ। ਪਰ ਹੁਣ ਸ਼ੇਠ ਨੇ ਆਪਣਾ ਬੜਪਣ ਦਿਖਾਉਣ ਦੇ ਲਈ ਕਿ ਇਹਨਾਂ ਨੂੰ ਲੱਗੇ ਨਾ ਮੈਂ ਜ਼ਬਰਦਸਤੀ ਕੀਤੀ ਹੈ, ਕਿ ਗੱਲ ਥੋੜੀ ਕਿਸਮਤ ਤੇ ਵੀ ਛੱਡ ਦਈਏ, ਤਾਂ ਕਿ ਬਾਅਦ ਚ ਲੋਕ ਇਹ ਕਹਿਣ ਇਹ ਤਾਂ ਕਿਸਮਤ ਨੇ ਕੀਤਾ, ਇਹ ਸੇਠ ਨੇ ਧੱਕਾ ਨਹੀਂ ਕੀਤਾ, ਕਿਉਂਕਿ ਸਾਰੀ ਜ਼ਿੰਦਗੀ ਰਹਿਣਾ ਵੀ ਤਾਂ ਇਹਨਾਂ ਚਾਹੀਏ। ਇਸ ਲਈ ਸੇਠ ਨੇ ਇੱਕ ਤੀਸਰੀ ਆਪਸ਼ਨ ਦਿੱਤੀ ਕਿ ਮੈਂ ਇਸ ਝੋਲੀ ਦੇ ਵਿੱਚ, ਕੱਪੜੇ ਦੀ ਝੋਲੀ 'ਚ ਦੋ ਪੱਥਰ ਪਾਣੇ ਆ, ਇੱਕ ਸਫੇਦ ਰੰਗ ਦਾ, ਇੱਕ ਕਾਲੇ ਰੰਗ ਦਾ। ਜੇ ਕਾਲੇ ਰੰਗ ਦਾ ਪੱਥਰ ਨਿਕਲਿਆ ਇਹਨੂੰ ਮੇਰੇ ਨਾਲ ਸ਼ਾਦੀ ਕਰਨੀ ਪਏਗੀ, ਜੇ ਸਫੇਦ ਰੰਗ ਦਾ ਨਿਕਲਿਆ ਤਾਂ ਇਹਦਾ ਸਾਰਾ ਕਰਜ਼ਾ ਮਾਫ, ਫਿਰ ਇਹਨੂੰ ਸ਼ਾਦੀ ਕਰਨ ਦੀ ਲੋੜ ਨਹੀਂ। ਪੰਚਾਇਤ ਦੇ ਮੈਂਬਰ ਕਹਿੰਦੇ ਠੀਕ ਹੈ, ਠੀਕ ਹੈ, ਮਨਜ਼ੂਰ ਹੈ ਸਾਨੂੰ। ਕਿਸਾਨ ਨੂੰ ਪੁੱਛਿਆ ਮਨਜ਼ੂਰ ਹੈ, ਉਹ ਕਹਿੰਦੇ ਮਨਜ਼ੂਰ ਹੈ। ਹੁਣ ਸੇਠ ਝੁਕਿਆ, ਝੁਕ ਕੇ ਸੇਠ ਨੇ ਦੋ ਪੱਥਰ ਚੱਕੇ, ਪਰ ਇੰਨੀ ਸਫਾਈ ਨਾਲ ਚੱਕੇ ਕਿ ਉਹਨਾਂ ਦੋ ਹੀ ਕਾਲੇ ਚੱਕੇ, ਦੋ ਹੀ ਪੱਥਰ ਕਾਲੇ ਚੱਕੇ, ਤਾਂ ਕਿ ਲੜਕੀ ਜਿਹਨੂੰ ਵੀ ਚੱਕੇ ਨਿਕਲੇ ਕਾਲਾ ਹੀ, ਤਾਂ ਕਿ ਇਹਨੂੰ ਮੇਰੇ ਨਾਲ ਸ਼ਾਦੀ ਕਰਨੀ ਪਵੇ। ਕਿਉਂਕਿ ਸੇਠ ਚਤੁਰ ਸੀ, ਇੰਨੀ ਸਫਾਈ ਦੇ ਨਾਲ ਉਹਨਾਂ ਦੋ ਪੱਥਰ ਚੱਕੇ, ਝੋਲੀ 'ਚ ਪਾਏ, ਦੋਨੇ ਕਾਲੇ। ਪਰ ਉਧਰ ਲੜਕੀ ਵੀ ਘੱਟ ਨਹੀਂ ਸੀ, ਲੜਕੀ ਨੇ ਵੀ ਦੇਖ ਲਿਆ ਕਿ ਸੇਠ ਨੇ ਦੋ ਹੀ ਪੱਥਰ ਕਾਲੇ ਰੰਗ ਦੇ ਚੱਕੇ ਹੈ, ਯਾਨੀ ਇਹਦਾ ਇਰਾਦਾ ਸਾਨੂੰ ਮਾਫ ਕਰਨ ਦਾ ਨਹੀਂ ਹੈ, ਕਰਜ਼ਾ ਮਾਫ ਕਰਨ ਦਾ ਨਹੀਂ ਹੈ, ਇਹਦਾ ਇਰਾਦਾ ਸ਼ਾਦੀ ਕਰਨ ਦਾ ਹੀ ਹੈ। ਕਿਉਂਕਿ ਨਾ ਕਿਹਾ ਇਹ ਕਾਲਾ ਪੱਥਰ ਨਿਕਲਿਆ ਤਾਂ ਸ਼ਾਦੀ ਕਰਨੀ ਪਏਗੀ, ਜੇ ਚਿੱਟਾ ਨਿਕਲਿਆ ਤਾਂ ਫਿਰ ਕਰਜ਼ਾ ਵੀ ਮਾਫ, ਸ਼ਾਦੀ ਵੀ ਕਰਨ ਦੀ ਲੋੜ ਨਹੀਂ। ਔਰ ਚਿੱਟਾ ਵਿੱਚ ਹੈ ਹੀ ਨਹੀਂ ਤਾਂ ਨਿਕਲਣਾ ਕਿੱਥੋਂ ਹੈ ਹੀ ਦੋ ਕਾਲੇ। ਹੁਣ ਉਸਲੇ ਲੜਕੀ ਨੇ ਜਰਾ ਹੁਣ ਧਿਆਨ ਦੇਣਾ, ਵਿਚਾਰ ਕੀਤਾ। ਹੁਣ ਉਹਦੇ ਕੋਲ ਤਿੰਨ ਰਸਤੇ ਸੀ, ਹੁਣ ਇਹ ਤੁਸੀਂ ਦੱਸਣਾ ਉਹਨੇ ਕਿਹੜਾ ਰਸਤਾ ਚੁਣਨਾ ਹੈ। ਉਹਦੇ ਕੋਲ ਤਿੰਨ ਰਸਤੇ ਸੀ। ਪਹਿਲਾ ਰਸਤਾ ਕਿ ਮੈਂ ਇਹ ਪੰਚਾਇਤ ਨੂੰ ਦੱਸ ਦੇਵਾਂ ਕਿ ਸੇਠ ਦੀ ਝੋਲੀ ਵਿੱਚ ਦੋ ਹੀ ਪੱਥਰ ਕਾਲੇ ਹੈ, ਸੇਠ ਧੋਖੇਬਾਜ਼ ਹੈ। ਪਰ ਉਹਦੇ ਨਾਲ ਕੀ ਹੋਏਗਾ, ਲੜਕੀ ਨੇ ਸੋਚਿਆ ਅਗਰ ਮੈਂ ਇਹ ਗੱਲ ਪੰਚਾਇਤ ਨੂੰ ਦੱਸ ਦਿੱਤੀ, ਪੰਚਾਇਤ ਨੇ ਪੱਥਰ ਤਾਂ ਦੇਖ ਲੈਣੇ ਹੈ, ਪਰ ਇਹ ਸ਼ਾਹੂਕਾਰ ਨੇ ਮੇਰਾ ਔਰ ਮੇਰੇ ਪਿਤਾ ਦਾ ਦੁਸ਼ਮਣ ਬਣ ਜਾਣਾ ਹੈ। ਕਿਉਂਕਿ ਜਦੋਂ ਕਿਸੇ ਦਾ ਪਰਦਾ ਫਾਸ਼ ਕੀਤਾ ਜਾਵੇ ਤਾਂ ਫਿਰ ਬੰਦਾ ਅੰਦਰੋਂ ਅੰਦਰ ਨਫ਼ਰਤ ਲੈ ਲੈਂਦਾ ਹੈ, ਔਰ ਇਹ ਮੈਨੂੰ, ਮੇਰੇ ਬਾਪ ਨੂੰ ਕਿਤੇ ਵੀ ਮਰਵਾ ਸਕਦਾ ਹੈ, ਕਿਉਂਕਿ ਇਹਦੀ ਪਹੁੰਚ ਬੜੀ ਉੱਚੀ ਹੈ। ਇਸ ਕਰਕੇ ਇਹਦਾ ਪਰਦਾ ਫਾਸ਼ ਕਰਨਾ ਠੀਕ ਨਹੀਂ ਹੈ। ਕਿਉਂਕਿ ਜੇ ਮੈਂ ਦੱਸ ਦਿੱਤਾ ਸੇਠ ਧੋਖੇਬਾਜ਼ ਹੈ, ਦੇਖੋ ਇਹਨਾਂ ਦੋ ਹੀ ਕਾਲੇ ਪੱਥਰ ਚੱਕੇ ਹੈ, ਤਾਂ ਠੀਕ ਹੈ, ਪਤਾ ਤਾਂ ਲੱਗ ਜਾਏਗਾ ਕਿ ਸੇਠ ਗਲਤ ਹੈ, ਪਰ ਸਾਰੀ ਜ਼ਿੰਦਗੀ ਮੇਰਾ ਔਰ ਮੇਰੇ ਬਾਪ ਦਾ ਦੁਸ਼ਮਣ ਬਣ ਜਾਏਗਾ, ਔਰ ਕਿਤੇ ਵੀ ਸਾਨੂੰ ਪਰੇਸ਼ਾਨ ਕਰ ਸਕਦਾ ਹੈ। ਫਿਰ ਦੂਜੀ ਗੱਲ ਲੜਕੀ ਨੇ ਕੀ ਸੋਚੀ, ਹੁਣ ਦੂਜਾ ਉਹਦੇ ਮੂਹਰੇ ਕੀ ਪੁਆਇੰਟ ਸੀ ਕਿ ਮੈਂ ਪੱਥਰ ਕੱਢ ਲਵਾਂ ਔਰ ਪੱਥਰ ਕੱਢ ਕੇ ਸੇਠ ਨਾਲ ਸ਼ਾਦੀ ਕਰ ਲਵਾਂ। ਦੂਜਾ ਰਸਤਾ ਇਹ ਸੀ। ਪਹਿਲਾ ਸੀ ਕਿ ਪੰਚਾਇਤ ਨੂੰ ਦੱਸ ਦੇਵਾਂ, ਉਹਦੇ ਨਾਲ ਪੰਚਾਇਤ ਨੂੰ ਪਤਾ ਤਾਂ ਲੱਗ ਜਾਏਗਾ, ਪਰ ਇਹਨਾਂ ਸੇਠ ਨੇ ਸਾਰੀ ਜ਼ਿੰਦਗੀ ਵਾਸਤੇ ਸਾਡਾ ਕੀ ਬਣ ਜਾਣਾ ਹੈ, ਦੁਸ਼ਮਣ। ਦੂਜਾ ਰਸਤਾ ਕਿ ਪੱਥਰ ਕੱਢ ਕੇ, ਕਾਲਾ ਪੱਥਰ ਕੱਢ ਕੇ ਮੈਂ ਸੇਠ ਨਾਲ ਸ਼ਾਦੀ ਕਰ ਲਵਾਂ। ਔਰ ਤੀਜਾ ਰਸਤਾ ਕਿ ਮੈਂ ਪੱਥਰ ਕੱਢਣ ਤੋਂ ਮਨਾ ਕਰ ਦੇਵਾਂ ਕਿ ਮੈਂ ਨਹੀਂ ਕੱਢਣਾ ਪੱਥਰ, ਮੈਂ ਦੌੜ ਜਾਵਾਂ ਇੱਥੋਂ, ਪਰ ਫਿਰ ਮੇਰੇ ਬਾਪ ਦਾ ਘਰ, ਮੇਰੇ ਬਾਪ ਦੀ ਜ਼ਮੀਨ, ਸਭ ਕੁਝ ਵਿਕ ਜਾਣਾ ਹੈ। ਹੁਣ ਰਸਤੇ ਤਿੰਨੇ ਹੀ ਹੈ। ਹੁਣ ਜ਼ਰਾ ਸੋਚੋ ਲੜਕੀ ਨੇ ਕਿਹੜਾ ਰਸਤਾ ਚੁਣਿਆ। ਇਹ ਤੁਹਾਨੂੰ ਪੁੱਛ ਰਹੇ ਹਾਂ ਅਸੀਂ। ਉਹ ਪੰਚਾਇਤ ਨੂੰ ਦੱਸੇਗੀ ਕਿ ਸੇਠ ਧੋਖੇਬਾਜ਼ ਹੈ, ਫਿਰ ਸੇਠ ਦੁਸ਼ਮਣ ਬਣ ਗਿਆ ਉਹਦੇ ਬਾਪ ਦਾ, ਤਾਂ ਉਹਦਾ ਉਹ ਪੱਥਰ ਕੱਢ ਲਏਗੀ, ਪੱਥਰ ਕੱਢ ਲਏਗੀ ਔਰ ਸੇਠ ਨਾਲ ਸ਼ਾਦੀ ਕਰ ਲਏਗੀ, ਬੁੜੇ ਸੇਠ ਨਾਲ ਸ਼ਾਦੀ ਕਰ ਲਏਗੀ, ਜਾਂ ਫਿਰ ਉਹ ਪੱਥਰ ਨਹੀਂ ਕੱਢੇਗੀ, ਉੱਥੋਂ ਚਲੀ ਜਾਏਗੀ, ਤਾਂ ਫਿਰ ਬਾਪ ਦੀ ਜ਼ਮੀਨ, ਮਕਾਨ, ਸਭ ਕੁਝ ਵਿਕ ਗਿਆ। ਜਾਂ ਕੋਈ ਚੌਥਾ ਰਸਤਾ ਵੀ ਹੈ ਕੋਈ? ਹੈ ਕੋਈ ਤੁਹਾਡੀ ਨਜ਼ਰਾਂ 'ਚ? ਕਿਹੜਾ ਰਸਤਾ ਸੇ ਅਪਣਾਏਗੀ? ਹੁਣ ਲੜਕੀ ਪਰੇਸ਼ਾਨ ਹੈ, ਮੈਂ ਕਰਾਂ ਕੀ? ਤਿੰਨੇ ਹੀ ਰਸਤੇ ਹੈ ਔਰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਸੇਠ ਦੀ ਧੋਖੇਬਾਜ਼ੀ ਬਾਰੇ ਦੱਸਾਂ ਜਾਂ ਪੱਥਰ ਕੱਢ ਲਵਾਂ, ਔਰ ਜਾਂ ਮੈਂ ਮਨਾ ਕਰ ਦੇਵਾਂ ਮੈਂ ਪੱਥਰ ਨੂੰ ਕੱਢਣਾ ਹੀ ਨਹੀਂ ਹੈ ਔਰ ਬਾਪ ਦੀ ਜ਼ਮੀਨ ਵਿਕਦੀ ਵਿਕ ਜਾਵੇ। ਪਰ ਨਹੀਂ, ਉਹ ਤਾਂ ਫਿਰ ਬਾਪ ਸੜਕ ਤੇ ਆ ਜਾਏਗਾ, ਰਸਤੇ ਤੇ ਆ ਜਾਏਗਾ। ਲੜਕੀ ਪਰੇਸ਼ਾਨ ਹੈ, ਮੈਂ ਕਰਾਂ ਕੀ? ਹਾਲੇ ਇਸੇ ਪਰੇਸ਼ਾਨੀ ਵਿੱਚ ਲੜਕੀ। ਤਾਂ ਪੰਚਾਇਤ ਕਹਿ ਰਹੀ ਹੈ ਬੇਟਾ ਦੇਖਦੀ ਕੀ ਆ, ਜਲਦੀ ਪੱਥਰ ਕੱਢ, ਕਿਉਂਕਿ ਸੇਠ ਕਹਿ ਰਹੇ ਹੁਣ ਦੇਖਦੇ ਕੀ, ਕੱਢੋ ਪੱਥਰ। ਲੜਕੀ ਨੂੰ ਕਿਹਾ ਪੰਚਾਇਤ ਨੇ ਬੇਟਾ ਦੇਖਦੀ ਕੀ, ਪੱਥਰ ਕੱਢ। ਲੜਕੀ ਪਰੇਸ਼ਾਨ ਹੈ ਕਿਉਂਕਿ ਲੜਕੀ ਨੂੰ ਪਤਾ ਦੋਨੇ ਕਾਲੇ ਹੈ। ਹੁਣ ਲੜਕੀ ਪਰੇਸ਼ਾਨ ਹੈ, ਕੀ ਕਰਾਂ? ਤਾਂ ਅਚਾਨਕ ਉਹਦੀ ਨਜ਼ਰ ਕਿੱਧਰ ਗਈ? ਕਿੱਧਰ ਗਈ ਨਜ਼ਰ? ਕਿ ਜਿੱਥੇ ਪੰਚਾਇਤ ਹੋ ਰਹੀ ਸੀ ਉੱਥੇ ਪਿੱਛੇ ਇੱਕ ਫਕੀਰ ਆਏ ਔਰ ਪੇੜ ਥੱਲੇ ਬਹਿ ਗਏ।
ਔਰ ਫਕੀਰਾਂ ਦੇ ਚਿਹਰੇ ਤੇ ਇੱਕ ਸ਼ਾਂਤੀ ਹੈ, ਇੱਕ ਨੂਰ ਹੈ। ਜਦੋਂ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਬੇਟਾ ਜਲਦੀ ਕਰ, ਤਾਂ ਲੜਕੀ ਨੇ ਹੱਥ ਜੋੜੇ ਕਿ ਦੇਖੋ ਇਹ ਮੇਰੀ ਜ਼ਿੰਦਗੀ ਦਾ ਫੈਸਲਾ ਹੈ ਔਰ ਮੈਂ ਚਾਹੁੰਦੀ ਹਾਂ ਇਹ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰੀ ਫਕੀਰਾਂ ਦਾ ਆਸ਼ੀਰਵਾਦ ਵੀ ਲੈ ਲਵਾਂ, ਇੱਕ ਵਾਰ ਫਕੀਰਾਂ ਦਾ ਆਸ਼ੀਰਵਾਦ ਵੀ ਲੈ ਲਵਾਂ, ਕਿਉਂਕਿ ਐਡਾ ਵੱਡਾ ਜੀਵਨ ਦਾ ਫੈਸਲਾ ਹੈ ਤਾਂ ਬਿਨਾਂ ਗੁਰੂ ਰਹਿਬਰਾਂ ਦੇ ਫਕੀਰਾਂ ਦੇ ਆਸ਼ੀਰਵਾਦ ਤੋਂ ਇਹ ਫੈਸਲੇ ਕਦੀ ਸਫਲ ਨਹੀਂ ਹੁੰਦੇ। ਇਸ ਲਈ ਤੁਸੀਂ ਦੇਖਦੇ ਨਾ ਕੋਈ ਵੀ ਸ਼ੁਭ ਕਾਰਜ ਕਰਨਾ ਹੋਵੇ ਤਾਂ ਬੰਦਾ ਗੁਰੂ ਘਰ 'ਚ ਜਾਂਦਾ ਹੈ, ਜਾਂ ਜਿਹਨੂੰ ਵੀ ਇਨਸਾਨ ਦਿਲੋਂ ਮੰਨਦਾ ਉਹਦੇ ਅੱਗੇ ਨਮਸਕਾਰ ਕਰਦਾ ਹੈ, ਉਹਨੂੰ ਯਾਦ ਕਰਦਾ ਤਾਂ ਫਿਰ ਆਪਣਾ ਉਹ ਕੰਮ ਕਰਦਾ ਹੈ। ਬੰਦਾ ਕਹਿੰਦਾ ਹੁਣ ਮੇਰਾ ਕੰਮ ਸਫਲ ਹੋ ਜਾਣਾ ਕਿਉਂਕਿ ਮੇਰਾ ਸਤਿਗੁਰ ਮੇਰੇ ਨਾਲ ਹੈ। ਤਾਂ ਲੜਕੀ ਨੇ ਕਿਹਾ ਕਿਉਂਕਿ ਹੋਰ ਕੋਈ ਤਾਂ ਰਸਤਾ ਹੈ ਨਹੀਂ, ਹੁਣ ਤਿੰਨੇ ਹੀ ਰਸਤੇ ਆ ਔਰ ਤਿੰਨੇ ਹੀ ਲੜਕੀ ਕਰ ਨਹੀਂ ਸਕਦੀ, ਕਿਉਂਕਿ ਤਿੰਨਾਂ ਪਾਸੇ ਜਿੱਦਾਂ ਕਹਿ ਲਓ ਇੱਧਰ ਕੂਆਂ ਉੱਧਰ ਖਾਈ ਤਾਂ ਦੂਜੇ ਪਾਸੇ ਮੌਤ ਖੜੀ ਹੈ, ਹੁਣ ਜਾਵਾਂ ਕਿੱਧਰ। ਹੁਣ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਠੀਕ ਹੈ ਬੇਟਾ ਗੱਲ ਤਾਂ ਹੈ ਕਿ ਤੇਰੀ ਜ਼ਿੰਦਗੀ ਦਾ ਸਵਾਲ ਹੈ, ਜਾਂ ਲਿਆ ਆਸ਼ੀਰਵਾਦ, ਸਾਹਮਣੇ ਤਾਂ ਫਕੀਰ ਬੈਠੇ ਆ, ਤੂੰ ਕਿਹੜਾ ਦੌੜ ਚੱਲੀ ਕਿਤੇ। ਲੜਕੀ ਗਈ, ਫਕੀਰ ਸਾਹਮਣੇ ਪੇੜ ਥੱਲੇ ਬੈਠੇ ਹੈ, ਉਹਨੇ ਚਿਹਰੇ ਤੇ ਇੱਕ ਸ਼ਾਂਤੀ, ਇੱਕ ਨੂਰ, ਇੱਕ ਆਨੰਦ ਹੈ। ਲੜਕੀ ਨੇ ਮੱਥਾ ਟੇਕਿਆ, ਲੜਕੀ ਦੇ ਅੱਖਾਂ 'ਚ ਪਾਣੀ ਆ ਗਿਆ, ਕਿਉਂਕਿ ਜਦੋਂ ਇਦਾਂ ਦੀ ਦੁਵਿਧਾ ਵਿੱਚ ਹੋਵੇ, ਜਾਨ ਕੁੜੱਕੀ 'ਚ ਫਸੀ ਹੋਵੇ, ਮੁਸ਼ਕਿਲ 'ਚ ਫਸੀ ਹੋਵੇ, ਕੋਈ ਰਸਤਾ ਨਜ਼ਰ ਨਾ ਆਉਂਦਾ ਹੋਵੇ ਨਿਕਲਣ ਨੂੰ, ਤਾਂ ਬੰਦਾ ਕਿੰਨਾ ਬੇਵੱਸ ਹੋ ਜਾਂਦਾ ਹੈ। ਔਰ ਫਿਰ ਉਹੀ ਬੇਵੱਸੀ ਇਨਸਾਨ ਦਾ ਦੁੱਖ ਬਣ ਕੇ ਅੱਖਾਂ 'ਚੋਂ ਆਂਸੂਆਂ ਦੇ ਰੂਪ ਵਿੱਚ ਛਲਕਦਾ ਹੈ। ਹੁਣ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ, ਰੋ ਰਹੀ ਹੈ। ਫਕੀਰਾਂ ਨੇ ਕਿਹਾ ਬੇਟਾ ਕੀ ਗੱਲ ਹੋ ਗਈ, ਉਹਨਾਂ ਸਾਰੀ ਗੱਲ ਦੱਸ ਦਿੱਤੀ ਫਟਾਫਟ। ਤੇ ਮਹਾਰਾਜ ਇਦਾਂ ਸ਼ਾਹੂਕਾਰ ਨੇ 3 ਸ਼ਰਤਾਂ ਰੱਖੀਆਂ ਹੈ, ਝੋਲੀ 'ਚ ਪੱਥਰ ਪਾਏ ਹੈ, ਮੈਂ ਪੰਚਾਇਤ ਨੂੰ ਤਾਂ ਦੱਸ ਨਹੀਂ ਸਕਦੀ, ਪਰ ਤੁਸੀਂ ਰੱਬ ਦਾ ਰੂਪ ਫਕੀਰ ਹੋ, ਤੁਹਾਡੇ ਤੋਂ ਮੈਂ ਕੁਝ ਲੁਕੋ ਨਹੀਂ ਸਕਦੀ, ਤੁਹਾਨੂੰ ਮੈਂ ਸਾਰੀ ਗੱਲ ਦੱਸ ਰਹੀ ਹਾਂ। ਹੁਣ ਜੇ ਮੈਂ ਪੱਥਰ ਕੱਢਦੀ ਆ ਤਾਂ ਦੋਨੇ ਪੱਥਰ ਕਾਲੇ ਐ, ਜੇ ਮੈਂ ਪੱਥਰ ਕੱਢਦੀ ਆ ਤਾਂ ਮੈਨੂੰ ਸੇਠ ਨਾਲ ਸ਼ਾਦੀ ਕਰਨੀ ਪੈਂਦੀ ਹੈ, ਜੇ ਮੈਂ ਪੰਚਾਇਤ ਨੂੰ ਦੱਸਦੀ ਆ ਤਾਂ ਸੇਠ ਮੇਰਾ ਔਰ ਮੇਰੇ ਬਾਪ ਦਾ ਦੁਸ਼ਮਣ ਬਣ ਜਾਏਗਾ, ਤਾਂ ਜੇ ਮੈਂ ਨਹੀਂ ਕੱਢਦੀ ਚਲੀ ਜਾਂਦੀ ਆ ਤਾਂ ਮੇਰੇ ਬਾਪ ਨੂੰ ਆਪਣੀ ਜ਼ਮੀਨ, ਆਪਣਾ ਮਕਾਨ ਸਭ ਕੁਝ ਵੇਚਣਾ ਪੈਣਾ ਹੈ। ਸੋ ਮਹਾਰਾਜ ਤਾਂ ਮੈਂ ਬੇਵੱਸ ਹਾਂ ਕਿ ਮੈਂ ਕੀ ਕਰਾਂ। ਫਕੀਰ ਮੁਸਕਰਾਏ, ਕਹਿੰਦੇ ਬਸ ਬੇਟਾ ਇੰਨੀ ਕੁ ਗੱਲ ਹੈ, ਇੰਨੀ ਕੁ ਗੱਲ ਤੋਂ ਤੂੰ ਦਿਲ ਥੋੜਾ ਕਰਕੇ ਬੈਠੀ ਹੈ, ਰੋ ਰਹੀ ਆ। ਉਹ ਕਹਿੰਦੀ ਮਹਾਰਾਜ ਇੰਨੀ ਕੁ ਗੱਲ, ਮੇਰੀ ਪੂਰੀ ਜ਼ਿੰਦਗੀ ਦਾਅ ਤੇ ਲੱਗੀ ਹੈ, ਮੇਰੇ ਔਰ ਮੇਰੇ ਬਾਪ ਦੀ ਪੂਰੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ, ਔਰ ਤੁਸੀਂ ਕਹਿ ਰਹੇ ਹੋ ਇੰਨੀ ਕੁ ਗੱਲ। ਫਕੀਰ ਕਹਿੰਦੇ ਹਾਂ ਬੇਟਾ, ਜਦੋਂ ਮੁਰਸ਼ਿਦ ਦਾ ਹੱਥ ਸਿਰ ਤੇ ਹੋਵੇ, ਸਤਿਗੁਰ ਦਾ ਹੱਥ ਸਿਰ ਤੇ ਹੋਵੇ, ਤਾਂ ਫਿਰ ਬੜੀ ਤੋਂ ਬੜੀ ਮੁਸ਼ਕਿਲ ਵੀ ਇੰਨੀ ਕੁ ਹੋ ਜਾਂਦੀ ਹੈ, ਛੋਟੀ ਹੋ ਜਾਂਦੀ ਹੈ। ਠੀਕ ਹੈ ਤੇਰੇ ਵਾਸਤੇ ਗੱਲ ਬਹੁਤ ਬੜੀ ਹੈ, ਤੇਰੇ ਬਾਪ ਵਾਸਤੇ ਗੱਲ ਬਹੁਤ ਬੜੀ ਹੈ, ਪਰ ਫਕੀਰਾਂ ਵਾਸਤੇ ਇਹ ਗੱਲ ਬੜੀ ਛੋਟੀ ਜਿਹੀ ਹੈ। ਜੇ ਹੁਣ ਫਕੀਰਾਂ ਦੀ ਸ਼ਰਨ ਵਿੱਚ ਆਈ ਗਈ ਹੈ, ਤੂੰ ਫਕੀਰ ਦੀ ਸ਼ਰਨ ਵਿੱਚ ਆਈ ਗਈ ਹੈ, ਤਾਂ ਲੈ ਤੈਨੂੰ ਯੁਕਤੀ ਦਿੰਦੇ ਆ ਮੁਸ਼ਕਿਲ ਚੋਂ ਨਿਕਲਣ ਦੀ। ਹੁਣ ਕੀ ਫਕੀਰਾਂ ਨੇ ਯੁਕਤੀ ਦਿੱਤੀ ਜਰਾ ਸਮਝਣਾ, ਕਿਉਂਕਿ ਜਿੱਦਾਂ ਦੱਸਿਆ ਹਰ ਮੁਸ਼ਕਿਲ ਚੋਂ ਨਿਕਲਣ ਦੀ ਯੁਕਤੀ ਸਾਨੂੰ ਸੰਤ ਫਕੀਰ ਹੀ ਦਿੰਦੇ ਆ। ਹੁਣ ਕੀ ਯੁਕਤੀ ਦਿੱਤੀ ਫਕੀਰਾਂ ਨੇ? ਫਕੀਰ ਕਹਿੰਦੇ ਇਸ ਮੁਸ਼ਕਿਲ ਚੋਂ ਨਿਕਲਣ ਦਾ ਰਸਤਾ ਅਸੀਂ ਤੈਨੂੰ ਦੱਸਦੇ ਹਾਂ, ਲੈ ਆ ਯੁਕਤੀ ਤੈਨੂੰ ਦਿੰਦੇ ਆ, ਏਦਾਂ ਕਰ ਤੇਰੀ ਮੁਸ਼ਕਿਲ ਦੂਰ ਹੋ ਗਈ। ਲੜਕੀ ਕਹਿੰਦੀ ਕੀ ਕਰਾਂ? ਫਕੀਰ ਕਹਿੰਦੇ ਇੱਧਰ ਆ, ਔਰ ਉਹਨੂੰ ਥੋੜਾ ਕੋਲ ਬੁਲਾਇਆ, ਫਕੀਰਾਂ ਨੇ ਉਹਦੇ ਕੰਨ 'ਚ ਦੱਸਿਆ, ਕਿਉਂਕਿ ਯੁਕਤੀ ਹਮੇਸ਼ਾ ਕੰਨ 'ਚ ਦਿੱਤੀ ਜਾਂਦੀ ਹੈ, ਰੌਲਾ ਨਹੀਂ ਪਾਇਆ ਜਾਂਦਾ। ਫਕੀਰਾਂ ਨੇ ਉਹਦੇ ਕੰਨ 'ਚ ਯੁਕਤੀ ਦਿੱਤੀ ਕਿ ਬੇਟਾ ਤੂੰ ਇਸ ਤਰ੍ਹਾਂ ਕਰਨੀ ਹੈ, ਲੈ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਜਦੋਂ ਯੁਕਤੀ ਲੜਕੀ ਨੇ ਸੁਣੀ ਤਾਂ ਜਿੱਥੇ ਲੜਕੀ ਦੇ ਚਿਹਰੇ ਤੇ ਉਦਾਸੀ ਸੀ, ਨਿਰਾਸ਼ਾ ਸੀ, ਅੱਖਾਂ 'ਚ ਦੁੱਖ ਦੇ ਆਂਸੂ ਸੀ, ਜਿੱਦਾਂ ਹੀ ਫਕੀਰਾਂ ਦੀ ਯੁਕਤੀ ਸੁਣੀ ਲੜਕੀ ਦੇ ਚਿਹਰੇ ਤੇ ਖੁਸ਼ੀ ਆ ਗਈ, ਆਨੰਦ ਆ ਗਿਆ, ਸ਼ਾਂਤੀ ਆ ਗਈ। ਕਿਉਂਕਿ ਇਹੀ ਤਾਂ ਫਕੀਰਾਂ ਦੀ ਯੁਕਤੀ ਹੁੰਦੀ ਹੈ ਕਿ ਜਿੱਥੇ ਇਨਸਾਨ ਦੇ ਜੀਵਨ 'ਚ ਨਿਰਾਸ਼ਾ ਹੁੰਦੀ ਹੈ, ਉਦਾਸੀ ਹੁੰਦੀ ਹੈ, ਪਰੇਸ਼ਾਨੀ ਹੁੰਦੀ ਹੈ, ਚਿੰਤਾ ਹੁੰਦੀ ਹੈ, ਜਦੋਂ ਇਨਸਾਨ ਨੂੰ ਫਕੀਰਾਂ ਕੋਲੋਂ ਯੁਕਤੀ ਮਿਲ ਜਾਂਦੀ ਹੈ ਤੇ ਇਨਸਾਨ ਦੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ, ਸਾਰੀ ਨਿਰਾਸ਼ਾ, ਸਾਰੀ ਉਦਾਸੀ ਖਤਮ ਹੋ ਜਾਂਦੀ ਹੈ ਔਰ ਇਨਸਾਨ ਦੇ ਜੀਵਨ 'ਚ ਖੁਸ਼ੀ, ਆਨੰਦ, ਸ਼ਾਂਤੀ ਆ ਜਾਂਦੀ ਹੈ। ਹੁਣ ਉਹ ਲੜਕੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ, ਕਹਿੰਦੀ ਮਹਾਰਾਜ ਵਾਕਈ ਜੀਵਨ 'ਚ ਗੁਰੂ ਦਾ ਹੋਣਾ, ਮੁਰਸ਼ਿਦ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਦਾਂ ਦੀਆਂ ਮੁਸ਼ਕਿਲ ਘੜੀਆਂ 'ਚੋਂ ਗੁਰੂ ਹੀ ਯੁਕਤੀ ਦੇ ਕੇ ਕੱਢਦਾ ਹੈ। ਇਦਾਂ ਦੀਆਂ ਮੁਸ਼ਕਿਲ ਘੜੀਆਂ 'ਚੋਂ ਗੁਰੂ ਹੀ ਬਾਂਹ ਫੜ ਕੇ ਇਨਸਾਨ ਨੂੰ ਕੱਢਦਾ ਹੈ ਕਿ ਅੱਜ ਵਾਕਈ ਆ ਯੁਕਤੀ ਦੇ ਕੇ ਤੁਸੀਂ ਮੇਰੀ ਜ਼ਿੰਦਗੀ ਬਚਾ ਲਈ, ਮੇਰੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਫਕੀਰ ਕਹਿੰਦੇ ਫਿਰ ਦੇਖਦੀ ਕੀ ਹੈ? ਯੁਕਤੀ ਸੁਣ ਸਾਰੇ ਲੈਂਦੇ ਆ, ਪਰ ਉਹਨੂੰ ਜਿਹੜਾ ਅਜਮਾਂਦਾ ਹੈ, ਉੱਤੇ ਅਮਲ ਕਰਦਾ ਆ, ਫਾਇਦਾ ਤਾਂ ਉਹੀ ਲੈ ਜਾਂਦਾ ਹੈ। ਜਾ ਕੇ ਅਮਲ ਕਰ, ਕਿਉਂਕਿ ਅਮਲ ਕਰਨ ਦਾ ਵਕਤ ਆ ਗਿਆ। ਹੁਣ ਲੜਕੀ ਉੱਠੀ,
जरा समझना, लड़की उठी, उठ के बड़े शान नाल मुस्कुरांदी हुई, हसदी हुई पंचायत वाल जा रही है, जिथे वो सेठ खड़ा है, वो झोली लैके जे चो पत्थर कढ़ना है। पंचायत के भी लोग हैरान हो गए कि लड़की के चेहरे ते उदासी सी, निराशा सी, एक डर सी, एक चिंता सी जदों गई सी, पर हुण आ रही है तो कितनी खुशी है, चेहरे ते एक चमक है। क्योंकि जदों अंदर आनंद होवे, अंदर शांति होवे, अंदर खुशी होवे तो चेहरे ते चमक आई जाती है। तो जदों अंदर डर होवे, चिंता होवे, उदासी होवे तो चेहरा भी फिक्का फिक्का हो जाता है। ताही तो बंदे का चेहरा देख के पता लग जाता है कि बंदा खुश है या बंदा दुखी है, उदास है। हुण लड़की बड़ी खुशी दे नाल गई, खुशी दे नाल गई। तो उस वेले पंचायत ने कहा, लै बेटा लै लिया फकीरां दा आशीर्वाद? वो कहंदी आशीर्वाद लै लिया, मिल गया जो मैनू चाहिदा सी, हर मुश्किल का हल मिल गया। कि मैनू सिर्फ आशीर्वाद नहीं मिलिया, ताही तो कहा जाता कि फकीरां दे दर ते जाओ तो जदों असीं सिर झुकांदे आ, नमस्कार करदे आ, तो समझ लो आशीर्वाद नहीं मिलता, वो सानू हर मुश्किल चों निकलण दा रास्ता मिल जाता है, हर मुश्किल चों निकलण दी चाबी मिल जाती है। लड़की कहंदी सिर्फ आशीर्वाद नहीं मिलिया, मैनू हर मुश्किल दी कुंजी मिल गई, हर मुश्किल चों निकलण दा मार्ग मिल गया, हुण मैं तैयार हां। सेठ कहंदा लै फिर पा झोली च हथ और कढ पत्थर, और मैं एक बार फिर कह देवां जे काला निकलिया तैनू बिना सवाल जवाब तो मेरे नाल शादी करनी पेगी, क्योंकि हुण किस्मत की गल है। तो लड़की हसी मन च, कहंदी पता मैनू कितनी किस्मत की गल है, ये सारी तेरी चलाकी है। किस्मत की गल तो हुंदी जे कोई काला पत्थर हुंदा कि सफेद हुंदा, पर इत्थे तां हैगे ही काले, ये किस्मत नहीं है, तेरी चलाकी है। पर कोई गल नहीं, तू जिन्नियां मर्जी चलाकियां खेल, मेरे नाल हुण मेरा मुर्शद है, और जिहदे नाल मुर्शद होवे फिर दुनिया दे चलाकियां दा असर उत्ते नहीं चलदा। सेठ कहंदा सोच की रही है, पा हथ। हुण झोली उन्नी क, लड़की ने विच हथ पाया, एक पत्थर कढ़िया मुट्ठी बंद करके, कढ़िया भी इदां किसे नूं दिसे ना, एक पत्थर विचों कढ़िया। हुण जदों लड़की ने पत्थर बाहर कढ़िया, जदों बाहर कढ़िया तो सारी पंचायत, सेठ भी कहंदा दिखा तेरे हाथ च किहड़ा पत्थर है, काला या सफेद? जे काला है तो तेनू मेरे नाल शादी करनी पेगी, जे सफेद है तो तेरा कर्जा माफ, तेरे बाप का कर्जा माफ, तेनू शादी करने की लोड़ नहीं, खोल मुट्ठी। तो हुण लड़की की मुट्ठी बंद, सारी पंचायत, ओदा बाप भी जानना चाहता है कि बेटी के हाथ च की है, काला पत्थर है या चिट्ठा पत्थर। हुण जिद्दां तुसीं जानना चाहते हो ना, इसी तरह सारी पंचायत जानना चाहती है। और सेठ नूं तां पता ही सी कि है ही काला, क्योंकि मैं पाए काले सी, लड़की नूं पता सी काला है। पर हुण लड़की निश्चिंत है, निडर है, बेफिक्री है, क्योंकि उन्होंने युक्ति मिल गई है गुरु दे कोलों ये मुश्किल चों निकलण दी। हुण सेठ ने कहा खोल मुट्ठी, पंचायत के सरपंच ने भी कहा बेटा खोल मुट्ठी ताकि पता लगे, फैसला करिए, ये पंचायत फैसला करे कि तेरी इन्ना शादी होनी है या सारा कर्जा माफ। लड़की कहती लो मैं हुणे खोल दी हां, कह के लड़की घूमन लगी, जिद्दां ही घूमन लगी कि लड़की नूं चक्कर आ गए, लड़की थल्ले गिर गई, चक्कर आए लड़की थल्ले गिर गई, थल्ले गिरी, मुट्ठी खोल दी, थल्ले कई पत्थर सी, वो पत्थर भी चला गया बिच, बाकी पत्थर मिक्स हो गया। तो लड़की कहती ओहो चक्कर आने के नाल मेरे हथों पत्थर थल्ले गिर गया। पंचायत कहती पुत्ते की कीता, हुण पता किदां लगेगा तू चिट्टा पत्थर चक्केगा काला? तो लड़की कहती महाराज मैं तो एक पत्थर चक लिया थल्ले गिर गया, हुण तुसीं सेठ दी झोली च देख लो, जे काला होया तो इसदा मतलब मैं चिट्टा चक्किया सी, ते जे चिट्टा होया तो इसदा मतलब मैं काला चक्किया सी। हुण सेठ दी झोली च तां पहले ही काले सी। पंचायत ने कहा गल तो ठीक है सेठ जी, अपनी झोली दसो ये किहड़ा पत्थर है, क्योंकि वो तो लड़की के हथों चक्कर आने नाल थल्ले डिग गया, हुण ओहदा तो पता लग नहीं सकता जो गिर गया, पर जिहड़ा तुहाडी झोली च ओहदा तो पता लग सकता कि लड़की ने किहड़ा चक्किया सी। हुण सेठ दे पैरां थल्ले जमीन निकल गई। सेठ कहंदा हुण तां है ही काला, पर हुण ना भी नहीं कर सकदा क्योंकि पंचायत कह रही है दिखा झोली च की है। हुण जिद्दां ही सेठ ने झोली खोली, विचों काला पत्थर निकलिया, तो पंचायत ने कहा लो जी फैसला हो गया, लड़की ने चिट्टा चक्किया सी, हुण ना लड़की नूं शादी करनी पेगी तो लड़की के बाप का कर्जा भी माफ, जाओ आराम करो। एडी वड्डी मुश्किल सी उस लड़की वास्ते जिन्हों फकीरां ने अपनी युक्ति के जरिए
ਚੁਟਕੀ ਨਾਲ ਹੀ ਹੱਲ ਕਰ ਦਿੱਤਾ। ਜਿੱਥੇ ਤੱਕ ਕੋਈ ਨਹੀਂ ਸੋਚ ਸਕਦਾ, ਜਿੱਥੇ ਤੱਕ ਕੋਈ ਨਹੀਂ ਪਹੁੰਚ ਸਕਦਾ, ਉੱਥੇ ਪਹੁੰਚਦੀ ਹੈ ਫਕੀਰਾਂ ਦੀ ਸਮਝ। ਤਾਂ ਹੀ ਤਾਂ ਹਮੇਸ਼ਾ ਦੱਸੀਦਾ ਹੈ, ਜਦੋਂ ਚਾਰੋਂ ਪਾਸਿਓਂ ਰਸਤੇ ਬੰਦ ਨਜ਼ਰ ਆਣ ਤਾਂ ਫਿਰ ਹੋਣਾ ਚਾਹੀਦਾ ਐਸਾ ਫਕੀਰ, ਐਸਾ ਮੁਰਸ਼ਿਦ ਸਾਡੇ ਜੀਵਨ 'ਚ ਕਿ ਜਿਹਨੂੰ ਯਾਦ ਕਰੀਏ ਔਰ ਸਾਨੂੰ ਹਰ ਮੁਸ਼ਕਿਲ ਦੀ ਉਹ ਕੁੰਜੀ ਦੇ ਦੇਵੇ, ਹਰ ਮੁਸ਼ਕਿਲ ਚੋਂ ਨਿਕਲਦਾ ਰਸਤਾ ਦਿਖਾ ਦੇਵੇ, ਕਿਉਂਕਿ ਇਹ ਕੰਮ ਕਾਮਿਲ ਗੁਰੂ, ਕਾਮਿਲ ਫਕੀਰ ਹੀ ਕਰ ਸਕਦੇ ਹੈ। ਲੜਕੀ ਦੀ ਕਿੰਨੀ ਵੱਡੀ ਮੁਸ਼ਕਿਲ ਸੀ, ਘਰ ਵੀ ਜਾ ਰਿਹਾ ਸੀ, ਜ਼ਮੀਨ ਵੀ ਜਾ ਰਹੀ ਸੀ, ਜਾਂ ਇਸ ਜੀਵਨ ਦੇਖ ਲਓ ਪੂਰਾ ਜੀਵਨ ਵੀ ਜਾ ਰਿਹਾ ਸੀ। ਹੁਣ ਡਰੀ ਹੋਈ ਸੀ ਕਰਾਂ ਕੀ, ਪਰ ਫਕੀਰਾਂ ਨੇ ਉਹ ਐਡੀ ਵੱਡੀ ਮੁਸ਼ਕਿਲ ਨੂੰ ਇੱਕ ਛੋਟੀ ਜਿਹੀ ਯੁਕਤੀ ਦੇ ਨਾਲ ਹੀ ਹੱਲ ਕਰ ਦਿੱਤਾ। ਹੁਣ ਇਹ ਯੁਕਤੀ ਕਿਸੇ ਹੋਰ ਦੇ ਦਿਮਾਗ 'ਚ ਨਹੀਂ ਆਈ, ਕਿਉਂਕਿ ਜਿੱਦਾਂ ਹੀ ਦੱਸੀਦਾ ਇੱਥੇ ਵੀ ਕਹਿਣਾ ਚਾਹਾਂਗੇ, ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮੁਰਸ਼ਦ ਦੇ ਆਈ, ਮੁਰਸ਼ਦ ਨਜ਼ਰ ਕਰੇ ਜਿਸ ਵੇਲੇ ਤਾਂ ਮੁਸ਼ਕਿਲ ਰਹੇ ਨਾ ਤਾਈ। ਹੁਣ ਜ਼ਰਾ ਸੋਚੋ ਕਿ ਤੁਹਾਡੇ ਜੀਵਨ 'ਚ ਐਸਾ ਮੁਰਸ਼ਦ ਹੈ ਕਿ ਤੁਸੀਂ ਐਸੇ ਮੁਰਸ਼ਦ ਦੇ ਨਾਲ ਜੁੜੇ ਹੋ, ਸਤਿਗੁਰ ਦੇ ਨਾਲ ਜੁੜੇ ਹੋ, ਜੋ ਤੁਹਾਨੂੰ ਐਸੀ ਯੁਕਤੀ ਦੇ ਦੇਵੇ, ਉਹ ਯੁਕਤੀ ਦਾ ਬੀਜ ਤੁਹਾਡੇ ਜੀਵਨ 'ਚ ਬੀਜ ਦੇਵੇ, ਜੋ ਤੁਹਾਡੇ ਜੀਵਨ 'ਚ ਖੁਸ਼ੀਆਂ ਦੀ, ਆਨੰਦ ਦੀ, ਸ਼ਾਂਤੀ ਦੀ, ਕਾਮਯਾਬੀ ਦੀ ਫਸਲ ਲੈ ਆਵੇ। ਅਗਰ ਨਹੀਂ ਹੈ ਤਾਂ ਫਿਰ ਸਮਝ ਲਓ ਹੋਰ ਜਿੰਨਾ ਮਰਜ਼ੀ ਤੁਸੀਂ ਦੌੜਾਂ ਦੌੜੀ ਜਾਓ, ਉਹ ਕਿਸਾਨ ਦੇ ਬੇਟੇ ਮੰਗੋ, ਹਲ ਵੀ ਵਾਲੋ, ਸੁਹਾਗੀ ਵੀ ਦੇ ਲਓ, ਪਾਣੀ ਵੀ ਲਾ ਲਓ, ਰਾਖੀਆਂ ਵੀ ਕਰ ਲਓ, ਪਰ ਜੇ ਬੀਜ ਹੀ ਨਾ ਹੋਇਆ ਤਾਂ ਫਸਲ ਕਦੀ ਉਗਣੀ ਨਹੀਂ ਹੈ। ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਜੀਵਨ 'ਚ ਖੁਸ਼ੀਆਂ ਦੀ ਫਸਲ ਉਗਣੀ, ਕਿ ਸਾਡੇ ਜੀਵਨ 'ਚ ਵੀ ਖੁਸ਼ੀਆਂ ਦੀ ਫਸਲ ਲਹਿਲਹਾਵੇ, ਤਾਂ ਇੱਥੇ ਯਾਦ ਰੱਖਣਾ ਗੁਰਬਾਣੀ ਦਾ ਵਾਕਿਆ ਹੈ ਨਾ, ਇੱਕ ਬਚਨ ਆਂਦਾ ਹੈ ਕਿ ਸੋ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ। ਹੁਣ ਇੱਥੇ ਵੀ ਦੱਸਿਆ, ਹੁਣ ਹਰਿਆਵਲੀ ਦਾ ਮਤਲਬ ਕੀ, ਕਿ ਉਦੋਂ ਹੀ ਇਨਸਾਨ ਦੇ ਜੀਵਨ ਰੂਪੀ ਧਰਤੀ ਹਰਿਆਵਲੀ ਹੁੰਦੀ ਹੈ। ਗੁਰੂਆਂ ਰਹਿਬਰਾਂ ਦੇ, ਸੰਤਾਂ ਦੇ ਵਚਨ, ਫਕੀਰਾਂ ਦੇ ਵਚਨ ਇਹ ਬੜਾ ਮਾਇਨਾ ਰਖਾਉਂਦੇ ਆ, ਬੜੀ ਗਹਿਰਾਈ ਹੁੰਦੀ ਹੈ ਇਹਨਾਂ 'ਚ, ਕਿ ਹਰਿਆਵਲੀ ਇੱਥੇ ਇਸ਼ਾਰਾ ਧਰਤੀ ਦੀ ਤਰਫ ਨਹੀਂ ਹੈ। ਇਹ ਧਰਤੀ ਯਾਨੀ ਤੁਹਾਡੀ ਇਹ ਜ਼ਿੰਦਗੀ, ਤੁਹਾਡਾ ਇਹ ਜੀਵਨ, ਕਿ ਤੁਹਾਡੇ ਜੀਵਨ 'ਚ ਵੀ ਉਸ ਵੇਲੇ ਖੁਸ਼ੀਆਂ ਦੀ ਫਸਲ ਲਹਿਲਹਾਏਗੀ, ਉਸੇ ਵੇਲੇ ਜੀਵਨ 'ਚ ਖੁਸ਼ੀਆਂ ਆਣਗੀਆਂ ਜਦੋਂ ਸਤਿਗੁਰ ਦੀ ਯੁਕਤੀ, ਸਤਿਗੁਰ ਦਾ ਪ੍ਰੇਮ ਤੁਹਾਡੇ ਅੰਦਰ ਬੈਠ ਜਾਏਗਾ, ਜਦੋਂ ਗਿਆਨ ਤੁਹਾਡੇ ਅੰਦਰ ਜਾਏਗਾ, ਫੇਰ ਹੀ ਤੁਹਾਡੇ ਜੀਵਨ 'ਚੋਂ ਆਨੰਦ ਦੀ ਬਰਸਾਤ ਹੋਏਗੀ। ਔਰ ਇਹਦੇ ਬਾਰੇ ਕਬੀਰ ਸਾਹਿਬ ਕਹਿ ਰਹੇ ਹੈ, ਇੱਕ ਵਾਰ ਫਿਰ ਕਬੀਰ ਸਾਹਿਬ ਦਾ ਵਚਨ ਉਹ ਸ਼ਬਦ ਦੁਹਰਾਣਾ ਚਾਹਾਂਗੇ ਕਿ ਕਬੀਰ ਸਾਹਿਬ ਕਹਿੰਦੇ, ਖੇਤ ਨਾ ਉਪਜੇ ਬੀਜ ਬਿਨ ਜਲ ਸਿੰਚੇ ਕਿਆ ਹੋਏ, ਸੁਖ ਨਾ ਮਿਲੇ ਗੁਰੂ ਯੁਕਤੀ ਬਿਨ ਸੁਨ ਲੈ ਹੋ ਸਭ ਕੋਏ। ਉਹ ਕਹਿੰਦੇ ਜੇ ਜੀਵਨ 'ਚ ਸੁੱਖ ਚਾਹੀਦਾ ਨਾ ਤਾਂ ਹੋਰ ਤੂੰ ਜਿੰਨੇ ਮਰਜ਼ੀ ਉਪਾਏ ਕਰੀ ਜਾ, ਜਿੱਦਾਂ ਦੱਸਿਆ, ਅੱਛਾ ਕੱਪੜਾ, ਅੱਛਾ ਮਕਾਨ, ਜ਼ਮੀਨ ਜਾਇਦਾਦ, ਜੋ ਵੀ ਲੈਣਾ ਅੱਛੇ ਤੋਂ ਅੱਛਾ ਲੈ ਲਾ, ਪਰ ਉਹ ਤਾਂ ਉਹੀ ਗੱਲਾਂ ਆ, ਸੁਹਾਗੀ ਫੇਰ ਲੈ, ਖੇਤ ਨੂੰ ਪਾਣੀ ਦੇ ਲੈ, ਰਾਖੀ ਕਰ ਲੈ, ਪਰ ਸੁੱਖ ਤਾਂ ਯੁਕਤੀ ਨਾਲ ਆਣਾ ਹੈ, ਸੁੱਖ ਤਾਂ ਬੰਦਗੀ ਨਾਲ ਆਣਾ ਹੈ, ਸੁੱਖ ਤਾਂ ਸਿਮਰਨ ਨਾਲ ਆਣਾ ਹੈ, ਸੁੱਖ ਤਾਂ ਧਿਆਨ ਦੇ ਨਾਲ ਆਣਾ ਹੈ। ਔਰ ਉਹੀ ਯੁਕਤੀ ਸਾਨੂੰ ਗੁਰੂ ਦੇ ਕੋਲੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਸੁਰਤੀ ਨੂੰ ਪ੍ਰਭੂ ਨਾਲ ਜੋੜਨਾ ਹੈ, ਕਿਸ ਤਰ੍ਹਾਂ ਅਸੀਂ ਮੁਸ਼ਕਿਲ ਦੇ ਵਿੱਚੋਂ ਪਾਰ ਜਾਣਾ ਹੈ। ਇਹ ਰਸਤਾ ਸਾਨੂੰ ਸੰਤ ਗੁਰੂ ਰਹਿਬਰ ਦਿਖਾਉਂਦੇ ਹੈ। ਇਸ ਲਈ ਜ਼ਰਾ ਸਮਝਣਾ, ਸੁਖ ਨਾ ਮਿਲੇ ਗੁਰੂ ਯੁਕਤੀ ਬਿਨ ਸੁਨ ਲੈ ਹੋ ਸਭ ਕੋਏ, ਕਿ ਉਹ ਕਹਿੰਦੇ ਸਾਰੇ ਹੀ ਇਹ ਗੱਲ ਸੁਣ ਲਓ ਕਿ ਬਿਨਾਂ ਯੁਕਤੀ ਤੋਂ ਕਦੀ ਜੀਵਨ 'ਚ ਸੁੱਖ ਨਹੀਂ ਆਉਂਦਾ, ਕਿਉਂਕਿ ਯੁਕਤੀ ਰੂਪੀ ਬੀਜ ਇਹ ਜੀਵਨ ਦੀ ਜ਼ਮੀਨ 'ਚ ਜਾਏਗਾ ਤਾਂ ਫੇਰ ਹੀ ਖੁਸ਼ੀਆਂ ਦੀ ਫਸਲ ਆਏਗੀ। ਇਸ ਲਈ ਹਰੀ ਦੀ ਬੰਦਗੀ ਨਾਲ, ਪਰਮਾਤਮਾ ਦੀ ਬੰਦਗੀ ਨਾਲ ਜੁੜਨਾ ਪੈਂਦਾ ਹੈ, ਸਿਮਰਨ ਦੇ ਨਾਲ ਜੁੜਨਾ ਪੈਂਦਾ ਹੈ, ਉਹ ਨੇਕੀਆਂ ਦੇ ਬੀਜ ਜੀਵਨ 'ਚ ਬੋਣੇ ਪੈਂਦੇ ਆ, ਫਿਰ ਕਿਤੇ ਜਾ ਕੇ ਜੀਵਨ ਦੇ ਵਿੱਚ ਖੁਸ਼ੀਆਂ ਆਉਂਦੀਆਂ ਹੈ। ਔਰ ਜਿਸ ਤਰ੍ਹਾਂ ਇੱਥੇ ਸਵਾਲ ਵੀ ਆਇਆ, ਦੱਸਿਆ ਸੀ ਕਿ ਜੀਵ ਨੇ ਸਵਾਲ ਕੀਤਾ ਕਿ ਕਈ ਜਗ੍ਹਾ ਸ਼ੁਭ ਲਾਭ ਲਿਖਿਆ ਹੁੰਦਾ ਹੈ, ਇਹ ਸ਼ੁਭ ਲਾਭ ਦਾ ਕੋਈ ਫਾਇਦਾ ਵੀ ਹੁੰਦਾ ਹੈ, ਕਿ ਸ਼ੁਭ ਲਾਭ ਲਿਖਣ ਨਾਲ ਕੋਈ ਫਾਇਦਾ ਵੀ ਹੁੰਦਾ ਹੈ, ਜਾਂ ਵੈਸੇ ਹੀ ਇਹ ਲਿਖਣ ਦਾ ਕੋਈ ਜਿੱਦਾਂ ਕਹਿ ਲਓ ਫਾਇਦਾ ਹੀ ਨਹੀਂ ਹੈ। ਉਹਨੇ ਬੇਨਤੀ ਕੀਤੀ ਕਿ ਇਹਦੇ ਬਾਰੇ ਦੱਸੋ, ਤੇ ਅਸੀਂ ਦੱਸਾਂਗੇ ਕਿ ਇਹ ਸ਼ਬਦ ਨੂੰ ਜ਼ਰਾ ਗੌਰ ਨਾਲ ਪੜੋ ਕੀ ਲਿਖਿਆ ਹੈ, ਸ਼ੁਭ ਲਾਭ, ਜਰਾ ਗੌਰ ਕਰਨਾ, ਸ਼ੁਭ ਲਾਭ, ਜਰਾ ਗੌਰ ਕਰੋ, ਇਹ ਸ਼ਬਦ ਦੀ ਗਹਿਰਾਈ ਨੂੰ ਸਮਝੋ ਕਿ ਹਮੇਸ਼ਾ ਲਾਭ ਤੋਂ ਪਹਿਲਾਂ ਸ਼ੁਭ ਆਂਦਾ ਹੈ। ਇਹਦਾ ਮਤਲਬ ਇਹ ਪਿਆਰਿਆ, ਤੂੰ ਸ਼ੁਭ ਕਰਮ ਕਰੇਗਾ, ਸ਼ੁਭ ਕਰਨੀ ਕਰੇਗਾ ਤਾਂ ਫੇਰ ਹੀ ਤੈਨੂੰ ਲਾਭ ਹੋਏਗਾ। ਤਾਂ ਜੇ ਤੇਰੀ ਕਰਨੀ ਹੀ ਅੱਛੀ ਨਹੀਂ ਹੈ, ਤੇਰੇ ਕਰਮ ਹੀ ਮਾੜੇ ਹੈ, ਤਾਂ ਫਿਰ ਲਾਭ ਕਦੀ ਤੈਨੂੰ ਹੋ ਹੀ ਨਹੀਂ ਸਕਦਾ। ਜਰਾ ਸੋਚੋ, ਕਿਉਂਕਿ ਜੀਵਨ ਦੇ ਵਿੱਚ ਜੇ ਲਾਭ ਪ੍ਰਾਪਤ ਕਰਨਾ ਹੈ ਤਾਂ ਲਾਭ ਪ੍ਰਾਪਤ ਕਰਨ ਵਾਸਤੇ ਸਾਨੂੰ ਸ਼ੁਭ ਕਰਮ ਕਰਨੇ ਪੈਣਗੇ। ਸਮਝਦੇ ਹੋ ਕਿ ਨਹੀਂ? ਹੁਣ ਬੰਦਾ ਕਰਮ ਬੁਰਾ ਕਰੇ,
ਕਰ ਦੇਵੇ ਕਿਸੇ ਦਾ ਕਤਲ, ਕਵੇ ਮੇਰਾ ਲਾਭ ਹੋਵੇ, ਤਾਂ ਕਤਲ ਕਰਨ ਨਾਲ ਲਾਭ ਕੀ ਹੋਏਗਾ? ਫਾਂਸੀ ਹੋਏਗੀ, ਉਲਟਾ ਨੁਕਸਾਨ ਹੀ ਹੋਏਗਾ। ਕਿਸੇ ਨੂੰ ਗਾਲੀ ਦੇਣ ਨਾਲ ਲਾਭ ਹੋਏਗਾ, ਕਿਸੇ ਨਾਲ ਝਗੜਾ ਕਰਨ ਨਾਲ ਲਾਭ ਹੋਏਗਾ। ਝਗੜਾ ਕਰਨ ਨਾਲ ਤੁਹਾਨੂੰ ਤਾਂ ਕੋਈ ਲਾਭ ਨਹੀਂ ਹੋਣਾ, ਕੋਰਟ ਕਚਹਿਰੀਆਂ ਵਾਲਿਆਂ ਨੂੰ ਲਾਭ ਜ਼ਰੂਰ ਹੋ ਜਾਣਾ ਹੈ, ਕਿ ਜਦੋਂ ਵਕੀਲਾਂ ਦੀ ਫੀਸ ਭਰਨੀ ਹੈ, ਥਾਣਿਆਂ 'ਚ ਪੈਸੇ ਲੱਗਣੇ, ਉਹਨਾਂ ਨੂੰ ਲਾਭ ਜ਼ਰੂਰ ਹੋ ਜਾਏਗਾ। ਪਰ ਤੁਹਾਡਾ ਲਾਭ ਕਿੱਥੋਂ ਹੋਣਾ ਹੈ? ਤੁਹਾਡਾ ਲਾਭ ਉਦੋਂ ਹੋਣਾ ਜਦੋਂ ਤੁਸੀਂ ਸ਼ੁਭ ਕਰਮ ਕਰੋਗੇ, ਕਿਉਂਕਿ ਜਿੰਨੇ ਵੀ ਲਾਭ ਹੈ ਨਾ ਉਹ ਸ਼ੁਭ ਦੇ ਪਿੱਛੇ ਜੁੜੇ ਆਂਦੇ ਹੈ। ਸਮਝਦੇ ਹੋ ਕਿ ਨਹੀਂ? ਇੱਥੇ ਲਾਭ ਸ਼ੁਭ ਨਹੀਂ ਗਿਆ, ਕਿਹਾ ਸ਼ੁਭ ਲਾਭ। ਹੁਣ ਇਹ ਇੱਕ ਸਮਝ ਲਓ ਬੀਜ ਹੈ ਜਿਹਦੇ ਪਿੱਛੇ ਬੜਾ ਗਹਿਰਾ ਬ੍ਰਿਕਸ਼ ਛੁਪਿਆ ਹੋਇਆ ਹੈ। ਜਿਹਦਾ ਕਹਿੰਦੇ ਨਾ ਬੀਜ ਛੋਟਾ ਜਿਹਾ ਹੁੰਦਾ ਪਰ ਉਹਦੇ ਵਿੱਚ ਬੜਾ ਵਿਸ਼ਾਲ ਬ੍ਰਿਕਸ਼ ਛੁਪਿਆ ਹੁੰਦਾ ਹੈ। ਇਹ ਸ਼ੁਭ ਲਾਭ ਦੋ ਬਚਨ ਨੇ ਛੋਟੇ ਜਿਹੇ, ਪਰ ਇਹਦੇ ਵਿੱਚ ਬੜੀ ਗਹਿਰੀ ਗੱਲ ਛੁਪੀ ਹੋਈ ਹੈ। ਉਹ ਗਹਿਰੀ ਗੱਲ ਕੀ ਹੈ ਕਿ ਐ ਪਿਆਰਿਆ, ਜੇ ਤੂੰ ਜੀਵਨ 'ਚ ਲਾਭ ਚਾਹੁੰਦਾ ਹੈ, ਜਿੱਥੇ ਜਿੱਥੇ ਤੂੰ ਲਾਭ ਚਾਹੁੰਦਾ ਹੈ ਉੱਥੇ ਉੱਥੇ ਸ਼ੁਭ ਕਰਨਾ ਸ਼ੁਰੂ ਕਰ ਦੇ, ਸ਼ੁਭ ਕਰਮ ਕਰਨਾ ਸ਼ੁਰੂ ਕਰ ਦੇ, ਅੱਛੀ ਕਰਨੀ ਸ਼ੁਰੂ ਕਰ ਦੇ। ਪ੍ਰਮਾਤਮਾ ਦਾ ਸਿਮਰਨ ਕਰ, ਸੇਵਾ ਕਰ, ਕੋਈ ਦਾਨ ਪੁੰਨ ਕਰ, ਕੋਈ ਨੇਕੀ ਦੇ ਮਾਰਗ ਤੇ ਚੱਲ, ਭੁੱਖੇ ਨੂੰ ਖਾਣਾ ਖਿਲਾ, ਪਿਆਸੇ ਨੂੰ ਪਾਣੀ ਪਿਲਾ। ਯਾਨੀ ਜਿੱਥੇ ਜਿੱਥੇ ਤੂੰ ਸ਼ੁਭ ਕਰਨੀ ਕਰਦਾ ਚਲਾ ਗਿਆ ਉੱਥੇ ਉੱਥੇ ਲਾਭ ਹੋਣਾ ਪੱਕੀ ਗੱਲ ਹੈ। ਹੁਣ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਇਨਸਾਨ ਚੰਗਾ ਬੀਜ ਬੋਵੇ ਤਾਂ ਉਹਨੂੰ ਫਸਲ ਮਾੜੀ ਮਿਲੇ। ਔਰ ਇਹ ਵੀ ਗੱਲ 19 ਸੱਚ ਹੈ ਕਿ ਜਦੋਂ ਬੀਜ ਕਿੱਕਰ ਦਾ ਬੋਏਗਾ ਤਾਂ ਫਲ ਵੀ ਫਿਰ ਕਿੱਕਰ ਦੇ ਹੀ ਆਣੇ ਆ, ਯਾਨੀ ਕੰਡੇ ਹੀ ਮਿਲਣੇ ਆ, ਉੱਥੇ ਕੁਝ ਹੋਰ ਨਹੀਂ ਆਣਾ। ਇਸ ਲਈ ਅੱਜ ਗੱਲ ਕੀ ਹੈ, ਇਨਸਾਨ ਚਾਹੁੰਦਾ ਤਾਂ ਲਾਭ ਹੈ ਕਿ ਮੈਨੂੰ ਹਰ ਜਗ੍ਹਾ ਲਾਭ ਹੋਵੇ, ਪਰ ਕਰਦਾ ਇਨਸਾਨ ਅਸ਼ੁਭ ਹੀ ਹੈ, ਕਰਦਾ ਇਨਸਾਨ ਮਾੜਾ ਹੀ ਹੈ। ਉਹਦੀ ਜ਼ੁਬਾਨ ਤੇ ਮਾੜੇ ਬੋਲ ਹੁੰਦੇ, ਉਹਦੀ ਨਜ਼ਰ 'ਚ ਮਾੜਾ ਹੁੰਦਾ ਹੈ, ਉਹਦੀ ਕਰਨੀ ਮਾੜੀ ਹੁੰਦੀ ਹੈ। ਹੁਣ ਜਦੋਂ ਕਰਨੀ ਅਸ਼ੁਭ ਹੋਏਗੀ, ਬੋਲ ਬਾਣੀ ਅਸ਼ੁਭ ਹੋਏਗੀ, ਤਾਂ ਫਿਰ ਲਾਭ ਵੀ ਉਦਾਂ ਦਾ ਹੀ ਹੋਣਾ ਹੈ। ਸਮਝ ਰਹੇ ਹੋ ਨਾ ਸਾਡੀ ਗੱਲ ਨੂੰ? ਇਸ ਲਈ ਇਹ ਇੱਕ ਇਸ਼ਾਰਾ ਹੈ ਕਿ ਜਿੱਥੇ ਵੀ ਇਹ ਸ਼ਬਦ ਲਿਖਿਆ ਹੋਵੇ ਉਹਨੂੰ ਪੜ੍ਹ ਕੇ ਇਹ ਗੱਲ ਸਾਡੇ ਦਿਲੋਂ ਦਿਮਾਗ 'ਚ ਬਹਿ ਜਾਵੇ ਕਿ ਜੇ ਮੈਂ ਜੀਵਨ 'ਚ ਲਾਭ ਚਾਹੁੰਦਾ ਹਾਂ ਤਾਂ ਮੈਨੂੰ ਸ਼ੁਭ ਕਰਮ ਕਰਨੇ ਪੈਣਗੇ। ਮੈਨੂੰ ਇਹ ਖਿਆਲ ਰੱਖਣਾ ਪਏਗਾ ਕਿ ਜਿੱਥੇ ਜਿੱਥੇ ਮੈਂ ਲਾਭ ਪ੍ਰਾਪਤ ਕਰਨਾ ਚਾਹੁੰਦਾ ਉੱਥੇ ਉੱਥੇ ਕੋਈ ਨਾ ਕੋਈ ਨੇਕੀ ਵੀ ਮੈਨੂੰ ਕਰਨੀ ਪੈਗੀ, ਕਿਉਂਕਿ ਨੇਕੀ ਕੀਤੀ ਕਦੀ ਵਿਅਰਥ ਨਹੀਂ ਜਾਂਦੀ। ਜਾਂਦਾ ਨਾ ਕਿ ਕਰਨੀ ਆਪੋ ਆਪਣੀ, ਇਹ ਆਪਣੀ ਆਪਣੀ ਕਰਨੀ ਦਾ ਫਲ ਮਿਲਦਾ ਹੈ। ਜੈਸੀ ਕਰਨੀ ਵੈਸੀ ਭਰਨੀ ਵੀ ਕਹਿ ਦਿੱਤਾ ਜਾਂਦਾ ਹੈ। ਇਸ ਲਈ ਅਗਰ ਤੁਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਹੋ ਕਿ ਮੇਰੇ ਨਾਲ ਸਭ ਕੁਝ ਸ਼ੁਭ ਹੋਵੇ, ਤਾਂ ਥੋੜਾ ਵਿਚਾਰ ਕਰੋ ਕਿ ਮੈਂ ਚਾਹੁੰਦਾ ਤਾਂ ਸਭ ਕੁਝ ਲਾਹੇਵੰਦ ਆ, ਕਿ ਮੈਨੂੰ ਲਾਹਾ ਮਿਲੇ, ਫਾਇਦਾ ਹੋਵੇ, ਚੰਗਾ ਹੋਵੇ, ਪਰ ਮੈਂ ਉਹਦੇ ਵਾਸਤੇ ਸ਼ੁਭ ਕੀ ਕਰਦਾ, ਅੱਛਾ ਕੀ ਕਰਦਾ ਹਾਂ ਮੈਂ? ਜ਼ਰਾ ਸੋਚੋ। ਤਾਂ ਹੀ ਤਾਂ ਪਹਿਲੇ ਸਮੇਂ ਦੇ ਅੰਦਰ ਗੁਰੂਆਂ, ਰਹਿਬਰਾਂ, ਰਿਸ਼ੀਆਂ, ਮੁਨੀਆਂ ਨੇ ਕੁਝ ਨਿਯਮ ਬਣਾਏ ਜਾਂਦੇ ਸੀ ਕਿ ਜਦੋਂ ਵੀ ਘਰ 'ਚ ਕੋਈ ਅੱਛਾ ਕਰਮ ਕਰਨਾ ਤਾਂ ਪਹਿਲਾਂ ਸ਼ੁਭ ਕਰਮ ਕਰ। ਕਹਿੰਦੇ ਨਾ, ਕਿਤੇ ਪੂਜਾ ਹੁੰਦੀ ਸੀ, ਕਿਤੇ ਦਾਨ ਪੁੰਨ ਕੀਤਾ ਜਾਂਦਾ ਸੀ, ਕਿਤੇ ਸਤਸੰਗ ਕਰਵਾਇਆ ਜਾਂਦਾ ਸੀ, ਜਾਂ ਅੱਜ ਵੀ ਤੁਸੀਂ ਦੇਖਦੇ ਹੋ ਕਿਤੇ ਨਵਾਂ ਘਰ ਹੋਵੇ ਤੇ ਅਸੀਂ ਪਹਿਲਾਂ ਘਰ 'ਚ ਗੁਰੂ ਨੂੰ ਬੁਲਾਉਂਦੇ ਹਾਂ, ਜਾਂ ਅਸੀਂ ਉੱਥੇ ਕੋਈ ਵੀ ਜਿੱਦਾਂ ਦੀ ਇਨਸਾਨ ਦੀ ਭਾਵਨਾ, ਇਨਸਾਨ ਉਹ ਨੇਕੀ ਕਰਦਾ ਹੈ। ਬੋਲੋ, ਹੁੰਦੇ ਆ ਕਿ ਨਹੀਂ? ਕਿਤੇ ਬੰਦਾ ਨਵੀਂ ਕੋਠੀ ਬਣਾਉਂਦਾ ਹੈ ਤਾਂ ਉੱਥੇ ਅਖੰਡ ਪਾਠ ਹੁੰਦੇ ਹੈ, ਕਿਤੇ ਕੁਰਾਨ ਦੀ ਤਲਾਵਤ ਹੁੰਦੀ ਹੈ, ਕਿਤੇ ਰਮਾਇਣ ਦਾ ਪਾਠ ਹੁੰਦਾ ਹੈ। ਯਾਨੀ ਜਿੱਥੇ ਜਿਹਦੀ ਸ਼ਰਧਾ ਹੈ ਉਹ ਕੋਈ ਵੀ ਸ਼ੁਭ ਕਰਮ ਕਰਨ ਤੋਂ ਪਹਿਲਾਂ ਆਪਣਾ ਆਪਣਾ ਉਹ ਅਜਮਾਉਂਦਾ ਹੈ, ਕਿਉਂਕਿ ਪਤਾ ਹੈ ਕਿ ਕੋਈ ਵੀ ਕਰਮ ਕਰਨਾ ਹੈ ਤਾਂ ਉਹਦੇ ਨਾਲ ਗੁਰੂ ਦਾ ਜੁੜਨਾ, ਸਤਿਗੁਰ ਦਾ ਜੁੜਨਾ, ਉਹ ਪ੍ਰਭੂ ਦੇ ਨਾਮ ਦਾ ਜੁੜਨਾ ਜ਼ਰੂਰੀ ਹੈ, ਨੇਕੀਆਂ ਦਾ ਜੁੜਨਾ ਜ਼ਰੂਰੀ ਹੈ। ਇਸ ਕਰਕੇ ਸਿਰਫ ਨਾਮ ਲੈਣ ਨਾਲ ਵੀ ਗੱਲ ਨਹੀਂ ਬਣਨੀ, ਕਿਉਂਕਿ ਕਈ ਵਾਰ ਬੰਦਾ ਕਹੇ ਲੈ ਰਾਮ ਕਹਿ ਕੇ ਸ਼ੁਰੂ ਕਰ ਲਿਆ, ਵਾਹਿਗੁਰੂ ਕਹਿ ਕੇ ਸ਼ੁਰੂ ਕਰ ਲਿਆ, ਅੱਲਾ ਕਹਿ ਕੇ ਸ਼ੁਰੂ ਕਰ ਲਿਆ। ਹੁਣ ਨਾਮ ਤਾਂ ਜ਼ੁਬਾਨ ਤੇ ਰੱਬ ਦਾ ਹੈ, ਪਰ ਅੰਦਰ ਸੋਚ ਹੀ ਮਾੜੀ ਹੈ, ਕਰਨੀ ਸਾਡੀ ਮਾੜੀ ਹੈ, ਤਾਂ ਫਿਰ ਵੀ ਸਾਨੂੰ ਉਹਦਾ ਲਾਭ ਕਦੀ ਪ੍ਰਾਪਤ ਨਹੀਂ ਹੋਏਗਾ। ਇਸ ਲਈ ਇਹ ਯਾਦ ਰੱਖੋ ਕਿ ਜੇ ਅਸੀਂ ਆਪਣੇ ਜੀਵਨ 'ਚ ਖੁਸ਼ੀਆਂ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਸਫਲਤਾ ਚਾਹੁੰਦੇ ਹਾਂ ਕਿ ਹਰ ਜਗ੍ਹਾ ਮੈਨੂੰ ਲਾਭ ਹੋਵੇ, ਤਾਂ ਫਿਰ ਇਹ ਵਿਚਾਰ ਜ਼ਰੂਰ ਕਰਿਆ ਕਰੋ ਕਿ ਮੈਂ ਲਾਭ ਚਾਹੁੰਦਾ ਹਾਂ ਤਾਂ ਮੈਂ ਇਹ ਵੀ ਦੇਖਾਂ ਮੈਂ ਜੀਵਨ 'ਚ ਸ਼ੁਭ ਕਰਮ ਕਿੰਨੇ ਕੁ ਕਰਦਾ ਹਾਂ, ਮੈਂ ਜੀਵਨ 'ਚ ਅੱਛਾਈ ਕਿੰਨੀ ਕੁ ਕਰਦਾ ਹਾਂ, ਅੱਛਾ ਕਰਮ ਮੈਂ ਕਿੰਨਾ ਕਰਦਾ ਹਾਂ। ਜਿੱਦਾਂ ਅੱਜ ਹੀ ਥੋੜਾ ਜਿਹਾ ਵਿਚਾਰ ਕਰਿਓ ਕਿ ਮੈਂ ਜੀਵਨ 'ਚ ਖੁਸ਼ੀ ਚਾਹੁੰਦਾ ਹਾਂ, ਪਰ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਅੱਛਾਈ ਕੋਈ ਕੀਤੀ, ਮੈਂ ਕੋਈ ਅੱਛਾ ਕਰਮ ਕੀਤਾ। ਚਲੋ ਹੁਣ ਤਾਂ ਤੁਸੀਂ ਸਤਸੰਗ 'ਚ ਬੈਠੇ ਹੋ, ਇਹ ਵੀ ਇੱਕ ਅੱਛਾ ਕਰਮ ਹੈ। ਯਾਨੀ ਹਰ ਰੋਜ਼ ਅਸੀਂ ਇਹ ਵਿਚਾਰ ਕਰਨਾ ਹੈ ਕਿ ਮੈਂ ਅੱਜ ਦੇ ਦਿਨ 'ਚ ਕਿੰਨੇ ਅੱਛੇ ਕਰਮ ਕੀਤੇ, ਮੈਂ ਕਿਹੜਾ ਉਹ ਕਰਮ ਕੀਤਾ ਜਿਹੜਾ ਕਰਮ ਉਹ ਮੇਰੇ ਮਾਲਿਕ ਨੂੰ, ਮੇਰੇ ਪ੍ਰਭੂ ਨੂੰ ਪਸੰਦ ਹੋਵੇ, ਜਿਹੜਾ ਕਰਮ ਮੈਂ ਉਹਦੀ ਖੁਸ਼ੀ ਦੀ ਖਾਤਰ ਕਰਦਾ ਹਾਂ ਉਹ ਸ਼ੁਭ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਆਪਣੇ ਜੀਵਨ 'ਚ ਜ਼ਰੂਰ ਵਿਚਾਰ ਕਰਨਾ ਹੈ ਕਿ ਮੈਂ ਸ਼ੁਭ ਕਰਮ ਕਰਾਂ ਤਾਂ ਫੇਰ ਹੀ ਮੈਨੂੰ
ਲਾਭ ਹੋਏਗਾ। ਉੱਦਾਂ ਲਿਖੀ ਜਾਓ ਜਿੰਨਾ ਮਰਜ਼ੀ ਸ਼ੁਭ ਲਾਭ, ਕਈਆਂ ਨੇ ਤਿਜੋਰੀ ਤੇ ਲਿਖਿਆ ਹੁੰਦਾ ਹੈ, ਕਈਆਂ ਨੇ ਦੁਕਾਨ ਤੇ ਲਿਖਿਆ ਹੁੰਦਾ, ਕਈਆਂ ਨੇ ਘਰ ਦੇ ਬਾਹਰ ਲਿਖਿਆ ਹੁੰਦਾ ਹੈ। ਤਾਂ ਜੇ ਲਿਖਣ ਨਾਲ ਹੀ ਲਾਭ ਹੋਣ ਲੱਗ ਜਾਵੇ ਤਾਂ ਫਿਰ ਤਾਂ ਲਿਖਣਾ ਬੜਾ ਆਸਾਨ ਹੈ। ਬੁਲਾਓ ਪੇਂਟਰ ਨੂੰ, ਲਿਖਾ ਲਓ। ਬੋਲੋ, ਲਿਖਣਾ ਕੋਈ ਔਖਾ ਹੈ? ਸਮਝਦੇ ਹੋ ਕਿ ਨਹੀਂ? ਪਰ ਗੱਲ ਸਿਰਫ ਲਿਖਣ ਜਾਂ ਪੜ੍ਹਨ ਦੀ ਨਹੀਂ ਹੈ, ਗੱਲ ਹੈ ਉਹ ਤੇ ਅਮਲ ਕਰਨ ਦੀ। ਕਿਉਂਕਿ ਕੋਈ ਵੀ ਚੀਜ਼, ਹੁਣ ਜਿੱਦਾਂ ਅਸੀਂ ਦੱਸੀਦਾ ਹੈ ਕਿ ਜੇ ਬੰਦਾ ਬਿਮਾਰ ਹੈ, ਡਾਕਟਰ ਪਰਚੀ ਦੇਖ ਕੇ ਦੇ ਦਿੰਦਾ ਹੈ। ਜਿੱਦਾਂ ਨੱਥੂ ਲਾਲ ਦੀ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ ਕਿ ਨੱਥੂ ਲਾਲ ਬਿਮਾਰ ਸੀ, ਡਾਕਟਰ ਦੇ ਕੋਲ ਗਿਆ। ਡਾਕਟਰ ਦੇ ਕੋਲ ਗਿਆ ਤਾਂ ਡਾਕਟਰ ਨੇ ਪਰਚੀ ਤੇ ਦਵਾਈ ਲਿਖ ਕੇ ਦਿੱਤੀ ਕਿ ਲੈ ਨੱਥੂ ਲਾਲ, ਇਹਨੂੰ ਸਵੇਰੇ ਦੁਪਹਿਰੇ ਸ਼ਾਮ ਖਾ ਲਈ, ਠੀਕ ਹੋ ਜਾਏਗਾ। ਨੱਥੂ ਲਾਲ ਪਰਚੀ ਲੈ ਕੇ ਗਿਆ ਔਰ ਜਾ ਕੇ ਕਈ ਮੈਡੀਕਲ ਸਟੋਰਾਂ ਤੇ ਘੁੰਮਿਆ। ਪਰਚੀ ਦਿਖਾਵੇ ਪਰ ਉਹ ਕਹਿੰਦੇ ਹੈ ਨਹੀਂ ਦਵਾਈ, ਪਰਚੀ ਦਿਖਾਵੇ ਕਹਿੰਦੇ ਹੈ ਨਹੀਂ ਦਵਾਈ, ਪਰਚੀ ਦਿਖਾਵੇ ਕਹਿੰਦੇ ਹੈ ਨਹੀਂ ਦਵਾਈ। ਨੱਥੂ ਲਾਲ ਡਾਕਟਰ ਕੋ ਆ ਗਿਆ, ਪਰੇਸ਼ਾਨ ਹੋ ਕੇ ਮਾਰੇ 10 ਜਗ੍ਹਾ ਘੁੰਮ ਲਿਆ, ਦਵਾਈ ਨਹੀਂ ਮਿਲੀ। ਡਾਕਟਰ ਕਹਿੰਦਾ ਇਹ ਕਿੱਦਾਂ ਹੋ ਸਕਦਾ, ਦਿਖਾ ਮੈਨੂੰ ਪਰਚੀ। ਕਹਿੰਦਾ ਦੇਖੋ ਜੀ, ਮੈਂ ਏਦਾਂ ਪਰਚੀ ਦਿਖਾਉਂਦਾ ਸੀ। ਉਹ ਡਾਕਟਰ ਨੇ ਮੱਥੇ ਹੱਥ ਮਾਰਿਆ, ਕਹਿੰਦਾ ਪਾਗਲਾ, ਇਹ ਤਾਂ ਮੈਂ ਪੈਨ ਚਲਾ ਕੇ ਦੇਖਿਆ ਸੀ, ਮੇਰਾ ਪੈਨ ਬੰਦ ਪਿਆ ਸੀ, ਇੱਥੇ ਚਲਾਇਆ ਸੀ ਮੈਂ, ਇਹ ਕੋਈ ਦਵਾਈ ਥੋੜੀ ਲਿਖੀ ਹੋਈ ਹੈ, ਦਵਾਈ ਤਾਂ ਉਲਟੇ ਪਾਸੇ ਹੈ। ਕਈ ਵਾਰ ਡਾਕਟਰ ਪੈਨ ਨਾ ਚੱਲਦਾ ਹੋਵੇ, ਤੁਸੀਂ ਪੇਪਰ ਦੇ ਉੱਪਰ ਚਲਾ ਕੇ ਦੇਖਦੇ ਹੋ ਇਦਾਂ ਲਾਈਨਾਂ ਮਾਰ ਕੇ। ਉਹ ਕਹਿੰਦਾ ਉਹ ਡਾਕਟਰ ਸਾਹਿਬ ਕੀ ਕਰਾਂ, ਇੱਕ ਤਾਂ ਡਾਕਟਰ ਦੀ ਲਿਖਾਈ ਵੀ ਸਮਝ ਨਹੀਂ ਆਉਂਦੀ। ਅੱਛਾ ਉਹ ਸੀ? ਉਹ ਕਹਿੰਦੇ ਹਾਂ। ਹੁਣ ਲੈ ਕੇ ਗਿਆ ਨੱਥੂ ਲਾਲ, ਦਵਾਈ ਲਿਆਂਦੀ, ਦਵਾਈ ਲਿਆਂਦੀ, ਲਿਆ ਕੇ ਘਰ ਰੱਖੀ। ਵੀ 3 ਦਿਨ ਬਾਅਦ ਫਿਰ ਡਾਕਟਰ ਸਾਹਿਬ ਕੋ ਗਿਆ, ਕਹਿੰਦਾ ਡਾਕਟਰ ਸਾਹਿਬ ਆਰਾਮ ਤਾਂ ਹਾਲੇ ਆਇਆ ਨਹੀਂ। ਡਾਕਟਰ ਕਹਿੰਦਾ ਦਵਾਈ ਖਾ ਲਈ ਸੀ? ਜਰਾ ਗੌਰ ਕਰਨਾ, ਹੁਣ ਸਮਝਣਾ ਜ਼ਰਾ ਕਿ ਦਵਾਈ ਖਾਧੀ ਵੀ ਸੀ। ਕਹਿੰਦਾ ਨਹੀਂ ਡਾਕਟਰ ਸਾਹਿਬ, ਦਰਅਸਲ ਦਵਾਈ ਦੀ ਸ਼ੀਸ਼ੇ ਤੇ ਲਿਖਿਆ ਸੀ ਢੱਕਣ ਘੁੱਟ ਕੇ ਬੰਦ ਰੱਖੋ, ਮੈਂ ਘੁੱਟ ਕੇ ਹੀ ਬੰਦ ਰੱਖਿਆ, ਖੋਲਿਆ ਹੀ ਨਹੀਂ ਉਹਨੂੰ। ਉਹ ਡਾਕਟਰ ਕਹਿੰਦਾ ਪਾਗਲ, ਫਿਰ ਏਦਾਂ ਥੋੜੀ ਫਰਕ ਪੈਣਾ, ਦਵਾਈ ਲਿਆਣ ਨਾਲ ਘਰ ਰੱਖਣ ਨਾਲ ਫਰਕ ਨਹੀਂ ਪੈਣਾ, ਉਹਨੂੰ ਖਾਣ ਨਾਲ ਫਰਕ ਪੈਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਉਹਨੂੰ ਖਾਣ ਨਾਲ ਫਰਕ ਪੈਣਾ ਹੈ। ਹੁਣ 3 ਦਿਨਾਂ ਬਾਅਦ ਫਿਰ ਡਾਕਟਰ ਕੋਲ ਗਿਆ, ਕਹਿੰਦਾ ਡਾਕਟਰ ਸਾਹਿਬ ਹੁਣ ਦੇਖੋ ਬਿਮਾਰੀ। ਤਾਂ ਡਾਕਟਰ ਕਹਿੰਦਾ ਇਹ ਦੱਸ ਬਈ ਦਵਾਈ ਖਾ ਲਈ ਸੀ? ਕਹਿੰਦਾ ਦਵਾਈ ਖਾ ਲਈ ਸੀ। ਨੱਥੂ ਲਾਲ ਕਹਿੰਦਾ ਹਾਂ ਡਾਕਟਰ ਸਾਹਿਬ, ਦਵਾਈ ਮੈਂ ਖਾ ਲਈ ਸੀ। ਡਾਕਟਰ ਕਹਿੰਦਾ ਚੱਲ ਫਿਰ ਚੈੱਕ ਕਰਾਂ। ਜਦੋਂ ਚੈੱਕ ਕੀਤਾ ਤਾਂ ਡਾਕਟਰ ਕਹਿੰਦਾ ਹੁਣ ਆਰਾਮ ਵੀ ਹੈ। ਹੁਣ ਜਰਾ ਗੌਰ ਕਰਨਾ, ਹੁਣ ਆਰਾਮ ਵੀ ਹੈ। ਹੁਣ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਆਪਣੇ ਆਪ ਤੋਂ ਪੁੱਛੋ ਉਹਨੂੰ ਆਰਾਮ ਆਇਆ ਕਦੋਂ? ਜਦੋਂ ਦਵਾਈ ਦਾ ਇਸਤੇਮਾਲ ਕੀਤਾ। ਔਰ ਇਹ ਤਾਂ ਤੁਸੀਂ ਵੀ ਸਮਝਦਾਰ ਹੋ ਕਿ ਆਰਾਮ ਕੋਈ ਵੀ ਚੀਜ਼ ਉਦੋਂ ਦਿੰਦੀ ਜਦੋਂ ਉਹਦਾ ਇਸਤੇਮਾਲ ਕੀਤਾ ਜਾਵੇ। ਹੁਣ ਇਸੇ ਤਰ੍ਹਾਂ ਅਸੀਂ ਡਾਕਟਰ ਦੀ ਪਰਚੀ ਲੈ ਕੇ ਘਰ ਦੇ ਸ਼ੀਸ਼ੇ ਤੇ ਲਾ ਦਈਏ, ਘਰ ਦੀ ਦੀਵਾਰ ਤੇ ਲਾ ਦਈਏ, ਤਾਂ ਦਵਾਈ ਲਾਣ ਨਾਲ ਹੀ ਸਾਡੇ ਜੀਵਨ 'ਚ ਤੰਦਰੁਸਤੀ ਨਹੀਂ ਆਣੀ। ਉਹ ਦਵਾਈ ਨੂੰ ਪੜ੍ਹ ਕੇ ਉਹਦੇ ਮੁਤਾਬਿਕ ਅਮਲ ਕਰਨਾ ਪਏਗਾ, ਫਿਰ ਜਾ ਕੇ ਉਹਦਾ ਅਸਰ ਸਾਡੇ ਜੀਵਨ ਤੇ ਹੋਏਗਾ। ਇਸੇ ਤਰ੍ਹਾਂ ਅਸੀਂ ਲਿਖ ਕੇ ਲਾ ਲਈਏ ਸ਼ੁਭ ਲਾਭ, ਪਰ ਜਿਹਦੀ ਤਰਫ ਇਸ਼ਾਰਾ ਹੈ ਉਹ ਸ਼ੁਭ ਕਰਮ ਨਾ ਕੀਤੇ, ਉਹ ਅੱਛਾਈ ਨਾ ਕੀਤੀ, ਤਾਂ ਫਿਰ ਲਾਭ ਸਾਡੇ ਜੀਵਨ 'ਚ ਕਦੀ ਹੋ ਹੀ ਨਹੀਂ ਸਕਦਾ। ਕਿਉਂਕਿ ਜਿੰਨੇ ਵੀ ਲਾਭ ਹੈ ਇਹ ਸ਼ੁਭ ਕਰਨੀ ਨਾਲ ਜੁੜੇ ਹੋਏ ਹੈ, ਸਿਮਰਨ ਦੇ ਨਾਲ ਜੁੜੇ ਹੋਏ ਹੈ, ਸੇਵਾ ਦੇ ਨਾਲ ਜੁੜੇ ਹੋਏ ਹੈ, ਅੱਛਾਈ ਦੇ ਨਾਲ ਜੁੜੇ ਹੈ, ਸੱਚਾਈ ਦੇ ਨਾਲ ਜੁੜੇ ਹੋਏ ਹੈ। ਇਸ ਲਈ ਅਗਰ ਤੁਸੀਂ ਜੀਵਨ 'ਚ ਲਾਭ ਚਾਹੁੰਦੇ ਹੋ ਤਾਂ ਜਿੰਨਾ ਜ਼ਿਆਦਾ ਲਾਭ ਚਾਹੁੰਦੇ ਹੋ ਉਨੀ ਅੱਛਾਈ ਕਰਨੀ ਸ਼ੁਰੂ ਕਰ ਦਿਓ। ਆਪਣੇ ਜੀਵਨ 'ਚੋਂ ਬੁਰਾਈ ਨੂੰ ਕੱਢਣਾ ਸ਼ੁਰੂ ਕਰ ਦਿਓ ਕਿ ਧੀਰੇ ਧੀਰੇ ਆਪਣੇ ਜੀਵਨ ਦੀ ਬੁਰਾਈ ਛੱਡਦੇ ਚਲੇ ਜਾਈਏ, ਤਾਂ ਫੇਰ ਹੀ ਸਾਡੇ ਜੀਵਨ 'ਚ ਅੱਛਾਈ, ਫੇਰ ਹੀ ਸਾਡੇ ਜੀਵਨ 'ਚ ਖੁਸ਼ੀਆਂ ਆਣਗੀਆਂ। ਬੋਲੋ ਸਮਝਦੇ ਹੋ ਕਿ ਨਹੀਂ ਤੁਸੀਂ? ਇਸ ਲਈ ਆਓ ਹੁਣ ਸਮਾਂ ਕਾਫੀ ਹੋ ਗਿਆ ਹੈ, ਸੋ ਹੁਣ ਆਖਰਲੇ ਵਚਨਾਂ ਦੀ ਤਰਫ ਚਲੀਏ। ਔਰ ਆਖਰਲੇ ਵਚਨਾਂ 'ਚ ਫਿਰ ਜਾਂਦੇ ਜਾਂਦੇ ਇਹੀ ਗੱਲ ਕਵਾਂਗੇ ਕਿ ਇਹ ਵੀ ਇੱਕ ਸ਼ਬਦ ਦੇ ਵਿੱਚ ਬੜਾ ਪਿਆਰਾ ਲਿਖਿਆ ਹੈ, ਜਰਾ ਗੌਰ ਕਰਨਾ ਕਿ ਹਰ ਕੋਈ ਬਣ ਜੇ ਕੂੜ ਕੋ, ਹੀਰਾ ਕੋਈ ਨਾ ਲੈ, ਹੀਰਾ ਲੇਗਾ ਪਾਰਖੀ, ਕੀਮਤ ਸ਼ੀਸ਼ ਵੀ ਦੇ। ਕਹਿੰਦੇ ਇੱਥੇ ਇਸ ਸ਼ਬਦ ਦੀ ਗਹਿਰਾਈ ਨੂੰ ਜਰਾ ਸਮਝਣਾ ਕਿ ਸਭ ਕੋਈ ਬਣ ਜੇ ਕੂੜ ਕੋ, ਕਿ ਅੱਜ ਜਿੱਧਰ ਦੇਖੋ ਸਾਰੇ ਕੂੜ ਦਾ ਹੀ ਸੌਦਾ ਕਰ ਰਹੇ ਹੈ। ਸੰਸਾਰ ਆ ਮਿਲ ਜਾਵੇ, ਉਹ ਮਿਲ ਜਾਵੇ, ਹੀਰਾ ਕੋਈ ਨਾ ਲੈ। ਉਹ ਪਰਮਾਨੰਦ ਰੂਪੀ ਹੀਰਾ, ਉਹ ਆਨੰਦ ਰੂਪੀ ਹੀਰਾ, ਉਹ ਪਰਮ ਸ਼ਾਂਤੀ ਰੂਪੀ ਹੀਰਾ, ਉਹ ਪਰਮ ਪਰਮਾਤਮਾ ਰੂਪੀ ਹੀਰਾ ਜੋ ਗੁਰੂ ਰਹਿਬਰ ਸਾਨੂੰ ਦੇਣਾ ਚਾਹੁੰਦੇ ਹੈ, ਉਹਨੂੰ ਲੈਣ ਨੂੰ ਕੋਈ ਤਿਆਰ ਨਹੀਂ। ਪਰ ਇਨਸਾਨ ਕੂੜ ਦੇ ਪਿੱਛੇ ਦੌੜ ਕੇ, ਜਿੱਦਾਂ ਗੁਰੂਆਂ ਨੇ ਵੀ ਕਿਹਾ ਹੈ ਨਾ, ਕੂੜ ਰਾਜਾ ਕੂੜ ਪਰਜਾ। ਜਰਾ ਦੇਖੋ ਉਹਨਾਂ ਨੇ ਬੜਾ ਕਲੀਅਰਲੀ ਸਮਝਾ ਦਿੱਤਾ ਕਿ ਆਹ ਚੀਜ਼ ਕੂੜ ਹੈ, ਔਰ ਇਨਸਾਨ ਕੂੜ ਦੇ ਪਿੱਛੇ ਦੌੜ ਦੌੜ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦਾ ਹੈ। ਔਰ ਜਿਸ ਪਰਮਾਨੰਦ ਨੂੰ ਪ੍ਰਾਪਤ ਕਰਨ ਵਾਸਤੇ ਜ਼ਿੰਦਗੀ ਮਿਲੀ ਹੈ,
ਉਸ ਪਰਮਾਨੰਦ ਦੀ ਤਰਫ ਇਨਸਾਨ ਕਦਮ ਬਣਾਉਂਦਾ ਹੀ ਨਹੀਂ ਹੈ, ਉਧਰ ਨੂੰ ਇਨਸਾਨ ਆਪਣੀ ਸੁਰਤੀ ਲਾਉਂਦਾ ਹੀ ਨਹੀਂ ਹੈ। ਇਸ ਲਈ ਇੱਥੇ ਦੱਸਿਆ ਕਿ ਸਭ ਕੋਈ ਬਣ ਜੇ ਕੂੜ ਕੋ, ਹੀਰਾ ਕੋਈ ਨਾ ਲੈ, ਹੀਰਾ ਲੇਗਾ ਪਾਰਖੀ, ਕੀਮਤ ਸ਼ੀਸ਼ ਵੀ ਦੇ। ਕਿ ਹਰ ਕੋਈ ਕੂੜ ਦੇ ਪਿੱਛੇ ਹੀ ਦੌੜ ਰਿਹਾ, ਕੋਈ ਉਸ ਹੀਰੇ ਦੇ ਪਿੱਛੇ ਨਹੀਂ ਜਾਂਦਾ। ਤਾਂ ਹੀ ਤਾਂ ਇੱਥੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਵਚਨ ਯਾਦ ਦਿਲਾਣਾ ਚਾਹਾਂਗੇ ਤੁਹਾਨੂੰ ਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਕੀ ਕਿਹਾ ਹੈ ਕਿ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਖ ਜਾਏਂਗੇ ਸਤ ਭਾਖੇ ਰਵਿਦਾਸ। ਉਹਨਾਂ ਨੇ ਦੇਖੋ ਹੀਰਾ ਕਿਹਨੂੰ ਕਿਹਾ, ਉਹ ਕਹਿੰਦੇ ਉਹ ਹੀਰੇ ਨੂੰ ਛੱਡ ਕੇ ਓਏ ਕਿੱਧਰ ਦੌੜ ਰਿਹਾ, ਹਰ ਸੋ ਹੀਰਾ ਛੱਡ ਕੇ, ਉਹ ਹਰੀ ਰੂਪੀ ਹੀਰੇ ਨੂੰ ਛੱਡ ਕੇ, ਉਹ ਆਪਣੇ ਮਾਲਿਕ ਪਰਮਾਤਮਾ ਪ੍ਰਭੂ ਨੂੰ ਛੱਡ ਕੇ ਤੂੰ ਕਿਹੜੀਆਂ ਦੌੜਾਂ 'ਚ ਪਿਆ ਹੋਇਆ ਹੈ। ਇਹ ਯਾਦ ਰੱਖ ਕਿ ਜੇ ਤੂੰ ਪ੍ਰਭੂ ਨੂੰ ਭੁੱਲ ਗਿਆ, ਆਪਣੇ ਮਾਲਿਕ ਦੇ ਮਾਰਗ ਨੂੰ ਭੁੱਲ ਗਿਆ, ਤਾਂ ਫਿਰ ਤੇਰਾ ਜੀਵਨ ਨਰਕ ਬਣ ਜਾਏਗਾ। ਹੁਣ ਇੱਥੇ ਗੁਰੂ ਇਹ ਨਹੀਂ ਕਹਿ ਰਹੇ ਕਿ ਤੂੰ ਰੋਟੀ ਨਾ ਖਾ, ਤੂੰ ਕੱਪੜਾ ਨਾ ਪਾ, ਤੂੰ ਕੰਮਕਾਰ ਨਾ ਕਰ, ਜਾਂ ਤੂੰ ਪਰਿਵਾਰ ਦਾ ਖਿਆਲ ਨਾ ਰੱਖ। ਇਹ ਸਾਰੀਆਂ ਡਿਊਟੀਆਂ ਪੂਰੀਆਂ ਕਰ, ਪਰ ਉਹਦੇ ਨਾਲ ਨਾਲ ਆਪਣੇ ਹਰੀ ਨੂੰ ਵੀ ਯਾਦ ਕਰਨਾ ਹੈ। ਥੋੜਾ ਸਮਾਂ ਕੱਢਣਾ ਹੈ ਤਾਂ ਕਿ ਬੈਠ ਕੇ ਆਪਣੇ ਪ੍ਰਭੂ ਦਾ ਸਿਮਰਨ ਕਰ ਸਕੀਏ, ਆਪਣੇ ਮਾਲਿਕ ਦਾ ਧਿਆਨ ਕਰ ਸਕੀਏ। ਕਿਉਂਕਿ ਦੁਨਿਆਵੀ ਡਿਊਟੀਆਂ ਦੇ ਨਾਲ ਨਾਲ ਜਿਹੜੀ ਸਭ ਤੋਂ ਬੜੀ ਡਿਊਟੀ ਹੈ ਤੇਰੀ, ਆਪਣੇ ਪ੍ਰਭੂ ਦੀ ਬੰਦਗੀ, ਉਹ ਵੀ ਪੂਰੀ ਕਰ। ਫਿਰ ਤੇਰੇ ਜੀਵਨ 'ਚ ਸ਼ਾਂਤੀ ਆਏਗੀ, ਫਿਰ ਤੇਰੇ ਜੀਵਨ 'ਚ ਖੁਸ਼ੀ ਆਏਗੀ, ਫਿਰ ਤੇਰਾ ਜੀਵਨ ਸਫਲ ਹੋਏਗਾ। ਤਾਂ ਯਾਦ ਰੱਖੋ, ਜੇ ਪ੍ਰਭੂ ਨੂੰ ਭੁੱਲ ਗਏ, ਹੋਰ ਬਾਕੀ ਸਾਰੀਆਂ ਡਿਊਟੀਆਂ ਕਰਦੇ ਰਹੇ, ਸਾਰੇ ਕੰਮ ਕਰਦੇ ਰਹੇ, ਤਾਂ ਫਿਰ ਜ਼ਿੰਦਗੀ ਅਸਫਲ ਹੋ ਜਾਏਗੀ। ਫਿਰ ਜੀਵਨ 'ਚ ਉਹ ਸ਼ਾਂਤੀ, ਉਹ ਆਨੰਦ ਨਹੀਂ ਮਿਲੇਗਾ। ਉਹ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਕਿ ਫਿਰ ਤਾਂ ਉਹੀ ਹੈ, ਹਲ ਫੇਰ ਲਿਆ, ਸੁਹਾਗੇ ਫੇਰ ਲਏ, ਪਰ ਜੀਵਨ 'ਚ ਖੁਸ਼ੀਆਂ ਦੀ ਫਸਲ ਤਾਂ ਆਈ ਨਹੀਂ। ਇਸ ਲਈ ਉਹ ਖੁਸ਼ੀਆਂ ਆਣਗੀਆਂ ਜਦੋਂ ਹਰੀ ਰੂਪੀ ਹੀਰੇ ਦੀ ਤਰਫ ਆਪਣੀ ਸੁਰਤੀ ਲਾਵਾਂਗੇ, ਉਧਰ ਨੂੰ ਕਦਮ ਵਧਾਵਾਂਗੇ, ਆਪਣੇ ਹਿਰਦੇ 'ਚ ਪ੍ਰੇਮ ਵਿਸ਼ਵਾਸ ਪੈਦਾ ਕਰਾਂਗੇ, ਆਪਣੇ ਮਾਲਿਕ ਦਾ ਪ੍ਰੇਮ, ਆਪਣੇ ਮਾਲਿਕ ਦਾ ਵਿਸ਼ਵਾਸ ਜਦੋਂ ਆਪਣੇ ਅੰਦਰ ਪੈਦਾ ਕਰਾਂਗੇ, ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀ ਆਏਗੀ। ਔਰ ਹੁਣ ਸਮਾਂ ਕਾਫੀ ਹੋ ਗਿਆ, ਪਰ ਵਿਸ਼ਵਾਸ ਦੀ ਗੱਲ ਚੱਲੀ ਹੈ, ਤੇ ਇੱਕ ਛੋਟੀ ਜਿਹੀ ਕਹਾਣੀ ਦੱਸਾਂਗੇ ਔਰ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ, ਕਿਉਂਕਿ ਵਿਸ਼ਵਾਸ ਦੀ ਗੱਲ ਆਈ ਹੈ। ਤਾਂ ਇਹ ਇੱਕ ਘਟਨਾ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਕਿ ਇੱਕ ਵਿਸ਼ਵਾਸ ਇਨਸਾਨ ਤੋਂ ਕੀ ਕਰਾ ਸਕਦਾ ਹੈ। ਇੱਕ ਵਿਸ਼ਵਾਸ ਇਨਸਾਨ ਨੂੰ ਨਾਮੁਮਕਿਨ ਤੋਂ ਮੁਮਕਿਨ ਕਰਮ ਕਰਨ ਤੇ ਵੀ ਮਜਬੂਰ ਕਰ ਦਿੰਦਾ ਹੈ। ਯਾਨੀ ਜਿਹੜਾ ਬੰਦਾ ਕਹਿੰਦਾ ਨਾਮੁਮਕਿਨ ਨਹੀਂ ਹੋ ਸਕਦਾ, ਪਰ ਇੱਕ ਵਿਸ਼ਵਾਸ ਉਹ ਵੀ ਕਰਵਾ ਦਿੰਦਾ ਹੈ। ਇਹ ਸੱਚੀ ਘਟਨਾ ਦੱਸਣ ਲੱਗੇ ਆ। ਇਹ ਗੱਲ ਹੈ ਸਨ 1990 11 ਫਰਵਰੀ, ਟੋਕੀਓ ਜਾਪਾਨ, ਜਾਪਾਨ ਦੇ ਅੰਦਰ ਸ਼ਹਿਰ ਹੈ ਟੋਕੀਓ। ਇਹ ਉੱਥੇ ਦੀ ਗੱਲ ਹੈ ਕਿ ਉੱਥੇ ਵਰਲਡ ਹੈਵੀ ਵੇਟ ਚੈਂਪੀਅਨਸ਼ਿਪ ਹੋਣ ਜਾ ਰਹੀ ਸੀ ਬਾਕਸਿੰਗ ਦੀ, ਕਿਉਂਕਿ 11 ਫਰਵਰੀ 1990 ਬਾਕਸਰ ਸੀ ਮਾਈਕ ਟਾਇਸਨ, ਇਹ ਜਿਹੜਾ ਹੈਵੀ ਵੇਟ ਦਾ ਵਰਲਡ ਚੈਂਪੀਅਨ ਸੀ, ਯਾਨੀ ਬਾਕਸਰ ਸੀ ਜਿਹੜਾ ਅੱਜ ਤੱਕ ਕਦੀ ਹਾਰਿਆ ਨਹੀਂ ਸੀ, ਕਿਸੇ ਵੀ ਮੁਕਾਬਲੇ 'ਚ ਕਦੀ ਹਾਰਿਆ ਨਹੀਂ ਸੀ ਮਾਈਕ ਟਾਇਸਨ। ਪਰ 1990 ਟੋਕੀਓ ਦੇ ਅੰਦਰ ਜਦੋਂ ਅੰਤਿਮ ਫਾਈਨਲ ਮੈਚ ਹੋਣ ਜਾ ਰਿਹਾ ਸੀ, ਤਾਂ ਉਹਦਾ ਮੁਕਾਬਲਾ ਸੀ ਬਸਟਰ ਡਗਲਸ ਦੇ ਨਾਲ, ਜਿਹੜਾ ਕਿ ਕਈ ਮੈਚ ਹਾਰ ਚੁੱਕਾ ਸੀ, ਪਰ ਅੱਜ ਉਹਨੂੰ ਮਾਈਕ ਟਾਇਸਨ ਦੇ ਨਾਲ, ਜੋ ਕਿ ਵਰਲਡ ਚੈਂਪੀਅਨ ਹੈ, ਜਿਹਦੇ ਕੋਲ ਕਈ ਖਿਤਾਬ ਹੈ। ਔਰ ਮਾਈਕ ਟਾਇਸਨ ਇੱਕ ਐਸਾ ਬਾਕਸਰ ਸੀ ਜਿਹੜਾ ਆਪਣੇ ਸਾਹਮਣੇ ਖਿਲਾੜੀ ਨੂੰ ਕਈ ਸਕਿੰਟਾਂ 'ਚ ਨੌਕਆਊਟ ਕਰ ਦਿੰਦਾ ਸੀ। ਨੌਕਆਊਟ ਦਾ ਮਤਲਬ ਪਹਿਲੇ ਰਾਉਂਡ 'ਚ ਕਿਸੇ ਨੂੰ ਬਾਹਰ, ਦੂਜੇ ਰਾਉਂਡ 'ਚ ਬਾਹਰ, ਯਾਨੀ ਨੌਕਆਊਟ ਕਰਨਾ ਕਿਸੇ ਨੂੰ 90-93 ਸੈਕਿੰਡ 'ਚ ਬਾਹਰ। ਇਦਾਂ ਦਾ ਜ਼ਬਰਦਸਤ ਖਿਲਾੜੀ ਸੀ ਮਾਈਕ ਟਾਇਸਨ। ਪਰ ਅੱਜ ਬਸਟਰ ਡਗਲਸ, ਉਹਦੇ ਨਾਲ ਉਹਦਾ ਮੁਕਾਬਲਾ ਹੋਣ ਜਾ ਰਿਹਾ ਹੈ। ਔਰ ਸਾਰੇ ਪਾਸੇ ਟਾਇਸਨ ਹੋ ਰਹੀ ਹੈ, ਕਿਉਂਕਿ ਜਿਹੜੇ ਪੋਸਟਰ ਵੀ ਉਸ ਵੇਲੇ ਬਣੇ ਸੀ, ਉੱਥੇ ਲਿਖਿਆ ਸੀ ਟਾਇਸਨ ਇਜ਼ ਬੈਕ। ਜਰਾ ਗੌਰ ਕਰਨਾ, ਅੱਜ ਵੀ ਨੈਟ ਤੇ ਸਰਚ ਕਰ ਸਕਦੇ ਹੋ ਤੁਸੀਂ ਕਿ ਟਾਇਸਨ ਇਜ਼ ਬੈਕ। ਔਰ ਜਿੰਨੀਆਂ ਵੀ ਟਿਕਟਾਂ ਵਿਕੀਆਂ ਸੀ, ਉਹ ਟਾਇਸਨ ਦੇ ਨਾਂ ਤੇ ਵਿਕੀਆਂ ਸੀ, ਕਿਉਂਕਿ ਟਾਇਸਨ ਅੱਜ ਤੱਕ ਕਦੀ ਹਾਰਿਆ ਨਹੀਂ ਸੀ। ਇਦਾਂ ਦਾ ਬਾਕਸਰ ਸੀ ਉਹ। ਪਰ ਇੱਧਰ ਡਗਲਸ, ਜਿਹੜਾ ਕਿ ਕਈ ਮੈਚ ਹਾਰ ਵੀ ਚੁੱਕਾ ਸੀ, ਪਰ ਅੱਜ ਕਿਸਮਤ ਨਾਲ ਫਾਈਨਲ 'ਚ ਪਹੁੰਚ ਗਿਆ। ਔਰ ਉਹਦੇ ਸਾਹਮਣੇ ਹੈ ਟਾਇਸਨ, ਜੋ ਅੱਜ ਤੱਕ ਕਦੀ ਹਾਰਿਆ ਨਹੀਂ, ਵਿਸ਼ਵ ਵਿਜੇਤਾ, ਜਿਹਨਾਂ ਬੜੇ ਬੜੇ ਬਾਕਸਰਾਂ ਨੂੰ ਨੌਕਆਊਟ ਕੀਤਾ ਹੈ। ਹੁਣ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਸਾਰਿਆਂ ਨੂੰ ਪਤਾ ਸੀ, ਕਿਉਂਕਿ ਜਿਹੜਾ ਉਸ ਦਿਨ ਪਹਿਲਾ ਮੁਕਾਬਲਾ ਹੋਇਆ ਸੀ, ਕਹਿੰਦੇ ਹੈ ਉਸ ਦਿਨ ਟਾਇਸਨ ਨੇ ਆਪਣੇ ਪਹਿਲੇ ਸਾਥੀ ਨੂੰ ਸਿਰਫ 93 ਸੈਕਿੰਡ ਦੇ ਵਿੱਚ ਹੀ ਨੌਕਆਊਟ ਕਰ ਦਿੱਤਾ ਸੀ। ਤਾਂ ਜਿੰਨੇ ਵੀ ਪਬਲਿਕ ਦੇਖਣ ਆਈ ਸੀ, ਸਾਰੇ ਟਾਇਸਨ ਕਰ ਰਹੇ ਸੀ। ਉਹਨਾਂ ਨੂੰ ਪਤਾ ਡਗਲਸ, ਜਿਹਦਾ ਕੋਈ ਨਾਮ ਹੀ ਹੈ ਨਹੀਂ ਸੀ, ਕੋਈ ਲੋਕ ਜਾਣਦੇ ਨਹੀਂ ਸੀ ਬਹੁਤਾ ਉਹਨੂੰ, ਇਹਨਾਂ ਦੇ ਸਾਹਮਣੇ ਕੀ ਟਿਕਣਾ ਹੈ।
ਇਹਨੇ ਇਹਦੇ ਸਾਹਮਣੇ ਕੀ ਟਿਕਣਾ ਹੈ। ਪਰ ਡਗਲਸ ਆਇਆ, ਮੈਚ ਸ਼ੁਰੂ ਹੋਇਆ, ਪਹਿਲਾ ਰਾਉਂਡ ਟਾਇਸਨ ਨੇ ਐਸੇ ਬਾਰ ਕੀਤੇ, ਦੂਸਰਾ ਰਾਉਂਡ ਇਦਾਂ ਦੇ ਬਾਰ ਕੀਤੇ ਕਿ ਡਗਲਸ ਕਈ ਵਾਰ ਜ਼ਮੀਨ ਤੇ ਗਿਰਿਆ ਪਰ ਫਿਰ ਉੱਠ ਜਾਂਦਾ ਸੀ। ਤਾਂ ਲੋਕ ਵੀ ਹੈਰਾਨ ਸੀ ਕਿ ਇੰਨੇ ਜ਼ਬਰਦਸਤ ਟਾਇਸਨ ਬਾਰ ਕਰ ਰਿਹਾ ਹੈ ਪਰ ਇਹ ਵਸਟਰ ਫਿਰ ਉੱਠ ਕੇ ਖੜਾ ਹੋ ਜਾਂਦਾ, ਵਸਟਰ ਡਗਲਸ ਫਿਰ ਉੱਠ ਕੇ ਖੜ ਜਾਂਦਾ, ਕੀ ਗੱਲ। ਪਰ ਸਮਝ ਲਓ ਡਗਲਸ ਵਾਸਤੇ ਤਾਂ ਇਹ ਮੈਚ ਡੂ ਔਰ ਡਾਈ ਵਾਲਾ ਸੀ ਕਿ ਜਾਂ ਤਾਂ ਕਰਨਾ ਹੈ ਜਾਂ ਫਿਰ ਮਰਨਾ ਹੈ, ਜਾਂ ਤਾਂ ਕਰੂੰਗਾ ਜਿੱਤੂਗਾ ਜਾਂ ਮਰੂੰਗਾ। ਇਹਦੀ ਪਹਿਲਾ ਰਾਉਂਡ, ਦੂਜਾ ਰਾਉਂਡ, ਤੀਜਾ ਰਾਉਂਡ ਕਈ ਵਾਰ ਟਾਇਸਨ ਨੇ ਉਹਨੂੰ ਗਿਰਾਇਆ ਪਰ ਉਹ ਫਿਰ ਆਪਣੇ ਪੈਰਾਂ ਤੇ ਖੜ ਜਾਂਦਾ ਸੀ, ਖੜ ਜਾਂਦਾ ਸੀ ਪੈਰਾਂ ਤੇ। ਕਰਦਿਆਂ ਕਰਦਿਆਂ 8ਵਾਂ ਰਾਉਂਡ, 9ਵਾਂ ਰਾਉਂਡ ਆ ਗਿਆ ਤਾਂ ਲੋਕ ਵੀ ਹੈਰਾਨ ਸੀ ਕਿ ਇੰਨਾ ਲੰਬਾ ਤਾਂ ਅੱਜ ਤੱਕ ਟਾਇਸਨ ਦੇ ਸਾਹਮਣੇ ਕੋਈ ਖੜਾ ਹੀ ਨਹੀਂ ਹੋਇਆ। ਅੱਜ ਇਹਨੂੰ ਕੀ ਹੋ ਗਿਆ, ਇਹਨਾਂ ਮਰਨਾ ਹੈ, ਆਪਣੀ ਜਾਨ ਦੇਣੀ ਹੈ, ਕਿਤੇ ਮਰ ਹੀ ਨਾ ਜਾਵੇ। ਕਿਉਂਕਿ ਬਾਕਸਿੰਗ ਦੇ ਨਿਯਮ ਹੁੰਦੇ ਹੈ ਕਿ ਜਦੋਂ ਜ਼ਿਆਦਾ ਸੱਟ ਚੋਟ ਹੋਵੇ ਨਾ, ਬੰਦਾ ਉੱਠੇ ਨਾ, ਥੱਲੇ ਰਵੇ, ਤਾਂ ਫਿਰ ਅੰਪਾਇਰ ਗਿਣਦਾ ਹੈ 1 2 3 ਔਰ ਜਿਹੜਾ ਖੜਾ ਹੁੰਦਾ ਜਿਤਾ ਦਿੰਦਾ ਹੈ। ਪਰ ਜਿਹੜਾ ਦੁਬਾਰਾ ਖੜਾ ਹੋ ਜਾਵੇ ਤਾਂ ਫਿਰ ਉਹਨੂੰ ਮੁਕਾਬਲਾ ਕਰਨਾ ਪੈਂਦਾ ਹੈ। ਪਰ ਡਗਲਸ ਖੜਾ ਹੋ ਰਿਹਾ ਬਾਰ-ਬਾਰ। ਹੁਣ 10ਵਾਂ ਰਾਉਂਡ ਆਇਆ, 10ਵੇਂ ਰਾਉਂਡ ਦੀ ਜਦੋਂ ਸ਼ੁਰੂਆਤ ਹੋਈ, ਮੁਕਾਬਲਾ ਸ਼ੁਰੂ ਹੋਇਆ ਤਾਂ ਲੋਕ ਦੇਖ ਕੇ ਹੈਰਾਨ ਰਹਿ ਗਏ। ਡਗਲਸ ਨੇ ਇੱਕ ਐਸੀ ਕਿੱਕ ਮਾਰੀ ਜੋ ਮਾਈਕ ਟਾਇਸਨ ਦੇ ਮੂੰਹ ਤੇ ਲੱਗੀ, ਉਹਦਾ ਸੰਤੁਲਨ ਵਿਗੜ ਗਿਰਿਆ। ਫਿਰ ਉਹਨਾਂ ਇਦਾਂ ਦੇ ਪ੍ਰਹਾਰ ਕੀਤੇ ਕਿ 10ਵੇਂ ਰਾਉਂਡ 'ਚ ਨਾਮੁਮਕਿਨ ਮੁਮਕਿਨ ਹੋ ਗਿਆ। ਟਾਇਸਨ ਜੋ ਕਦੇ ਨਹੀਂ ਹਾਰਿਆ ਸੀ, ਅੱਜ ਪਹਿਲੀ ਵਾਰ ਹਾਰਿਆ, ਉਹ ਡਗਲਸ ਜਿੱਤ ਗਿਆ ਉਹ ਖਿਤਾਬ ਨੂੰ। ਵਰਲਡ ਹੈਵੀਵੇਟ ਚੈਂਪੀਅਨਸ਼ਿਪ ਦਾ ਉਹ ਸਰਤਾਜ ਬਣ ਗਿਆ ਬਸਟਰ ਡਗਲਸ, ਯਾਨੀ ਚੈਂਪੀਅਨਸ਼ਿਪ ਜਿੱਤ ਲਈ। ਇੰਨੇ ਸਾਲਾਂ ਤੋਂ ਮਾਈਕ ਟਾਇਸਨ ਕੋ ਸੀ ਉਹ ਖਿਤਾਬ ਵਰਲਡ ਚੈਂਪੀਅਨਸ਼ਿਪ ਦਾ, ਅੱਜ ਡਗਲਸ ਦੇ ਸਿਰ ਤੇ ਸਿਹਰਾ ਆ ਗਿਆ। ਲੋਕ ਹੈਰਾਨ ਸੀ, ਇਹ ਤਾਂ ਇਦਾਂ ਹੀ ਹੋ ਗਿਆ ਜਿੱਦਾਂ ਚੂਹੇ ਨੇ ਹਾਥੀ ਨੂੰ ਢਾ ਲਿਆ ਹੋਵੇ। ਇਹ ਕਿੱਦਾਂ ਹੋਇਆ, ਇਹ ਕਿੱਦਾਂ ਹੋ ਗਿਆ? ਟਾਇਸਨ ਵਰਗਾ ਸ਼ੇਰ ਹਾਰ ਗਿਆ ਔਰ ਡਗਲਸ ਇਹ ਜਿੱਤ ਗਿਆ। ਔਰ ਜਰਾ ਹੁਣ ਧਿਆਨ ਦੇਣਾ, ਹੁਣ ਅਸਲੀ ਪੁਆਇੰਟ ਤੇ ਆਈਏ। ਮੈਚ ਤੋਂ ਬਾਅਦ ਜਦੋਂ ਡਗਲਸ ਦੀ ਇੰਟਰਵਿਊ ਲਈ ਪੱਤਰਕਾਰਾਂ ਨੇ ਕਿ ਅੱਜ ਤਾਂ ਇਦਾਂ ਲੱਗਦਾ ਜਾਂ ਤਾਂ ਤੁਸੀਂ ਮਰੇ ਆ ਤੇ ਜਾਂ ਹਸਪੀਟਲ ਗਏ ਆ, ਇਹ ਕੀ ਸੀ ਕਿ ਤੁਸੀਂ ਮੁਕਾਬਲਾ ਕਿਉਂ ਨਹੀਂ ਛੱਡਿਆ, ਮੈਦਾਨ ਕਿਉਂ ਨਹੀਂ ਛੱਡਿਆ? ਤਾਂ ਡਗਲਸ ਦੇ ਇੰਟਰਵਿਊ ਦੇ ਬਚਨ ਸੁਣੋ ਜ਼ਰਾ, ਜੋ ਕਿ ਤੁਸੀਂ ਅੱਜ ਵੀ ਪੜ੍ਹ ਸਕਦੇ ਹੋ। ਡਗਲਸ ਨੇ ਕਿਹਾ ਕਿ ਜੇ ਇੱਕ ਖਿਡਾਰੀ ਖੇਡਦਾ ਹੁੰਦਾ ਤਾਂ ਫਿਰ ਉਹ ਖਿਡਾਰੀ ਜ਼ਰੂਰ ਹਾਰਨਾ ਸੀ, ਪਰ ਅੱਜ ਇੱਕ ਖਿਡਾਰੀ ਨਹੀਂ ਖੇਡ ਰਿਹਾ ਸੀ, ਅੱਜ ਇੱਕ ਬੇਟਾ ਖੇਡ ਰਿਹਾ ਸੀ ਤਾਂ ਜਿੱਤਿਆ ਹੈ। ਪੱਤਰਕਾਰ ਕਹਿੰਦੇ ਅਸੀਂ ਸਮਝੇ ਨਹੀਂ ਮਤਲਬ ਕੀ ਹੈ। ਉਹ ਕਹਿੰਦੇ ਮਤਲਬ ਕਿ ਜਦੋਂ ਇਹ ਚੈਂਪੀਅਨਸ਼ਿਪ ਵਿੱਚ ਮੈਂ ਆਪਣਾ ਨਾਮ ਲਿਖਾਇਆ ਤਾਂ ਸਾਰਿਆਂ ਨੂੰ ਪਤਾ ਸੀ ਮੇਰਾ ਮੁਕਾਬਲਾ ਟਾਇਸਨ ਦੇ ਨਾਲ ਹੋਣਾ, ਵਰਲਡ ਚੈਂਪੀਅਨ ਦੇ ਨਾਲ। ਤਾਂ ਮੇਰੀ ਮਾਂ, ਜ਼ਰਾ ਹੁਣ ਧਿਆਨ ਦੇਣਾ, ਮੇਰੀ ਮਾਂ ਨੇ ਜਦੋਂ ਸੁਣਿਆ ਤਾਂ ਮੇਰੀ ਮਾਂ ਮੈਨੂੰ ਕਹਿੰਦੀ ਸੀ, ਬੇਟਾ ਮੈਨੂੰ ਪੂਰਾ ਯਕੀਨ ਹੈ ਇਹ ਮੁਕਾਬਲਾ ਤੂੰ ਜਿੱਤੇਗਾ। ਤਾਂ ਕਹਿੰਦਾ ਮੈਂ ਅੰਦਰੋਂ ਡਰਦਾ ਸੀ ਕਿ ਉਹ ਵਰਲਡ ਚੈਂਪੀਅਨ ਹੈ ਜਿਹੜਾ ਅੱਜ ਤੱਕ ਕੋਈ ਮੈਚ ਹਾਰਿਆ ਹੀ ਨਹੀਂ। ਤਾਂ ਮੈਂ ਆਪਣੇ ਜੀਵਨ 'ਚ ਕਈ ਮੈਚ ਹਾਰ ਚੁੱਕਾ ਹਾਂ, ਮੇਰਾ ਇੰਨਾ ਨਾਮ ਵੀ ਨਹੀਂ ਹੈ। ਮੈਂ ਡਰਦਾ ਸੀ ਅੰਦਰੋਂ ਕਿ ਮੇਰਾ ਮੁਕਾਬਲਾ ਟਾਇਸਨ ਦੇ ਨਾਲ ਹੋਣਾ। ਤਾਂ ਮਾਂ ਮੇਰੇ ਕੰਧੇ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਫਿਕਰ ਨਾ ਕਰ, ਮੈਨੂੰ ਆਪਣੇ ਬੱਚੇ ਤੇ ਯਕੀਨ ਹੈ, ਆਪਣੇ ਰੱਬ ਤੇ ਯਕੀਨ ਹੈ, ਤੂੰ ਜਿੱਤੇਗਾ। ਜਰਾ ਗੌਰ ਕਰੋ। ਔਰ ਡਗਲਸ ਨੇ ਕਿਹਾ ਕਿ ਮੇਰੀ ਮਾਂ ਨੇ ਸਿਰਫ ਮੈਨੂੰ ਨਹੀਂ ਕਹਿਣਾ, ਜਿਹਨੂੰ ਵੀ ਪਤਾ ਲੱਗਣਾ ਨਾ ਕਿ ਇਹਨਾਂ ਨਾਮ ਲਿਖਾਇਆ ਹੈ ਔਰ ਇਹਦਾ ਮੁਕਾਬਲਾ ਟਾਇਸਨ ਦੇ ਨਾਲ ਹੋਣਾ, ਤਾਂ ਮਾਂ ਉਹਨਾਂ ਨੂੰ ਵੀ ਕਹਿੰਦੀ ਸੀ, ਦੇਖ ਲਿਓ ਇਹ ਮੇਰਾ ਬੇਟਾ ਟਾਇਸਨ ਨੂੰ ਹਰਾਏਗਾ, ਇਹ ਮੇਰਾ ਬੇਟਾ ਟਾਇਸਨ ਨੂੰ ਹਰਾਏਗਾ, ਮੈਨੂੰ ਪਤਾ ਹੈ ਮੇਰਾ ਬੇਟਾ ਜਿੱਤੇਗਾ। ਕਿ ਹਰੇਕ ਨੂੰ ਮੇਰੀ ਮਾਂ ਨੇ ਬੜੇ ਮਾਣ ਨਾਲ, ਬੜੇ ਵਿਸ਼ਵਾਸ ਨਾਲ ਕਹਿਣਾ ਕਿ ਜਿਹਨੂੰ ਕੋਈ ਨਹੀਂ ਹਰਾ ਸਕਿਆ ਮੇਰਾ ਬੇਟਾ ਉਹਨੂੰ ਹਰਾਏਗਾ। ਕਹਿੰਦਾ ਮੈਂ ਕਹਿਣਾ, ਮਾਂ ਐਡੇ ਵੱਡੇ ਵੱਡੇ ਬੋਲ ਨਾ ਬੋਲ, ਉਹ ਟਾਇਸਨ ਹੈ। ਤਾਂ ਮੈਂ ਹਾਲੇ ਡਗਲਸ ਕੋਈ ਜਾਣਦਾ ਹੀ ਨਹੀਂ ਮੈਨੂੰ, ਇੰਨਾ ਨਾਮ ਵੀ ਹੈ ਨਹੀਂ ਮੇਰਾ, ਕਿਉਂਕਿ ਮਸ਼ਹੂਰੀ ਤਾਂ ਉਸ ਤੋਂ ਬਾਅਦ ਹੋਈ ਉਹਦੀ। ਪਰ ਮਾਂ ਨੇ ਕਿਹਾ, ਬੇਟਾ ਹੋਰ ਕੋਈ ਜਾਣੇ ਨਾ ਜਾਣੇ, ਤੇਰੀ ਮਾਂ ਤਾਂ ਜਾਣਦੀ ਹੈ ਨਾ ਤੈਨੂੰ, ਉਹ ਮੇਰਾ ਰੱਬ ਤਾਂ ਜਾਣਦਾ ਹੈ ਨਾ, ਮੈਨੂੰ ਯਕੀਨ ਹੈ ਤੂੰ ਜਿੱਤੇਗਾ, ਵਿਸ਼ਵਾਸ ਹੈ ਮੈਨੂੰ ਤੂੰ ਜਿੱਤੇਗਾ। ਤਾਂ ਡਗਲਸ ਕਹਿੰਦਾ, ਮਾਂ ਦਾ ਇਹ ਵਿਸ਼ਵਾਸ ਦੇਖ ਕੇ ਮੇਰੇ ਅੰਦਰ ਵਿਸ਼ਵਾਸ ਪੈਦਾ ਹੋਇਆ। ਪਰ ਬੜੇ ਅਫਸੋਸ ਦੀ ਗੱਲ ਕਿ ਮੁਕਾਬਲੇ ਤੋਂ 23 ਦਿਨ ਪਹਿਲਾਂ ਮਾਂ ਦਾ ਦੇਹਾਂਤ ਹੋ ਗਿਆ, ਯਾਨੀ ਮਾਂ ਦੀ ਡੈਥ ਹੋ ਗਈ। ਡਗਲਸ ਦੀ ਮਾਂ ਦੀ 23 ਦਿਨ ਪਹਿਲਾਂ ਮੁਕਾਬਲੇ ਤੋਂ, ਜਦੋਂ ਮੁਕਾਬਲਾ ਹੋਣਾ ਸੀ ਟਾਇਸਨ ਦੇ ਨਾਲ, 23 ਦਿਨ ਪਹਿਲਾਂ ਉਹਦੀ ਮੌਤ ਹੋ ਗਈ ਹਾਰਟ ਅਟੈਕ ਦੇ ਨਾਲ। ਉਹਦੀ ਜਦੋਂ ਮੌਤ ਹੋਈ
ਤਾਂ ਉਸ ਲਈ ਡਗਲਸ ਕਹਿੰਦਾ ਦਿਲ ਤਾਂ ਬੜਾ ਟੁੱਟਿਆ ਸੀ, ਪਰ ਅੱਜ ਜਦੋਂ ਮੁਕਾਬਲੇ ਵਾਸਤੇ ਮੈਂ ਆਇਆ, ਜਦੋਂ ਟਾਈਸਨ ਮੇਰੇ ਮੂੰਹ ਤੇ ਮੁੱਕਾ ਮਾਰ ਕੇ ਮੈਨੂੰ ਗਿਰਾਂਦਾ ਸੀ, ਤਾਂ ਮੈਨੂੰ ਲੱਗਦਾ ਸੀ ਮੇਰੀ ਮਾਂ ਦਾ ਵਿਸ਼ਵਾਸ ਟੁੱਟ ਰਿਹਾ ਅਗਰ ਮੈਂ ਨਾ ਖੜਾ ਹੋਇਆ। ਮੇਰੀ ਮਾਂ ਮੈਨੂੰ ਦੇਖ ਰਹੀ ਹੈ ਔਰ ਸ਼ਾਇਦ ਉੱਥੇ ਬੈਠੀ ਕਹਿੰਦੀ ਹੋਵੇ, ਬੇਟਾ ਮੈਨੂੰ ਯਕੀਨ ਹੈ ਤੂੰ ਜਿੱਤੇਗਾ, ਉੱਠ ਮੁਕਾਬਲਾ ਕਰ। ਕਹਿੰਦਾ ਮੈਂ ਉੱਠਦਾ ਸੀ, ਆਪਣੀ ਮਾਂ ਦੀ ਤਸਵੀਰ ਨੂੰ ਅੱਖਾਂ ਮੂਹਰੇ ਲਿਆਂਦਾ ਸੀ ਕਿ ਜੇ ਮੇਰੀ ਮਾਂ ਨੇ ਇੰਨੇ ਮਾਣ ਨਾਲ ਕਿਹਾ ਹੈ, ਇੰਨੇ ਵਿਸ਼ਵਾਸ ਨਾਲ ਕਿਹਾ ਹੈ ਕਿ ਮੈਨੂੰ ਯਕੀਨ ਹੈ ਆਪਣੇ ਬੇਟੇ ਤੇ, ਮੇਰਾ ਬੇਟਾ ਜਿੱਤੇਗਾ, ਤਾਂ ਆਪਣੇ ਮਾਂ ਦੇ ਵਿਸ਼ਵਾਸ ਨੂੰ ਮੈਂ ਟੁੱਟਣ ਨਹੀਂ ਦੇਣਾ, ਪੂਰਾ ਕਰਕੇ ਰਹਿਣਾ ਹੈ। ਕਹਿੰਦਾ ਮੈਂ ਅੱਜ ਇੱਕ ਪਲੇਅਰ ਬਣ ਕੇ ਨਹੀਂ, ਇੱਕ ਖਿਡਾਰੀ ਬਣ ਕੇ ਨਹੀਂ, ਅੱਜ ਮੈਂ ਆਪਣੀ ਮਾਂ ਦਾ ਬੇਟਾ ਬਣ ਕੇ ਖੇਡ ਰਿਹਾ ਸੀ। ਔਰ ਇਹ ਮੇਰੀ ਜਿੱਤ ਨਹੀਂ ਹੈ, ਇਹ ਜਿੱਤ ਹੈ ਮੇਰੇ ਮਾਂ ਦੇ ਵਿਸ਼ਵਾਸ ਦੀ, ਕਿਉਂਕਿ ਮਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ, ਉਹਨੂੰ ਆਪਣੇ ਰੱਬ ਤੇ ਵਿਸ਼ਵਾਸ ਸੀ, ਫਿਰ ਉਹਨਾਂ ਮੇਰੇ ਤੇ ਵਿਸ਼ਵਾਸ ਕੀਤਾ, ਤਾਂ ਮੈਂ ਆਪਣੀ ਮਾਂ ਦੇ ਵਿਸ਼ਵਾਸ ਤੇ ਵਿਸ਼ਵਾਸ ਕੀਤਾ ਕਿ ਜੇ ਮਾਂ ਨੇ ਵਿਸ਼ਵਾਸ ਕੀਤਾ ਤਾਂ ਮੈਂ ਜਿੱਤ ਕੇ ਦਿਖਾਣਾ, ਜਾਂ ਤਾਂ ਮਰੂੰਗਾ ਜਾਂ ਫਿਰ ਆਪਣੇ ਮਾਂ ਦੇ ਸੁਪਨੇ ਨੂੰ ਪੂਰਾ ਕਰੂੰਗਾ। ਕਹਿੰਦਾ ਇਹ ਜਿੱਤ ਇੱਕ ਬੇਟੇ ਦੀ ਜਿੱਤ ਹੈ, ਮਾਂ ਦੇ ਵਿਸ਼ਵਾਸ ਦੀ ਜਿੱਤ ਹੈ। ਔਰ ਜਰਾ ਹੁਣ ਗੌਰ ਕਰੋ, ਪੱਤਰਕਾਰਾਂ ਨੇ ਜਦੋਂ ਸੁਣਿਆ ਤਾਂ ਉਹਨਾਂ ਨੇ ਫਿਰ ਇੱਕ ਗੱਲ ਹੋਰ ਲਿਖੀ ਕਿ ਇਹਦਾ ਮਤਲਬ ਹੈ ਅਗਰ ਵਿਸ਼ਵਾਸ ਇਨਸਾਨ ਦੇ ਅੰਦਰ ਪੂਰਾ ਹੋਵੇ ਤਾਂ ਨਾਮੁਮਕਿਨ ਵੀ ਮੁਮਕਿਨ ਹੋ ਸਕਦਾ ਹੈ। ਇਹਨੂੰ ਇਦਾਂ ਕਹਿ ਲਓ ਕਿ ਜੇ ਚੂਹੇ ਅੰਦਰ ਵੀ ਵਿਸ਼ਵਾਸ ਹੋਵੇ ਨਾ, ਚੂਹਾ ਵੀ ਸ਼ੇਰ ਨੂੰ ਹਰਾ ਸਕਦਾ ਹੈ, ਚਾਹੇ ਕੋਈ ਯੁਕਤੀ ਲੜੇ, ਜਿੱਦਾਂ ਮਰਜ਼ੀ ਲੜੇ, ਪਰ ਗੱਲ ਕਰਨ ਦੀ ਹੈ, ਵਿਸ਼ਵਾਸ ਅੰਦਰ ਚਾਹੀਦਾ ਹੈ। ਤਾਂ ਦੇਖੋ ਇੱਕ ਵਿਸ਼ਵਾਸ ਦੇ ਨਾਲ ਉਹ ਮਾਈਕ ਟਾਈਸਨ ਜਿਹੜਾ ਕਦੀ ਹਾਰਿਆ ਨਹੀਂ ਸੀ, ਹੁਣ ਉਹਦੇ ਕੋਲ ਕੀ ਸੀ? ਮਾਈਕ ਟਾਈਸਨ ਕੋਲ 35 ਸੀ, ਖਿਤਾਬ ਸੀ, ਖਿਤਾਬ ਯਾਨੀ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਸੀ। ਤਾਂ ਡਗਲਸ ਦੇ ਕੋਲ ਕੀ ਸੀ? ਉਹਦੇ ਕੋਲ ਬਸ ਇੱਕੋ ਹੀ ਚੀਜ਼ ਸੀ, ਮਾਂ ਦਾ ਵਿਸ਼ਵਾਸ। ਔਰ ਜਿੱਤ ਕਿਹਦੀ ਹੋਈ? ਇੱਕ ਦੇ ਕੋਲ ਟਰਾਫੀਆਂ ਹੈ, ਇੱਕ ਦੇ ਕੋਲ ਡਿਗਰੀਆਂ ਹੈ, ਜਾਂ ਇੱਕ ਦੇ ਕੋਲ ਕੱਪ ਹੈ, ਖਿਤਾਬ ਹੈ, ਵਰਲਡ ਚੈਂਪੀਅਨ ਦਾ ਖਿਤਾਬ, ਪਰ ਦੂਜੇ ਪਾਸੇ ਹੈ ਵਿਸ਼ਵਾਸ। ਤਾਂ ਇੱਕ ਗੱਲ ਯਾਦ ਰੱਖੋ, ਇਧਰਲੇ ਪਾਸੇ ਯਾਨੀ ਇੱਕ ਪਾਸੇ ਭਾਵੇਂ ਦੁਨੀਆ ਦੀਆਂ ਜਿੰਨੀਆਂ ਮਰਜ਼ੀ ਬੜੀਆਂ ਪਦਵੀਆਂ ਹੋਣ, ਖਿਤਾਬ ਹੋਣ, ਅਹੁਦੇ ਹੋਣ, ਪਰ ਜੇ ਤੁਹਾਡਾ ਵਿਸ਼ਵਾਸ ਸੱਚਾ ਹੈ ਤਾਂ ਬੜੇ ਤੋਂ ਬੜੇ ਅਹੁਦੇ, ਬੜੇ ਤੋਂ ਬੜੀ ਪਦਵੀ ਤੋਂ ਵੀ ਤੁਹਾਡਾ ਵਿਸ਼ਵਾਸ ਜਿੱਤ ਸਕਦਾ ਹੈ। ਬਸ ਵਿਸ਼ਵਾਸ ਸੱਚਾ ਪੂਰਾ ਹੋਣਾ ਚਾਹੀਦਾ ਹੈ। ਤਾਂ ਤੁਸੀਂ ਵੀ ਇੱਥੇ ਇਹ ਗੱਲ ਦੱਸਣੀ ਚਾਹਾਂਗੇ ਕਿ ਜੇ ਡਗਲਸ ਦੇ ਮੋਹਰੇ ਐਡੀ ਵੱਡੀ ਟਾਈਸਨ ਰੂਪੀ ਇੱਕ ਚੁਣੌਤੀ ਸੀ, ਚੁਣੌਤੀ ਦਾ ਮਤਲਬ ਸਮਝਦੇ ਹੋ ਨਾ, ਕਿ ਐਡਾ ਵੱਡਾ ਮੁਕਾਬਲਾ ਸੀ ਕਿ ਟਾਈਸਨ ਇੱਕ ਪਹਾੜ ਸੀ ਉਹਦੇ ਸਾਹਮਣੇ, ਪਰ ਉਹਦੇ ਵਿਸ਼ਵਾਸ ਨੇ ਉਹ ਪਹਾੜ ਨੂੰ ਵੀ ਗਿਰਾ ਦਿੱਤਾ। ਇੱਕ ਮਾਂ ਦੇ ਵਿਸ਼ਵਾਸ ਨਾਲ, ਕਿ ਮਾਂ ਨੂੰ ਆਪਣੇ ਰੱਬ ਤੇ ਵਿਸ਼ਵਾਸ ਸੀ, ਤਾਂ ਮਾਂ ਨੇ ਉੱਤੇ ਵਿਸ਼ਵਾਸ ਕੀਤਾ, ਤਾਂ ਐਡੇ ਵੱਡੇ ਪਹਾੜ ਨੂੰ ਗਿਰਾ ਸਕਦਾ ਹੈ। ਤਾਂ ਜੇ ਤੁਹਾਡੇ ਜੀਵਨ 'ਚ ਵੀ ਮੁਸ਼ਕਿਲਾਂ, ਪਰੇਸ਼ਾਨੀਆਂ, ਤਕਲੀਫਾਂ, ਦੁੱਖਾਂ ਰੂਪੀ ਪਹਾੜ ਹੈ, ਉਹ ਤੁਸੀਂ ਤਾਂ ਸਿੱਧਾ ਹੀ ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਹੈ, ਤਾਂ ਤੁਹਾਡੇ ਜੀਵਨ ਦੇ ਪਹਾੜ ਕਿਉਂ ਨਹੀਂ ਡਿੱਗਣਗੇ? ਤੁਹਾਡੇ ਜੀਵਨ ਦੀਆਂ ਮੁਸ਼ਕਿਲਾਂ ਦਾ ਅੰਤ ਕਿਉਂ ਨਹੀਂ ਹੋਏਗਾ? ਤੁਹਾਡੇ ਜੀਵਨ ਦੀਆਂ ਮੁਸ਼ਕਿਲਾਂ ਦਾ ਅੰਤ ਵੀ ਜ਼ਰੂਰ ਹੋਏਗਾ, ਬਸ ਤੁਹਾਡਾ ਵਿਸ਼ਵਾਸ ਵੀ ਉਹ ਡਗਲਸ ਵਰਗਾ ਹੋਣਾ ਚਾਹੀਦਾ ਹੈ ਕਿ ਇੰਨੀਆਂ ਸੱਟਾਂ ਖਾਣ ਦੇ ਬਾਵਜੂਦ ਵੀ ਉਹ ਉੱਠਦਾ ਸੀ ਔਰ ਦੁਬਾਰਾ ਖੜ ਜਾਂਦਾ ਸੀ। ਇਹ ਤਾਂ ਕਈ ਵਾਰ ਬੰਦਾ ਕਹਿੰਦਾ ਨਾ, ਆਹ ਮੁਸੀਬਤ ਨੇ ਮੈਨੂੰ ਤੋੜ ਕੇ ਰੱਖ ਦਿੱਤਾ, ਆਹ ਪਰੇਸ਼ਾਨੀ ਦਾ ਮੈਨੂੰ ਤੋੜ ਕੇ ਰੱਖ ਦਿੱਤਾ, ਮੈਂ ਹੁਣ ਖੜਾ ਹੋ ਹੀ ਨਹੀਂ ਸਕਦਾ, ਮੈਂ ਜੀਵਨ 'ਚ ਕਾਮਯਾਬ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਕੀ ਹੈ? ਕਿ ਸਾਨੂੰ ਵਿਸ਼ਵਾਸ ਹੈ ਨਹੀਂ ਆਪਣੇ ਮਾਲਿਕ ਤੇ, ਕਿਉਂਕਿ ਜਿਹਦੇ ਅੰਦਰ ਵਿਸ਼ਵਾਸ ਹੋਵੇ, ਜਿੱਦਾਂ ਡਗਲਸ ਨੇ ਕਿਹਾ, ਜਦੋਂ ਮੈਂ ਗਿਰਦਾ ਸੀ ਤਾਂ ਮੇਰੇ ਮੋਹਰੇ, ਅੱਖਾਂ ਮੋਹਰੇ ਆਪਣੀ ਮਾਂ ਦੀ ਤਸਵੀਰ ਆਂਦੀ ਸੀ ਕਿ ਉਹ ਬੇਸ਼ੱਕ ਦੁਨੀਆ ਤੇ ਨਹੀਂ ਹੈ, ਪਰ ਕਿਤੇ ਨਾ ਕਿਤੇ ਬੈਠੀ ਉਹ ਦੇਖ ਰਹੀ ਹੈ ਕਿ ਮੇਰਾ ਬੇਟਾ ਜਿੱਤੇਗਾ, ਇਸ ਲਈ ਆਪਣੀ ਮਾਂ ਦੀ ਖਾਤਰ ਮੈਂ ਜਿੱਤਣਾ ਹੈ। ਬਸ ਮਾਂ ਨੂੰ ਯਾਦ ਕਰਕੇ ਮੈਂ ਖੜ ਜਾਂਦਾ ਸੀ। ਹੁਣ ਉਹ ਮਾਂ ਨੂੰ ਯਾਦ ਕਰਕੇ ਖੜ ਜਾਂਦਾ ਸੀ, ਤੁਸੀਂ ਆਪਣੇ ਮਾਲਿਕ ਨੂੰ ਯਾਦ ਕਰਕੇ ਖੜ ਜਾਓ, ਹਰ ਮੁਸ਼ਕਿਲ ਦੇ ਮੋਹਰੇ ਆਪਣੇ ਪ੍ਰਭੂ ਨੂੰ ਯਾਦ ਕਰਕੇ ਖੜ ਜਾਓ, ਆਪਣੇ ਸੱਚੇ ਰੱਬ ਨੂੰ ਯਾਦ ਕਰਕੇ ਖੜ ਜਾਓ। ਤਾਂ ਜਦੋਂ ਤੁਸੀਂ ਖੜ ਜਾਓਗੇ ਤਾਂ ਯਾਦ ਰੱਖੋ, ਇਹ ਤੁਹਾਡਾ ਵਿਸ਼ਵਾਸ ਜਦੋਂ ਸੱਚਾ ਹੋਏਗਾ ਆਪਣੇ ਮਾਲਿਕ ਦੇ ਪ੍ਰਤੀ, ਤੁਸੀਂ ਜਿਸ ਵੀ ਮੁਸੀਬਤ ਦੇ ਸਾਹਮਣੇ ਖੜ ਜਾਓਗੇ, ਉਹ ਬੜੀ ਤੋਂ ਬੜੀ ਮੁਸੀਬਤ ਵੀ ਤੁਹਾਡੇ ਸਾਹਮਣੇ ਢਹਿ ਢੇਰੀ ਹੋ ਜਾਏਗੀ, ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਏਗਾ। ਇਸ ਲਈ ਕਰੋ ਆਪਣੇ ਅੰਦਰ ਸੱਚਾ ਵਿਸ਼ਵਾਸ ਕਿ ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ, ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਕਿ ਮੇਰੇ ਜੀਵਨ ਦੀਆਂ ਮੁਸ਼ਕਿਲਾਂ, ਮੇਰੇ ਜੀਵਨ ਦੀਆਂ ਪਰੇਸ਼ਾਨੀਆਂ, ਮੇਰੇ ਜੀਵਨ ਦੀਆਂ ਤਕਲੀਫਾਂ ਦਾ ਅੰਤ ਹੋਏਗਾ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ। ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ। ਬੋਲੋ ਹੈ ਜਾਂ ਨਹੀਂ? ਕਿਹਦੇ ਕਿਹਦੇ ਅੰਦਰ ਵਿਸ਼ਵਾਸ ਹੈ ਨਾ? ਸਭ ਦੇ ਅੰਦਰ। ਤਾਂ ਫਿਰ ਯਾਦ ਰੱਖੋ, ਔਰ ਇਹ ਸੱਚੀ ਘਟਨਾ ਦੱਸੀ ਹੈ ਤੁਹਾਨੂੰ, ਇਹ ਕੋਈ ਕਹਾਣੀ ਨਹੀਂ ਹੈ। ਅਸੀਂ ਕਿਸੇ ਫਕੀਰ ਦੀ ਕਹਾਣੀ ਵੀ ਸੁਣਾ ਸਕਦੇ ਸੀ, ਪਰ ਤੁਸੀਂ ਕਹਿੰਦੇ ਫਕੀਰਾਂ ਦੀਆਂ ਕਹਾਣੀਆਂ ਕੀ ਪਤਾ ਸੱਚ ਹੈ ਜਾਂ ਨਹੀਂ। ਪਰ ਆਹ ਜਿਹੜੀ ਕਹਾਣੀ ਦੱਸੀ ਹੈ ਵਿਸ਼ਵਾਸ ਦੀ, ਇਹਦਾ ਤੁਸੀਂ ਨੈਟ ਤੇ ਜਾ ਕੇ ਹੁਣੇ ਸਰਚ ਕਰ ਲਿਓ। ਇਹ 1990 11 ਫਰਵਰੀ ਨੂੰ
ਜਾਪਾਨ ਟੋਕੀਓ ਦੇ ਅੰਦਰ ਇਹ ਮੁਕਾਬਲਾ ਹੋਇਆ ਸੀ ਬਾਕਸਿੰਗ ਦਾ, ਔਰ ਸਾਰਾ ਲਿਖਿਆ ਹੋਇਆ ਹੈ ਕਿ ਉਹ ਡਗਲਸ ਜਿੱਤਿਆ ਕਿੱਦਾਂ, ਵਿਸ਼ਵਾਸ ਦੇ ਨਾਲ। ਕਿਉਂਕਿ ਕੋਈ ਦੁਨਿਆਵੀ ਪੈਂਤਰੇ ਉੱਥੇ ਕੰਮ ਨਹੀਂ ਆਉਂਦੇ ਜਿੱਥੇ ਇਨਸਾਨ ਦਾ ਵਿਸ਼ਵਾਸ ਕੰਮ ਆਉਂਦਾ ਹੈ। ਜਰਾ ਇਹ ਗੱਲ ਬੜੀ ਸਮਝਣ ਵਾਲੀ ਹੈ, ਕਿਉਂਕਿ ਜਦੋਂ ਉਹਦੀ ਮਾਂ ਬਿਮਾਰ ਸੀ ਤਾਂ ਡਗਲਸ ਨੇ ਇਹ ਵੀ ਦੱਸਿਆ ਕਿ ਜਦੋਂ ਮਾਂ ਨੂੰ ਇਦਾਂ ਮੌਤ ਹੋਈ ਤਾਂ ਕਈ ਦਿਨ ਤਾਂ ਮੈਂ ਪ੍ਰੈਕਟਿਸ ਵੀ ਨਹੀਂ ਕਰ ਪਾਇਆ। ਕਿਉਂਕਿ ਘਰ 'ਚ ਮਾਂ ਇਦਾਂ ਹੋਵੇ ਤਾਂ ਬੰਦਾ ਪ੍ਰੈਕਟਿਸ ਕਰੇ 23 ਦਿਨ ਪਹਿਲਾਂ। ਔਰ ਜ਼ਰਾ ਸੋਚੋ, ਉਧਰ ਟਾਈਸਨ ਰੋਜ਼ ਪ੍ਰੈਕਟਿਸ ਕਰਦਾ ਹੋਏਗਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਫਾਈਨਲ ਮੁਕਾਬਲਾ ਹੈ। ਹੁਣ ਇੱਥੇ ਪ੍ਰੈਕਟਿਸ ਵੀ ਸ਼ਾਇਦ ਘੱਟ ਹੋਵੇ, ਪਰ ਵੱਧ ਕੀ ਸੀ? ਵਿਸ਼ਵਾਸ, ਯਕੀਨ। ਉਸ ਵਿਸ਼ਵਾਸ ਨੇ ਉਹਨੂੰ ਵਰਲਡ ਚੈਂਪੀਅਨ ਬਣਾ ਦਿੱਤਾ। ਤਾਂ ਤੁਸੀਂ ਵੀ ਜੀਵਨ ਦੇ ਵਿੱਚ ਉਹ ਖੁਸ਼ੀਆਂ ਦੀ ਟਰੋਫੀ, ਉਹ ਆਨੰਦ ਦੀ ਟਰੋਫੀ ਪ੍ਰਾਪਤ ਕਰ ਸਕਦੇ ਹੋ ਅਗਰ ਤੁਹਾਡੇ ਅੰਦਰ ਵੀ ਆਪਣੇ ਮਾਲਿਕ ਦੇ ਪ੍ਰਤੀ ਪੂਰਨ ਵਿਸ਼ਵਾਸ ਹੋਵੇ, ਪੂਰਨ ਯਕੀਨ ਹੋਵੇ। ਇਸ ਲਈ ਜੋ ਵੀ ਕਰੋ ਆਪਣੇ ਮਾਲਿਕ ਦੀ ਖਾਤਰ ਵਿਸ਼ਵਾਸ ਨਾਲ ਕਰੋ, ਪ੍ਰੇਮ ਨਾਲ ਕਰੋ। ਜਦੋਂ ਫਰਿਆਦ ਵੀ ਕਰਦੇ ਹੋ ਨਾ ਤਾਂ ਪੂਰੇ ਵਿਸ਼ਵਾਸ ਨਾਲ ਕਰੋ, ਕਿਉਂਕਿ ਜੀਸਸ ਕ੍ਰਾਈਸਟ ਨੇ ਬੜੀ ਪਿਆਰੀ ਗੱਲ ਕਹੀ ਹੈ। ਜੀਸਸ ਕ੍ਰਾਈਸਟ ਕਹਿੰਦੇ ਆ, ਜਦੋਂ ਤੂੰ ਪ੍ਰਾਰਥਨਾ ਕਰੇ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਜਦੋਂ ਤੂੰ ਪ੍ਰਾਰਥਨਾ 'ਚ ਕੋਈ ਚੀਜ਼ ਮੰਗੇ ਤਾਂ ਤੂੰ ਯਕੀਨ ਕਰਕੇ ਮੈਨੂੰ ਮਿਲ ਗਈ ਹੈ ਤਾਂ ਉਹ ਤੈਨੂੰ ਮਿਲ ਜਾਏਗੀ। ਇਹ ਗੱਲ ਬੜੀ ਪਿਆਰੀ ਹੈ ਤਾਂ ਛੋਟੀ ਜਿਹੀ ਲਾਈਨ ਜੀਸਸ ਕ੍ਰਾਈਸਟ ਦੀ, ਯਿਸੂ ਮਸੀਹ ਦੀ, ਪਰ ਇਹਦੀ ਗਹਿਰਾਈ ਬਹੁਤ ਹੈ। ਉਹ ਕਹਿੰਦੇ ਜਦੋਂ ਤੂੰ ਪ੍ਰਾਰਥਨਾ ਕਰੇ ਉਹ ਮਾਲਿਕ ਪਰਮਾਤਮਾ ਪ੍ਰਭੂ ਦੇ ਅੱਗੇ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਤਾਂ ਯਕੀਨ ਕਰ ਕਿ ਮੈਨੂੰ ਉਹ ਚੀਜ਼ ਮਿਲ ਗਈ ਹੈ ਤਾਂ ਉਹ ਚੀਜ਼ ਤੈਨੂੰ ਮਿਲ ਜਾਏਗੀ। ਸਮਝਦੇ ਹੋ ਕਿ ਨਹੀਂ? ਕਿ ਜਦੋਂ ਵੀ ਅਸੀਂ ਫਰਿਆਦ ਕਰਦੇ ਹਾਂ, ਫਰਜ਼ ਕਰੋ ਤੁਸੀਂ ਦਰਬਾਰ ਤੇ ਆ ਕੇ ਫਰਿਆਦ ਕਰਦੇ ਹੋ, ਮਾਲਕੋ ਆ ਰਹਿਮਤ ਕਰੋ, ਤਾਂ ਸਮਝ ਲਓ ਰਹਿਮਤ ਹੋ ਗਈ। ਤਾਂ ਜਦੋਂ ਵਿਸ਼ਵਾਸ ਹੋ ਗਿਆ ਕਿ ਰਹਿਮਤ ਹੋ ਗਈ ਤਾਂ ਰਹਿਮਤ ਹੋ ਜਾਏਗੀ। ਜਦੋਂ ਮਾਲਿਕ ਦੇ ਨਾਮ ਦੀ ਨਿਆਜ਼ ਦਿੰਦੇ ਹੋ ਤਾਂ ਸਮਝ ਲਓ ਨਿਆਜ਼ ਦਿੱਤੀ ਹੈ ਤਾਂ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਗਈ। ਭਰ ਜਾਏਗੀ ਨਹੀਂ ਕਹਿਣਾ, ਭਰ ਗਈ। ਜਦੋਂ ਵਿਸ਼ਵਾਸ ਕਰ ਲਿਆ ਕਿ ਭਰ ਗਈ ਤਾਂ ਭਰ ਜਾਏਗੀ। ਇਹ ਵਿਸ਼ਵਾਸ ਦੀ ਗੱਲ ਹੈ। ਕਿਉਂਕਿ ਬਾਈਬਲ ਦੇ ਅੰਦਰ, ਪਵਿੱਤਰ ਬਾਈਬਲ ਦੇ ਅੰਦਰ ਬੜੀ ਛੋਟੀ ਜਿਹੀ ਲਾਈਨ ਜੀਸਸ ਕ੍ਰਾਈਸਟ ਦੀ ਹੈ, ਪਰ ਇਹਦੇ 'ਚ ਰਾਜ ਬਹੁਤ ਹੈ, ਇਹਦੀ ਗਹਿਰਾਈ ਤਾਂ ਬਹੁਤ ਹੈ। ਜੇ ਟਾਈਮ ਹੁੰਦਾ ਤਾਂ ਅਸੀਂ ਇਹਦੀ ਗਹਿਰਾਈ ਦੱਸਣੀ ਸੀ ਤੁਹਾਨੂੰ, ਪਰ ਹੁਣ ਸਮਾਂ ਪਹਿਲੇ ਹੀ ਕਾਫੀ ਹੋ ਚੁੱਕਾ ਹੈ। ਇਸ ਲਈ ਹੁਣ ਆਖਰਲੇ ਵਚਨਾਂ 'ਚ ਇਹੀ ਕਵਾਂਗੇ ਕਿ ਤੁਸੀਂ ਵੀ ਜਦੋਂ ਆਪਣੇ ਮਾਲਿਕ ਦੇ ਚਰਨਾਂ 'ਚ ਵਿਸ਼ਵਾਸ ਦੇ ਨਾਲ ਫਰਿਆਦ ਕਰੋ, ਅਰਦਾਸ ਕਰੋ, ਬੇਨਤੀ ਕਰੋ ਤਾਂ ਯਕੀਨ ਰੱਖੋ, ਬੰਦਾ ਇਹ ਨਾ ਸੋਚੇ ਫਰਿਆਦ ਕੀਤੀ ਹੈ ਪਤਾ ਨਹੀਂ ਪੂਰੀ ਹੋਣੀ ਹੈ ਜਾਂ ਨਹੀਂ, ਪਤਾ ਨਹੀਂ ਰਹਿਮਤ ਹੋਣੀ ਹੈ ਜਾਂ ਨਹੀਂ, ਪਤਾ ਨਹੀਂ ਝੋਲੀ ਭਰਨੀ ਹੈ ਜਾਂ ਨਹੀਂ। ਤੇ ਇਹਦਾ ਮਤਲਬ ਜਿੱਥੇ ਹੁੰਦਾ ਪਤਾ ਨਹੀਂ ਭਰਨੀ ਹੈ ਜਾਂ ਨਹੀਂ, ਇਹਦਾ ਮਤਲਬ ਵਿਸ਼ਵਾਸ ਹੈ ਨਹੀਂ, ਤਾਂ ਗੱਲ ਨਹੀਂ ਬਣਨੀ। ਉਹ ਕਹਿੰਦੇ ਜਦੋਂ ਬੇਨਤੀ ਕਰ ਦਿੱਤੀ, ਜੀਸਸ ਕ੍ਰਾਈਸਟ ਕਹਿੰਦੇ ਜਦੋਂ ਤੂੰ ਪ੍ਰਾਰਥਨਾ ਕਰਦਾ ਆ ਤਾਂ ਸਮਝ ਲੈ, ਫਿਰ ਵਿਸ਼ਵਾਸ ਕਰ ਇਹ ਚੀਜ਼ ਮੈਨੂੰ ਮਿਲ ਗਈ, ਮੈਂ ਜੋ ਮੰਗਿਆ ਮੈਨੂੰ ਮਿਲ ਗਿਆ। ਇਹ ਯਕੀਨ ਕਰੋ, ਮੈਂ ਜੋ ਫਰਿਆਦ ਕੀਤੀ ਪੂਰੀ ਹੋ ਗਈ ਤਾਂ ਕਹਿੰਦੇ ਮਿਲ ਜਾਏਗੀ। ਫਿਰ ਕੋਈ ਸ਼ੰਕਾ ਨਹੀਂ ਕਿ ਨਾ ਮਿਲੇ, ਕਿਉਂਕਿ ਜਿੱਦਾਂ ਟਾਈਸਨ ਨੇ ਕਿਹਾ, ਉਹਦੀ ਮਾਂ ਕਹਿੰਦੀ ਤੂੰ ਜਿੱਤੇਗਾ, ਮੈਨੂੰ ਵਿਸ਼ਵਾਸ ਹੈ ਤੂੰ ਜਿੱਤੇਗਾ। ਹੁਣ ਉਹਨਾਂ ਵਿਸ਼ਵਾਸ ਸੀ ਜਿੱਤੇਗਾ, ਹਾਲੇ ਮੁਕਾਬਲਾ ਹੋਇਆ ਨਹੀਂ, ਪਰ ਉਹਨਾਂ ਪਹਿਲਾਂ ਹੀ ਕਿਹਾ ਮੈਨੂੰ ਵਿਸ਼ਵਾਸ ਹੈ ਤੂੰ ਜਿੱਤੇਗਾ, ਤਾਂ ਦੇਖੋ ਜਿੱਤ ਵੀ ਗਿਆ। ਇਸੇ ਤਰ੍ਹਾਂ ਅਸੀਂ ਵਿਸ਼ਵਾਸ ਕਰਨਾ ਕਿ ਮਾਲਿਕ ਦੀ ਰਹਿਮਤ ਮੇਤੇ ਹੋ ਗਈ ਤਾਂ ਫਿਰ ਹੋ ਵੀ ਜਾਏਗੀ। ਤਾਂ ਜੇ ਮਾਂ ਕਹਿੰਦੀ ਪਤਾ ਨਹੀਂ ਬੇਟਾ ਤੂੰ ਜਿੱਤਣਾ ਜਾਂ ਨਹੀਂ, ਤਾਂ ਫਿਰ ਸ਼ਾਇਦ ਕਦੀ ਡਗਲਸ ਜਿੱਤ ਹੀ ਨਾ ਪਾਉਂਦਾ। ਇਸ ਲਈ ਇਨਸਾਨ ਵੀ ਕੋਈ ਪਤਾ ਨਹੀਂ ਮੇਤੇ ਕਿਰਪਾ ਹੋਣੀ ਹੈ ਜਾਂ ਨਹੀਂ, ਪਤਾ ਨਹੀਂ ਮੇਰੀ ਝੋਲੀ ਭਰਨੀ ਹੈ ਜਾਂ ਨਹੀਂ, ਤਾਂ ਫਿਰ 50-50 ਦੀ ਗੱਲ ਹੋ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜਦੋਂ ਅਸੀਂ 100% ਕਹਿੰਦੇ ਹਾਂ ਕਿ ਮੈਨੂੰ ਯਕੀਨ ਹੈ ਕਿ ਮੈਂ ਮਾਲਿਕ ਦੀ ਨਿਆਜ਼ ਦਿੱਤੀ ਹੈ, ਮਾਲਿਕ ਦੇ ਚਰਨਾਂ 'ਚ ਬੇਨਤੀ ਕੀਤੀ ਤਾਂ ਮੇਤੇ ਰਹਿਮਤ ਹੋ ਗਈ, ਤਾਂ ਜਦੋਂ ਵਿਸ਼ਵਾਸ ਹੈ ਕਿ ਰਹਿਮਤ ਹੋ ਗਈ ਤਾਂ ਫਿਰ ਰਹਿਮਤ ਹੋ ਜਾਏਗੀ, ਕਿਉਂਕਿ ਉਹਦੇ ਘਰ 'ਚ ਕੋਈ ਕਮੀ ਨਹੀਂ ਹੈ। ਇਸ ਲਈ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ। ਔਰ ਜਿੱਦਾਂ ਪਹਿਲੀ ਲਾਈਨ 'ਚ ਦੱਸਿਆ ਕਿ ਯੁਕਤੀ ਲਓ ਸਿਮਰਨ ਦੀ, ਯੁਕਤੀ ਲਓ ਸ਼ਬਦ ਦੀ, ਯੁਕਤੀ ਲਓ ਧਿਆਨ ਦੀ, ਕਿਉਂਕਿ ਧਿਆਨ ਦੀ ਯੁਕਤੀ ਉਹ ਬੀਜ ਹੈ ਕਿ ਜਦੋਂ ਉਹ ਬੀਜ ਸਾਡੇ ਜੀਵਨ ਦੀ ਭੂਮੀ 'ਚ ਜਾਏਗਾ ਤਾਂ ਖੁਸ਼ੀਆਂ ਦੀ ਫਸਲ ਵੀ ਸਾਡੇ ਜੀਵਨ 'ਚ ਜ਼ਰੂਰ ਆਏਗੀ, ਆਨੰਦ, ਸ਼ਾਂਤੀ, ਸਕੂਨ ਵੀ ਸਾਡੇ ਜੀਵਨ 'ਚ ਜ਼ਰੂਰ ਆਏਗਾ। ਸੋ ਆਓ ਮਾਲਕ ਦੇ ਚਰਨਾਂ ਨਾਲ ਜੁੜੀਏ, ਉਹ ਯੁਕਤੀ ਲਈਏ ਔਰ ਆਪਣਾ ਜੀਵਨ, ਆਪਣੀ ਜ਼ਿੰਦਗੀ ਖੁਸ਼ੀਆਂ, ਰਹਿਮਤਾਂ, ਬਰਕਤਾਂ ਨਾਲ ਭਰਪੂਰ ਕਰੀਏ। ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ।
ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਤੁਹਾਨੂੰ ਸੇਵਾ ਸਿਮਰਨ ਕਰਨ ਦਾ ਮਾਲਕ ਬਲ ਬਖਸ਼ਣ, ਨੇਕ ਮਾਰਗ ਤੇ ਚੱਲਣ ਦਾ ਮਾਲਕ ਬਲ ਬਖਸ਼ਣ, ਔਰ ਤੁਹਾਡੇ ਸਭ ਦੇ ਦਿਲਾਂ 'ਚ ਉਹ ਮਾਲਿਕ ਸੱਚੀ ਮੁਹੱਬਤ, ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਪੈਦਾ ਕਰ ਦੇਣ, ਕਿਉਂਕਿ ਜਿਨ੍ਹਾਂ ਦੇ ਅੰਦਰ ਸੱਚਾ ਵਿਸ਼ਵਾਸ ਹੁੰਦਾ ਹੈ ਫਿਰ ਉਹ ਮਾਲਿਕ ਦੇ ਘਰ 'ਚੋਂ ਸਭ ਕੁਝ ਲੈ ਜਾਂਦੇ ਹੈ। ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਹੀ ਮਾਲਿਕ ਤੁਹਾਡੇ ਤੇ ਬਣਾਏ ਰੱਖੇ, ਤੁਹਾਨੂੰ ਸੇਵਾ ਸਿਮਰਨ ਕਰਨ ਦਾ, ਨਾਮ ਜਪਣ ਦਾ, ਨੇਕ ਮਾਰਗ ਤੇ ਚੱਲਣ ਦਾ, ਦਾਨ ਪੁੰਨ ਕਰਨ ਦਾ, ਅੱਛਾਈ ਕਰਨ ਦਾ ਮਾਲਿਕ ਬਲ ਬਖਸ਼ਣ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਹੋਏ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ।